ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਆਡੀਓ ਬੁੱਕ YouTube ਚੈਨਲ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਤ ਜਿਨ ਕਰੀ ਜੀਵਨੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਿਤਾਬ ਦਾ ਅਗਲਾ ਭਾਗ ਪੜ੍ਹਨ ਜਾ ਰਹੇ ਹਾਂ। ਪੰਨਾ ਨੰਬਰ 145। ਲੇਖਕ ਸਤਬੀਰ ਸਿੰਘ। ਭਾਗ 12। ਇਤ ਜਿਨ ਕਰੀ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਮੁੱਖ ਅਤੇ ਇੱਕੋ ਇੱਕ ਕਾਰਨ ਔਰੰਗਜ਼ੇਬ ਦੀ ਤਵੱਸਬੀ ਨੀਤੀ ਸੀ। ਉਸ ਤਵੱਸਬੀ ਨੀਤੀ ਦਾ ਸ਼ਿਕਾਰ ਸਾਰਾ ਹਿੰਦੁਸਤਾਨ ਹੋਇਆ ਅਤੇ ਖਾਸ ਕਰ ਕਸ਼ਮੀਰ ਨੂੰ ਉਸ ਨੇ ਨਿਸ਼ਾਨਾ ਬਣਾਇਆ। ਕਸ਼ਮੀਰ ਦੇ ਬ੍ਰਾਹਮਣਾਂ ਦੀ ਪੁਕਾਰ ਅਤੇ ਬੇਨਤੀ ਨੂੰ ਕਿ ਬਾਹੇ ਅਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਕੇ ਚੰਦ ਅਤੇ ਗੁਰੂ ਜੀ ਦੇ ਇਹ ਫਰਮਾਨ ਕਿ ਬਾਹੇ ਜਿਨ੍ਹਾਂ ਦੀ ਪਕੜੀ ਹੈ ਸਿਰ ਦੀਜੇ ਬਾਹ ਨਾ ਛੋੜੀਏ ਕਾਰਨ ਹੀ ਇਹ ਸ਼ਹਾਦਤ ਵਜੂਦ ਵਿੱਚ ਆਈ। ਇਹ ਠੀਕ ਰਹੇਗਾ ਕਿ ਪਹਿਲਾਂ ਔਰੰਗਜ਼ੇਬ ਦੀ ਤਵੱਸਬੀ ਨੀਤੀ ਅਤੇ ਫਿਰ ਬ੍ਰਾਹਮਣਾਂ ਦੇ ਅਨੰਦਪੁਰ ਸਾਹਿਬ ਆਉਣ ਤੱਕ ਉੱਤੇ ਇੱਕ ਭਰਪੂਰ ਨਜ਼ਰ ਮਾਰ ਲਈ ਜਾਏ। ਔਰੰਗਜ਼ੇਬ ਨੇ ਤਖਤ ਤੇ ਕਬਜ਼ਾ ਬਾਪ ਦੀ ਛਾਤੀ ਉੱਤੇ ਪੈਰ ਰੱਖ ਅਤੇ ਭਰਾਵਾਂ ਦੇ ਖੂਨ ਵਿੱਚ ਤਾਰੀ ਲਗਾ ਕੇ ਕੀਤਾ ਸੀ। ਉਸ ਨੇ ਆਪਣੇ ਦੀਨੀ ਭਰਾਵਾਂ ਨੂੰ ਇਹ ਪ੍ਰਭਾਵ ਦੇਣਾ ਚਾਹਿਆ ਕਿ ਜੇ ਸ਼ਾਹ ਜਹਾਨ ਹੋਰ ਕੁਝ ਸਾਲ ਤਖਤ ਉੱਤੇ ਬੈਠਾ ਰਹਿੰਦਾ ਤਾਂ ਦਾਰਾ ਦੇ ਹੱਥ ਹਕੂਮਤ ਆ ਜਾਣੀ ਸੀ, ਜੋ ਸੂਫੀ ਖਿਆਲਾਂ ਨਾਲੋਂ ਬਹੁਤਾ ਹਿੰਦੂ ਸੀ। ਆਪਣੇ ਪਹਿਲੇ 6 ਸਾਲਾਂ ਵਿੱਚ ਔਰੰਗਜ਼ੇਬ ਨੇ ਇਹ ਯਤਨ ਜਾਰੀ ਰੱਖੇ ਕਿ ਮੌਲਾਣਿਆਂ, ਮੁਫਤੀਆਂ ਅਤੇ ਕਾਜ਼ੀਆਂ ਨੂੰ ਆਪਣੇ ਪੱਖ ਦਾ ਕੀਤਾ ਜਾਏ। ਇਸ ਮੰਤਵ ਲਈ ਉਸ ਨੇ ਕੋਈ ਵੀ ਹੀਲਾ ਬਾਕੀ ਨਾ ਰਹਿਣ ਦਿੱਤਾ। ਕਿਸੇ ਨੂੰ ਇਸਲਾਮ ਦਾ ਵਾਸਤਾ ਪਾ ਕੇ, ਕਿਸੇ ਨੂੰ ਡਰਾ ਕੇ ਅਤੇ ਜਾਦੂਨਾਥ ਸਰਕਾਰ ਦੇ ਕਥਨ ਅਨੁਸਾਰ ਸੋਨੇ ਅਤੇ ਚਾਂਦੀ ਹੇਠਾਂ ਕਾਜ਼ੀਆਂ ਅਤੇ ਮੁਫਤੀਆਂ ਦੇ ਈਮਾਨ ਦੱਬ ਕੇ ਆਪਣੇ ਵੱਲ ਦਾ ਕਰ ਲਿਆ। ਮੱਕੇ ਦੇ ਵੱਡੇ ਮੁਫਤੀ ਨੇ ਪਹਿਲਾਂ ਔਰੰਗਜ਼ੇਬ ਵੱਲੋਂ ਭੇਜੀ ਭੇਟਾ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ, ਪਰ ਪਿੱਛੋਂ ਔਰੰਗਜ਼ੇਬ ਨੂੰ ਹੀ ਇਸਲਾਮ ਦਾ ਰਾਖਾ ਆਖ ਕੇ ਤੋਹਫੇ ਭੇਜੇ। ਸਿਰਫ ਈਰਾਨ ਦਾ ਸ਼ਾਹ ਅਬਾਸ ਐਸਾ ਸੀ ਜਿਸ ਨੇ ਭਰਾਵਾਂ ਦੇ ਕਤਲ, ਸੂਫੀਆਂ ਨੂੰ ਮਾਰਨ ਅਤੇ ਪਿਤਾ ਨੂੰ ਕੈਦ ਪਾਉਣ ਵਾਲੀ ਨੀਤੀ ਨੂੰ ਮਾੜਾ ਵੀ ਕਿਹਾ ਅਤੇ ਨਿਖੇਧੀ ਵੀ ਕੀਤੀ। ਇਹਨਾਂ ਸਾਰੇ ਉਪਾਵਾਂ ਦਾ ਸਿੱਟਾ ਇਹ ਨਿਕਲਿਆ ਕਿ ਮੁਸਲਮਾਨ ਔਰੰਗਜ਼ੇਬ ਨੂੰ ਦੀਨ ਦਾ ਰਾਖਾ ਕਹਿਣ ਲੱਗ ਪਏ ਸਨ ਅਤੇ ਹੁਣ ਤੱਕ ਸਮਝਦੇ ਹਨ। ਸਰ ਮੁਹੰਮਦ ਇਕਬਾਲ ਵਰਗੇ ਮੁਕੱਫਰ ਨੇ ਔਰੰਗਜ਼ੇਬ ਨੂੰ ਇਸਲਾਮ ਦੇ ਪੱਥੇ ਵਿੱਚ ਆਖਰੀ ਤੀਰ ਕਿਹਾ ਹੈ। ਅਸਲ ਗੱਲ ਇਹ ਹੈ ਕਿ ਔਰੰਗਜ਼ੇਬ ਇੱਕ ਅਜੀਬ ਪਰਸਪਰ ਵਿਰੋਧੀ ਵਾੜੇ ਵਾਂਗ ਸੀ। ਲੇਨ ਪੂਲ ਇਸੇ ਲਈ ਉਸ ਨੂੰ ਇਹ ਪਜ਼ਲਿੰਗ ਕੰਪਾਊਂਡ ਆਫ ਕੰਟਰਾਡਿਕਸ਼ਨ ਕਹਿੰਦਾ ਹੈ। ਬਰਨੀਅਰ ਉਸ ਨੂੰ ਪੂਰਾ ਪਾਜੀ ਲਿਖਦਾ ਹੈ, ਜੋ ਪਤਾ ਵੀ ਨਹੀਂ ਸੀ ਲੱਗਣ ਦੇਂਦਾ ਕਿ ਉਸ ਦੇ ਮਨ ਵਿੱਚ ਕੀ ਹੈ। ਇਹ ਕੰਪਲੀਟ ਮਾਸਟਰ ਆਫ ਦੀ ਆਰਟ ਆਫ ਡਿਸਿਮੂਲੇਸ਼ਨ ਇੱਕ ਪਾਸੇ ਵਹਿਮਾਂ ਅਤੇ ਧਰਮਾਂ ਵਿਰੁੱਧ ਬੋਲਦਾ ਸੀ, ਦੂਜੇ ਪਾਸੋਂ ਆਪੂ ਹਿੰਦੂਆਂ ਵਾਂਗ ਹਰਮਲ ਤੁਖਾਉਂਦਾ ਅਤੇ ਮਿਰਚਾਂ ਵਾਂਗ ਸਾੜਦਾ ਸੀ ਕਿ ਬਲਾ ਟਲ ਜਾਏ। ਉਹ ਕਹਿੰਦਾ ਸੀ ਕਿ ਤਵੀਜ਼ ਪਾਉਣਾ ਇਸਲਾਮੀ ਕਰਮ ਨਹੀਂ, ਪਰ ਜਦ ਸਤਨਾਮੀਆਂ ਵਿਰੁੱਧ ਲੜਿਆ ਤਾਂ ਹਰ ਝੰਡੇ ਨਾਲ ਤਵੀਜ਼ ਬੰਨੇ। ਔਰੰਗਜ਼ੇਬ ਕਹਿੰਦਾ ਸੀ ਕਿ ਕੋਈ ਹਰਜ ਨਹੀਂ ਜੇ ਦੁਸ਼ਮਣ ਨੂੰ ਧੋਖਾ ਦੇ ਕੇ ਜੇਰ ਕਰਨ ਲਈ ਝੂਠੀ ਕਸਮ ਚੁੱਕ ਲਈ ਜਾਏ। ਕਾਰਜ ਹੋਣ ਤੇ ਹੱਥ ਕੁਰਾਨ ਪਕੜ ਤੌਬਾ ਕਰ ਲੈਣੀ ਕਾਫੀ ਹੈ। ਸ਼ਾਇਰਾਂ ਨੂੰ ਉਹ ਸ਼ੈਤਾਨ ਦੀ ਟੂਠੀ ਕਹਿੰਦਾ ਸੀ, ਪਰ ਆਪੂ ਗਜ਼ਲਾਂ ਰਚਦਾ ਅਤੇ ਲਿਖ ਕੇ ਆਪਣੇ ਦਸਤਖਤ ਵੀ ਕਰਕੇ ਦਿੰਦਾ ਸੀ। ਲਾਹੌਰ ਵਿਖੇ ਖਲੀਲ ਉੱਲਾ ਖਾਨ ਨੂੰ ਉਸ ਨੇ ਅਜਿਹਾ ਹੀ ਕੀਤਾ, ਜਿਸ ਦੀ ਗਵਾਹੀ ਮੁਆਸਰੇ ਆਲਮਗੀਰੀ ਨੇ ਦਿੱਤੀ ਹੈ। ਕਰਾਮਾਤਾਂ ਦੇਖਣ ਦਾ ਬੜਾ ਚਾਹਵਾਨ ਸੀ। ਪਹਿਲਾਂ ਰਾਮ ਰਾਏ ਕੋਲੋਂ ਦੇਖ ਉਸ ਨੂੰ 7 ਪਿੰਡ ਜਗੀਰ ਵਿੱਚ ਦਿੱਤੇ ਅਤੇ ਫਿਰ ਹਰ ਫਕੀਰ ਨੂੰ ਕਹਿੰਦਾ ਕਿ ਕਰਾਮਾਤ ਦਿਖਾਓ। ਦਿੱਲੀ ਦੇ 12 ਸੈਯਦਾਂ ਨੂੰ ਇਸ ਲਈ ਬੰਦੀ ਵਿੱਚ ਪਾ ਦਿੱਤਾ ਸੀ ਕਿ ਜਾਂ ਕਰਾਮਾਤਾਂ ਦਿਖਲਾਉਣ ਜਾਂ ਮੌਤ ਦੇ ਘਾਟ ਉਤਰਨ। ਫਕੀਰਾਂ ਨੂੰ ਕਿਤਨਾ ਤੰਗ ਕਰਦਾ ਸੀ, ਉਸ ਦਾ ਅੰਦਾਜ਼ਾ ਇਸ ਗੱਲੋਂ ਲਗਾਓ ਕਿ ਕੁਝ ਫਕੀਰਾਂ ਨੂੰ ਨਵੇਂ ਕੱਪੜੇ ਦੇਣ ਦੇ ਬਹਾਨੇ ਪੁਰਾਣੇ ਉਤਰਵਾ ਲਏ ਅਤੇ ਸਭ ਗੋਦੜੀਆਂ ਵਿੱਚੋਂ ਮਾਇਆ ਇਕੱਠੀ ਕਰ ਲਈ। ਆਪਣੇ ਆਪ ਨੂੰ ਜਿੰਦਾ ਪੀਰ ਖਵਾ ਕੇ ਖੁਸ਼ ਹੁੰਦਾ ਸੀ ਅਤੇ ਹੋਰ ਕਿਸੇ ਨੂੰ ਫਕੀਰ ਔਲੀਆ ਤੱਕ ਨਹੀਂ ਸੀ ਕਹਿਣ ਦਿੰਦਾ। ਮੁੱਲਾ ਬਦਖਸ਼ਾਨੀ ਵਰਗਿਆਂ ਨੂੰ ਉਸ ਜਲੀਲ ਕਰਕੇ ਮੌਤ ਦੇ ਨੇੜੇ ਲਿਆ ਖੜਾ ਕੀਤਾ। ਸ਼ਰਮਦ ਵਰਗੇ ਸਾਹਮਣੇ ਮਾਰੇ। ਗੁਜਰਾਤ ਦੇ ਸ਼ਾਹ ਦੌਲਾ ਵਰਗਿਆਂ ਬਜ਼ੁਰਗਾਂ ਨੂੰ ਜਲੀਲ ਕੀਤਾ। ਸ਼ਾਹ ਜਹਾਂਗੀਰ, ਜੋ ਦਰਵੇਸ਼ ਮਸਤ ਕਰਕੇ ਪ੍ਰਸਿੱਧ ਸੀ, ਨੂੰ ਤੰਗ ਕੀਤਾ। ਸ਼ਾਹ ਸਦਰ ਉਦੀਨ ਕਸੂਰੀ, ਸ਼ਾਹ ਹਸਨ ਸ਼ਾਹਦਰਾ, ਸ਼ਾਹ ਜਮਾਲ, ਸਈਦ ਮੁਹੰਮਦ ਅਲੀ, ਸ਼ਾਹ ਕਲੰਦਰ, ਕਾਵਾਂ ਵਾਲੇ ਫਕੀਰ, ਲਾਹੌਰੀ, ਮਿਰਜ਼ਾ ਹੈਦਰ ਬੈਰਾਗੀ ਅਤੇ ਉੱਗੇ ਪੀਰ ਬੁੱਧੂ ਸ਼ਾਹ ਦੇ ਕੁਝ ਕੁ ਨਾਮ ਹਨ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਬਹਾਨੇ ਮਾਰ ਮੁਕਾਇਆ। ਔਰੰਗਜ਼ੇਬ ਕਿਤਨਾ ਪੱਥਰ ਦਿਲ ਅਤੇ
ਬੇਕਿਰਕ ਸੀ ਕਿ ਉਸ ਦਾ ਅੰਦਾਜ਼ਾ ਇੱਥੋਂ ਲਗਾਓ ਕਿ ਆਪਣੇ ਹੀ ਪਿਤਾ ਸ਼ਾਹਜਹਾਨ ਨੂੰ ਕੈਦ ਵਿੱਚ ਪਾਇਆ। ਉਹ ਖਿੜਕੀ ਤੱਕ ਬੰਦ ਕਰ ਦਿੱਤੀ ਜਿਸ ਰਾਹੀਂ ਜਮਨਾ ਦਾ ਉਹ ਨਜ਼ਾਰਾ ਕਰਦਾ ਸੀ ਅਤੇ ਫਿਰ ਹਕੀਮ ਮੁਕਰਮ ਖਾਨ ਹੱਥੀਂ ਦਵਾਈ ਦੀ ਥਾਂ ਜ਼ਹਿਰ ਦੇਣਾ ਚਾਹਿਆ, ਪਰ ਹਕੀਮ ਮੁਕਰਮ ਦੀ ਜ਼ਮੀਰ ਨੇ ਗਵਾਰਾ ਨਾ ਕੀਤਾ ਅਤੇ ਹਕੀਮ ਸਾਹਿਬ ਨੇ ਜ਼ਹਿਰ ਆਪ ਹੀ ਪੀ ਲਿਆ, ਪਰ ਹਕੀਮੀ ਦੇ ਪੇਸ਼ੇ ਨੂੰ ਲਾਜ ਨਾ ਲੱਗਣ ਦਿੱਤੀ। ਰੋਸ਼ਨਾਰਾ ਵਰਗੀ ਭੈਣ, ਜਿਸ ਨੇ ਤਖ਼ਤ ਹਥਿਆਉਣ ਵਿੱਚ ਸਾਥ ਦਿੱਤਾ ਸੀ, ਨੂੰ ਹਲਕਾ ਹਲਕਾ ਜ਼ਹਿਰ ਦੇ ਕੇ ਮਾਰ ਦਿੱਤਾ। ਭਰਾਵਾਂ ਨੂੰ ਵਾਰੀ-ਵਾਰੀ ਖਤਮ ਕੀਤਾ। ਪਹਿਲਾਂ ਦਾਰਾ ਮਾਰਿਆ, ਫਿਰ ਮੁਰਾਦ ਨੂੰ ਧੋਖੇ ਨਾਲ ਸ਼ਰਾਬ ਪਿਲਾ ਕਿਲੇ ਦੀ ਦੀਵਾਰ ਤੋਂ ਬਾਹਰ ਸੁਟਵਾ ਦਿੱਤਾ ਅਤੇ ਸੁਜਾਅ ਨੂੰ ਦੇਸ਼ ਨਿਕਾਲਾ ਦਿੱਤਾ। ਵੱਡੇ ਪੁੱਤਰ ਸ਼ਹਿਜ਼ਾਦਾ ਸੁਲਤਾਨ ਮੁਹੰਮਦ ਨੂੰ 36 ਸਾਲ ਦੀ ਉਮਰ ਵਿੱਚ ਹੀ ਜ਼ਹਿਰ ਦੇ ਦਿੱਤਾ ਤਾਂ ਕਿ ਉਹ ਰਾਜ ਦਾ ਦਾਅਵਾ ਨਾ ਕਰ ਸਕੇ। ਸ਼ਹਿਜ਼ਾਦਾ ਅਕਬਰ ਨੂੰ ਹਿੰਦੁਸਤਾਨ ਛੱਡਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਉਸ ਨੇ ਪਿਓ ਨੂੰ ਇੱਕ ਚਿੱਠੀ ਵਿੱਚ ਸੱਚੀਆਂ ਖਰੀਆਂ ਸੁਣਾਈਆਂ ਸਨ। ਅਕਬਰ ਨੇ ਲਿਖਿਆ ਸੀ, ਕੋਈ ਉੱਚ ਖਾਨਦਾਨੀ ਬੰਦਾ ਹਕੂਮਤ ਵਿੱਚ ਨਹੀਂ ਰਿਹਾ ਅਤੇ ਹਕੂਮਤ ਦਾ ਪ੍ਰਬੰਧ ਹੀ ਜਿਹੜੇ ਕਾਰੀਗਰ, ਘੁਮਿਆਰ, ਰੋੜੀ ਵਾਲੇ ਅਤੇ ਦਰਜੀਆਂ ਹੱਥ ਚਲਿਆ ਗਿਆ ਹੈ। ਧੋਖੇਬਾਜ਼ ਲੋਕੀ ਹੱਥ ਤਸਵੀ ਲੈ ਤੇ ਫਕੀਰੀ ਚੋਗਾ ਪਾ ਤੁਹਾਡੇ ਸਾਹਮਣੇ ਆਉਂਦੇ ਹਨ ਅਤੇ ਤੁਸੀਂ ਆਪਣੇ ਇਤਬਾਰੀ ਸਲਾਹਕਾਰ ਤੇ ਸਾਥੀ ਬਣਾ ਲੈਂਦੇ ਹੋ ਅਤੇ ਹਰ ਸਲਾਹ ਮੰਨੀ ਟੁਰੀ ਜਾਂਦੇ ਹੋ। ਉਹ ਜੌਂ ਨੂੰ ਕਣਕ ਕਹਿ ਕੇ ਤੁਹਾਡੇ ਸਾਹਮਣੇ ਪੇਸ਼ ਕਰਦੇ ਹਨ ਤਾਂ ਤੁਸੀਂ ਉਹ ਸਵੀਕਾਰ ਕਰ ਲੈਂਦੇ ਹੋ। ਖੁਦਾ ਬਚਾਏ ਅਜਿਹੇ ਰਾਜ ਤੋਂ ਜਿੱਥੇ ਗਧਾ ਅਰਬੀ ਘੋੜੇ ਨੂੰ ਲੱਤ ਮਾਰ ਰਿਹਾ ਹੈ। ਚੌਥੇ ਪੁੱਤਰ ਮੁਅੱਜ਼ਮ, ਜੋ ਪਿੱਛੋਂ ਬਾਦਸ਼ਾਹ ਬਣਿਆ, ਨੂੰ 7 ਸਾਲ ਸਮੇਤ ਪਰਿਵਾਰ ਬੰਦੀ ਵਿੱਚ ਪਾਈ ਰੱਖਿਆ। ਇੰਤਹਾ ਉਸ ਵੇਲੇ ਪੁੱਜੀ ਜਦ ਆਪਣੀ ਹੀ ਜਹੀਨ ਸਿਆਣੀ ਸ਼ਾਇਰਾ ਬੇਟੀ ਜੇਬ ਉਲ ਨਿਸਾ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਅਤ ਨਿਕਟਵਰਤੀ ਮਿਰਜ਼ਾ ਰਾਜਾ ਜੈ ਸਿੰਘ ਨੂੰ ਜ਼ਹਿਰ ਦਿੱਤਾ ਅਤੇ ਮਿਰਜ਼ਾ ਮੁਰਤਜ਼ਾ ਵਾਈਜ਼ ਵਰਗੇ ਫਕੀਰ ਨੂੰ ਨਮਾਜ਼ ਤੱਕ ਪੜ੍ਹਨ ਵਿੱਚ ਰੁਕਾਵਟਾਂ ਪਾਈਆਂ ਕਿਉਂਕਿ ਉਸ ਨੇ ਹੱਕ ਗੋ ਨਾਂ ਦੀ ਕਿਤਾਬ ਲਿਖ ਕੇ ਸ਼ਹਿਜ਼ਾਦਿਆਂ, ਨਵਾਬਾਂ, ਮਜਾਵਰਾਂ, ਅਲੈਂਕਾਰਾਂ, ਮੁੱਲਾਂ ਅਤੇ ਕਾਜ਼ੀਆਂ ਦੇ ਪਾਜ ਉਘੇੜੇ ਸਨ। ਆਪਣੇ ਦੀਨੀ ਭਰਾਵਾਂ ਨਾਲ ਨਿਬੜ ਜਾਂ ਆਪਣੇ ਵੱਲ ਦਾ ਕਰਕੇ ਔਰੰਗਜ਼ੇਬ ਨੇ ਪ੍ਰਗਟ ਤੌਰ ਤੇ ਦੀਨੀ ਝੰਡਾ ਚੁੱਕ ਲਿਆ ਅਤੇ ਜਹਾਦ ਦਾ ਐਲਾਨ ਕਰ ਦਿੱਤਾ। ਉਸ ਵਿੱਚ ਗੁੱਜਾ ਤੁਅੱਸਬ ਇਤਨਾ ਸੀ ਕਿ ਉਸ ਨੇ ਗੁਜਰਾਤ ਦੇ ਗਵਰਨਰ ਹੋਣ ਵੇਲੇ ਹੀ ਮੰਦਰ ਢਾਉਣ ਦੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਸੀ। ਗੁਜਰਾਤ ਦੇ ਪ੍ਰਸਿੱਧ ਮੰਦਰ ਚਿਤਾਮਣੀ ਨੂੰ ਢਾਹ ਕੇ ਉਸ ਮਸੀਤ ਬਣਵਾਈ ਸੀ ਅਤੇ ਮੰਦਰ ਦੇ ਵਿਹੜੇ ਵਿੱਚ ਹੀ ਗਾਂ ਮਾਰ ਕੇ ਖੂਨ ਵਗਾਇਆ ਸੀ। ਪਿੱਛੋਂ ਦੱਖਣ ਦੀ ਨਵਾਬੀ ਵੇਲੇ ਉਸ ਕਈ ਮੰਦਰ ਢਾਹੇ ਸਨ। ਭਾਵੇਂ ਉਸ ਦੇ ਦੱਖਣ ਛੱਡਣ ਦੇ ਉਪਰੰਤ ਬਾਅਦ ਮੰਦਰ ਫਿਰ ਬਣ ਗਏ। ਉਹ ਕਈ ਵਾਰੀ ਕਿਹਾ ਵੀ ਕਰਦਾ ਸੀ ਕਿ ਉਸ ਦੇ ਦੱਖਣ ਤੋਂ ਪਰਤਣ ਬਾਅਦ ਹੀ ਬੁੱਧ ਪ੍ਰਸਤੀ ਫਿਰ ਉਸੇ ਤਰ੍ਹਾਂ ਹੋ ਰਹੀ ਹੈ। ਅੱਲਾ ਮੌਕਾ ਬਖਸ਼ੇ ਤਾਂ ਇਹ ਕੁਫਰ ਦੂਰ ਕਰਾਂ। ਇਹ ਠੀਕ ਰਹੇਗਾ ਕਿ ਇੱਕ ਫਿਰਤੂ ਨਜ਼ਰ ਉਹਨਾਂ ਸਭ ਫਰਮਾਨਾਂ ਤੇ ਵੀ ਮਾਰ ਲਈ ਜਾਏ ਜੋ ਸਮੇਂ-ਸਮੇਂ ਔਰੰਗਜ਼ੇਬ ਆਪਣੀ ਤੁਅੱਸਬੀ ਨੀਤੀ ਨੂੰ ਅਗਾਂਹ ਤੋਰਨ ਲਈ ਕੱਢਦਾ ਰਿਹਾ। ਹਿੰਦੂਆਂ ਦੇ ਧਰਮ ਅਸਥਾਨਾਂ ਨੂੰ ਛੇੜਨ ਤੋਂ ਪਹਿਲਾਂ ਔਰੰਗਜ਼ੇਬ ਨੇ ਹਿੰਦੂਆਂ ਲਈ ਆਰਥਿਕ ਔਕੜਾਂ ਪੈਦਾ ਕਰ ਦਿੱਤੀਆਂ। ਤਖ਼ਤ ਨਸ਼ੀਨੀ ਦੇ 8ਵੇਂ ਸਾਲ ਹਿੰਦੂਆਂ ਦੀ ਮਹਿਸੂਲ ਚੁੰਗੀ ਦੂਣੀ ਅਤੇ ਮੁਸਲਮਾਨਾਂ ਦੀ ਅੱਧੀ ਕਰ ਦਿੱਤੀ। 1667 ਨੂੰ ਮੁਸਲਮਾਨ ਵਪਾਰੀਆਂ ਲਈ ਚੁੰਗੀ ਬਿਲਕੁਲ ਹੀ ਹਟਾ ਦਿੱਤੀ ਗਈ। ਹਿੰਦੂ ਜ਼ਿਆਦਾਤਰ ਮਾਲ ਮਹਿਕਮੇ ਵਿੱਚ ਨੌਕਰ ਸਨ। ਔਰੰਗਜ਼ੇਬ ਨੇ ਹੁਕਮ ਜਾਰੀ ਕਰਕੇ ਮਾਲ ਮਹਿਕਮੇ ਦੀਆਂ ਸਾਰੀਆਂ ਹੀ ਥਾਵਾਂ ਮੁਸਲਮਾਨਾਂ ਲਈ ਰਾਖਵੀਆਂ ਕਰ ਦਿੱਤੀਆਂ ਅਤੇ ਐਲਾਨ ਕੀਤਾ ਕਿ ਜੋ ਹਿੰਦੂ ਮੁਸਲਮਾਨ ਬਣੇਗਾ ਉਸੇ ਨੂੰ ਹੀ ਮਾਲ ਦਾ ਕੰਮ ਮਿਲੇਗਾ। 1669 ਨੂੰ ਉਸ ਪੱਕਾ ਮਨ ਬਣਾ ਲਿਆ ਕਿ ਤਬਲੀਗ ਦੇ ਕੰਮ ਨੂੰ ਜਥੇਬੰਦਕ ਤੌਰ ਤੇ ਕਰਨ ਦੀ ਲੋੜ ਹੈ। ਮੁਆਸਰੇ ਆਲਮਗੀਰੀ ਦੇ ਲਿਖਾਰੀ ਮੁਹੰਮਦ ਸਾਕੀ ਮੁਸਤਦ ਖਾਨ ਨੇ ਲਿਖਿਆ ਹੈ ਕਿ ਤਖ਼ਤ ਨਸ਼ੀਨੀ ਦੇ 12ਵੇਂ ਸਾਲ 1669 ਨੂੰ ਔਰੰਗਜ਼ੇਬ ਨੂੰ ਪਤਾ ਲੱਗਾ ਕਿ ਸੂਬਾ ਠੱਠਾ, ਮੁਲਤਾਨ ਅਤੇ ਹੋਰ ਥਾਵਾਂ ਤੇ ਖਾਸ ਕਰ ਬਨਾਰਸ ਵਿੱਚ ਬ੍ਰਾਹਮਣਾਂ ਨੇ ਪਾਠਸ਼ਾਲਾ ਕਾਇਮ ਕੀਤੀਆਂ ਹੋਈਆਂ ਹਨ ਜਿੱਥੇ ਝੂਠੀਆਂ ਪੋਥੀਆਂ ਦੇ ਪੜ੍ਹਾਉਣ ਅਤੇ ਸਿਖਾਉਣ ਵਿੱਚ ਬ੍ਰਾਹਮਣ ਰੁੱਝੇ ਹੋਏ ਹਨ। ਹਿੰਦੂ ਅਤੇ ਮੁਸਲਮਾਨ ਵਿਦਿਆਰਥੀ ਦੂਰ-ਦੂਰ ਅਸਥਾਨਾਂ ਤੋਂ ਪੈਂਡਾ ਮਾਰ ਇਹ ਵਿੱਦਿਆ ਪ੍ਰਾਪਤ ਕਰਨ ਲਈ ਆਉਂਦੇ ਸਨ। ਬਾਦਸ਼ਾਹ ਨੇ ਸਾਰੇ ਹੀ ਸੂਬਿਆਂ ਦੇ ਨਾਜ਼ਮਾਂ ਦੇ ਨਾਮ ਫਰਮਾਨ ਜਾਰੀ ਕੀਤਾ ਕਿ ਇਹ ਸਭ ਪਾਠਸ਼ਾਲਾ ਢਾਹ ਦਿੱਤੀਆਂ ਜਾਣ ਅਤੇ ਇਹਨਾਂ ਇਲਮਾਂ ਦੀ ਪੜ੍ਹਾਈ, ਸਿਖਲਾਈ ਅਤੇ ਲਿਖਾਈ ਦੀ ਮਨਾਹੀ ਕਰ ਦਿੱਤੀ ਜਾਏ। ਝਰੋਖੇ ਵਿੱਚ ਬੈਠ ਪਹਿਲੇ ਬਾਦਸ਼ਾਹ ਆਪਣੀ ਪਰਜਾ ਨੂੰ ਦਰਸ਼ਨ ਦਿੰਦੇ ਸਨ। ਨਵ ਰੋਜ਼ ਵਾਲੇ ਦਿਹਾੜੇ ਤੋਹਫੇ ਲੈਂਦੇ ਸਨ ਅਤੇ ਜਨਮ ਦਿਨ ਤੇ ਤੁਲਾ ਦਾਨ ਵੀ ਹੁੰਦਾ ਸੀ। ਔਰੰਗਜ਼ੇਬ ਨੇ
ਸਾਰੀਆਂ ਰਸਮਾਂ ਦੀ ਮਨਾਹੀ ਕਰ ਦਿੱਤੀ, ਕਿਉਂਕਿ ਉਹ ਸਮਝਦਾ ਸੀ ਕਿ ਇਸ ਪਿੱਛੇ ਪੂਜਾ ਦਾ ਸਿਧਾਂਤ ਹੈ ਤੇ ਬੁੱਤ ਪ੍ਰਸਤੀ ਨੂੰ ਬੜਾਵਾ ਮਿਲਦਾ ਹੈ। ਅਗਸਤ 1669 ਨੂੰ ਬਨਾਰਸ ਦਾ ਪ੍ਰਸਿੱਧ ਮੰਦਰ ਵਿਸ਼ਵਾਨਾਥ ਵੀ ਢਵਾ ਦਿੱਤਾ ਗਿਆ ਅਤੇ ਉੱਥੇ ਮਸੀਤ ਬਣਾਉਣ ਦਾ ਹੁਕਮ ਦਿੱਤਾ। ਗੋਪੀਨਾਥ ਦਾ ਮੰਦਰ ਵੀ ਨਾ ਰਹਿਣ ਦਿੱਤਾ ਗਿਆ। ਅਗਲੇ ਸਾਲ 1670 ਈਸਵੀ ਵਿੱਚ ਰਮਜ਼ਾਨ ਦੇ ਮਹੀਨੇ ਆਪਣੇ ਆਪ ਨੂੰ ਸ਼ਰ੍ਹਾ ਦੇ ਮੁਹਾਜ਼ਬ ਹੋਣ ਦਾ ਐਲਾਨ ਕੀਤਾ ਅਤੇ ਇਸ ਦੇ ਪ੍ਰਗਟਾਵੇ ਲਈ ਹੁਕਮ ਇਲਾਹੀ ਦਰਸਾ ਕੇ ਕਿ ਬੁੱਤਖਾਨੇ ਨਹੀਂ ਰਹਿਣੇ ਚਾਹੀਦੇ, ਮਥੁਰਾ ਦੇ ਵੱਡੇ ਮੰਦਰ ਨੂੰ ਢਾਹੁਣ ਦਾ ਹੁਕਮ ਦਿੱਤਾ। ਮੁਆਸਰੇ ਆਲਮਗੀਰੀ ਦੇ ਸ਼ਬਦਾਂ ਵਿੱਚ, ਇਹ ਬੁੱਤਖਾਨਾ ਜੋ ਇੱਕ ਆਲੀਸ਼ਾਨ ਅਤੇ ਮਜ਼ਬੂਤ ਇਮਾਰਤ ਸੀ, ਹਕੂਮਤ ਦੇ ਕਰਮਚਾਰੀਆਂ ਦੀ ਹਿੰਮਤ ਅਤੇ ਕੋਸ਼ਿਸ਼ ਸਦਕਾ ਝੱਟ ਹੀ ਜ਼ਮੀਨ ਬਰਾਬਰ ਕਰ ਦਿੱਤਾ ਅਤੇ ਉਸ ਦੀ ਥਾਂ ਵੱਡੀ ਰਕਮ ਖਰਚ ਕੇ ਇੱਕ ਮਸੀਤ ਦੀ ਬੁਨਿਆਦ ਰੱਖੀ। ਇਹ ਬੁੱਤਖਾਨਾ ਨਾਰਸਿੰਘ ਬੰਦੇਲਾ ਨੇ ਉਸਾਰਿਆ ਸੀ। ਇਸ ਆਦਮੀ ਨੇ ਸ਼ੇਖ ਅਬੂ ਅਲ ਫਜ਼ਲ ਨੂੰ ਕਤਲ ਕਰਨ ਵਿੱਚ ਬੜੀ ਹੁਸ਼ਿਆਰੀ ਤੋਂ ਕੰਮ ਲਿਆ ਸੀ ਅਤੇ ਜਹਾਂਗੀਰ ਦੇ ਦਿਲ ਵਿੱਚ ਥਾਂ ਬਣਾ ਲਈ ਸੀ। ਜਹਾਂਗੀਰ ਕੋਲੋਂ ਇਜਾਜ਼ਤ ਲੈ ਕੇ 33 ਲੱਖ ਰੁਪਏ ਦੀ ਲਾਗਤ ਨਾਲ ਇਹ ਮੰਦਰ ਬਣਾਇਆ ਸੀ, ਜਿਸ ਨੂੰ ਦੇਖ ਕੇ ਲੋਕੀ ਮੂੰਹ ਵਿੱਚ ਉਂਗਲੀਆਂ ਪਾਉਂਦੇ ਸਨ। ਹੁਣ ਉਸ ਨੂੰ ਢਹਿ ਢੇਰੀ ਕਰ ਦਿੱਤਾ ਗਿਆ। ਇਸ ਮੰਦਰ ਦੇ ਸਾਰੇ ਨਿੱਕੇ ਵੱਡੇ ਬੁੱਤ ਅਤੇ ਮੂਰਤੀਆਂ ਆਗਰਾ ਲਿਆ ਕੇ ਨਵਾਬ ਕੁਦਸੀਆਂ ਬੇਗਮ ਦੀ ਬਣਾਈ ਮਸੀਤ ਦੀਆਂ ਪੌੜੀਆਂ ਹੇਠਾਂ ਦਬਾ ਦਿੱਤੀਆਂ ਗਈਆਂ। ਮਥੁਰਾ ਦਾ ਨਾਮ ਵੀ ਬਦਲ ਕੇ ਇਸਲਾਮਾਬਾਦ ਬੋਲਿਆ ਜਾਣ ਲੱਗਾ ਅਤੇ ਲਿਖਣਾ ਵੀ ਆਰੰਭ ਹੋ ਗਿਆ। ਆਦਾਬ ਅਤੇ ਸਲਾਮ ਵਿੱਚ ਵੀ ਤਬਦੀਲੀ ਦਾ ਹੁਕਮ ਦਿੱਤਾ ਗਿਆ। ਪਹਿਲਾਂ ਮੁਸਲਮਾਨ ਵੀ ਹਿੰਦੂ ਮਰਿਆਦਾ ਅਨੁਸਾਰ ਸਿਰ ਤੇ ਹੱਥ ਰੱਖ ਕੇ ਝੁਕਦੇ ਸਨ। ਹੁਣ ਇਸੇ ਸਾਲ ਇਹ ਫਰਮਾਨ ਜਾਰੀ ਕੀਤਾ ਗਿਆ ਕਿ ਇਸ ਤਰ੍ਹਾਂ ਨਾ ਝੁਕਿਆ ਜਾਏ, ਕਿਉਂਕਿ ਇਸ ਵਿੱਚੋਂ ਹਿੰਦੂਅਤ ਝਲਕਦੀ ਹੈ। ਸਿੱਧੀ ਹੀ ਸਲਾਮ ਕੀਤੀ ਜਾਏ। ਇਹ ਵੀ ਫਰਮਾਨ ਜਾਰੀ ਕੀਤਾ ਗਿਆ ਕਿ ਪਿਛਲੇ 10 ਸਾਲਾਂ ਵਿੱਚ ਜੋ ਵੀ ਮੰਦਰ ਬਣੇ ਹਨ, ਭਾਵੇਂ ਉਹ ਮਿੱਟੀ ਦੇ ਹਨ ਜਾਂ ਪੱਥਰ ਦੇ, ਢਾਹ ਢੇਰੀ ਕਰ ਦਿੱਤੇ ਜਾਣ। ਸਾਰੀਆਂ ਤਹਿਸੀਲਾਂ ਅਤੇ ਨਗਰਾਂ ਵਿੱਚ ਜੋ ਖਾਸ ਨਾਜ਼ਿਮ ਨਿਯੁਕਤ ਕੀਤੇ, ਉਹਨਾਂ ਦੀ ਕਾਰਜ ਸੂਚੀ ਵਿੱਚ ਇੱਕ ਫਰਜ਼ ਇਹ ਲਿਖਿਆ ਗਿਆ ਕਿ ਉਸ ਦੇ ਇਲਾਕੇ ਵਿੱਚ ਕੋਈ ਮੰਦਰ ਨਹੀਂ ਰਹਿਣ ਦਿੱਤਾ ਜਾਏਗਾ। ਇਹ ਨਿਯਤ ਕੀਤੇ ਖਾਸ ਨਾਜ਼ਿਮਾਂ ਦੀ ਗਿਣਤੀ ਇਤਨੀ ਜ਼ਿਆਦਾ ਸੀ ਕਿ ਉਹਨਾਂ ਦੇ ਕੰਮ ਦੀ ਦੇਖ ਰੇਖ ਲਈ ਇੱਕ ਸਰਬਰਾਹ ਵੀ ਨਿਯੁਕਤ ਕੀਤਾ ਗਿਆ। ਫਿਰ 1672 ਈਸਵੀ ਵਿੱਚ ਇਹ ਮੰਦਰ ਢਾਹੁਣ ਦੇ ਕੰਮ ਨੂੰ ਛੇਤੀ ਪੂਰੀਆਂ ਕਰਨ ਲਈ ਥਾਣੇਦਾਰਾਂ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਿਪਾਹੀ ਲੈ ਕੇ ਪਰਗਣੇ ਦੇ ਸਾਰੇ ਮੰਦਰ ਢਵਾ ਕੇ ਇਤਲਾਹ ਦੇਣ। ਉਜੈਨ ਵਿੱਚ ਵੀ ਵਜ਼ੀਰ ਖਾਨ ਨਵਾਬ ਨੇ 400 ਫੌਜੀ ਸਿਪਾਹੀ ਗਦਾ ਖਾਨ ਨਾਂ ਦੇ ਇੱਕ ਗੁਲਾਮ ਦੀ ਅਗਵਾਈ ਹੇਠ ਭੇਜ ਵੱਡਾ ਮੰਦਰ ਢਹਾਇਆ। ਪੁਜਾਰੀ ਕਤਲ ਕੀਤਾ ਅਤੇ ਮੂਰਤੀ ਦੀ ਰੱਜ ਕੇ ਬੇਅਦਬੀ ਕੀਤੀ। ਅਜਮੇਰ ਅਤੇ ਬੰਗਾਲ ਦੇ ਮੰਦਰ ਵੀ ਢਾਹੇ। ਖਾਫੀ ਖਾਨ ਨੇ ਲਿਖਿਆ ਹੈ, ਔਰੰਗਜ਼ੇਬ ਨੇ ਮਸੰਦਾਂ ਨੂੰ ਜੋ ਗੁਰਾਹੀ ਕਰਕੇ ਗੁਰੂ ਦਰਬਾਰ ਭੇਜਦੇ ਸਨ ਦੀ ਵੀ ਮਨਾਹੀ ਕੀਤੀ ਅਤੇ ਕਈ ਮੰਦਰਾਂ ਨੂੰ ਨਗਰੋਂ ਬਾਹਰ ਵੀ ਕੱਢਿਆ ਅਤੇ ਸਜ਼ਾਵਾਂ ਵੀ ਦਿੱਤੀਆਂ। ਰਾਗ ਦੀ ਵੀ ਉਸ ਮਨਾਹੀ ਕਰ ਦਿੱਤੀ ਅਤੇ ਗਸ਼ਤੀ ਫੌਜ ਘਰ ਘਰ ਜਾ ਸਾਜ਼ ਖੋਹ ਕੇ ਸਾਜ਼ੰਦੀਆਂ ਨੂੰ ਪਕੜ ਲਿਆਉਂਦੀ। ਰਾਗ ਨੂੰ ਔਰੰਗਜ਼ੇਬ ਇਸਲਾਮੀ ਸ਼ਰ੍ਹਾ ਦੇ ਉਲਟ ਸਮਝਦਾ ਸੀ। ਸ਼ਾਹੀ ਜੋਤਿਸ਼ੀਆਂ ਨੂੰ ਵੀ ਉਸ ਹਟਾ ਦਿੱਤਾ ਅਤੇ ਜੋਤਿਸ਼ ਲਗਾਉਣ ਦੀ ਮਨਾਹੀ ਕਰ ਦਿੱਤੀ। ਦਾਹੜੇ ਦੀ ਲੰਬਾਈ ਵੀ ਨਿਯਤ ਕਰ ਦਿੱਤੀ ਅਤੇ ਉਸ ਤੋਂ ਵੱਧ ਰੱਖਣ ਵਾਲੇ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ। ਬੁੱਤ ਪ੍ਰਸਤੀ ਦਾ ਖੁਰਾ ਖੋਜ ਮਿਟਾਉਣ ਲਈ ਉਸ ਨੇ ਮਿੱਟੀ ਦੇ ਖਿਡੌਣੇ ਤੱਕ ਨਾ ਬਣਾਉਣ ਦਾ ਫਰਮਾਨ ਜਾਰੀ ਕੀਤਾ। ਔਰੰਗਜ਼ੇਬ ਦਾ ਕਹਿਣਾ ਸੀ ਕਿ ਮਿੱਟੀ ਦੇ ਖਿਡੌਣਿਆਂ ਤੋਂ ਵੀ ਬੁੱਤ ਪ੍ਰਸਤੀ ਨੂੰ ਵਾਧਾ ਮਿਲਦਾ ਹੈ। ਫਿਰ ਇਹ ਹੁਕਮ ਵੀ ਜਾਰੀ ਕੀਤਾ ਕਿ ਜੇ ਕੋਈ ਇਸਲਾਮ ਦੀ ਸਿੱਖਿਆ ਦੇ ਕਿਸੇ ਅੰਗ ਤੇ ਵੀ ਕਿੰਤੂ ਕਰੇਗਾ ਜਾਂ ਬਹਿਸ ਕਰੇਗਾ, ਉਸ ਨੂੰ ਕਰੜੀ ਸਜ਼ਾ ਦਿੱਤੀ ਜਾਏਗੀ। ਇੰਦੂ ਭੂਸ਼ਣ ਬੈਨਰਜੀ ਇਹਨਾਂ ਹੁਕਮਾਂ ਬਾਰੇ ਰਾਏ ਦਿੰਦੇ ਹੋਏ ਲਿਖਦਾ ਹੈ ਕਿ ਔਰੰਗਜ਼ੇਬ ਦੀ ਮਨਸ਼ਾ ਸੁੰਨੀ ਰਾਜ ਕਾਇਮ ਕਰਨ ਦੀ ਸੀ, ਜਿੱਥੇ ਮੰਤਵ ਦੀ ਪੂਰਤੀ ਲਈ ਉਸ ਨੇ ਹਰ ਜਾਇਜ਼ ਅਤੇ ਨਜਾਇਜ਼ ਵਸੀਲਾ ਵਰਤਿਆ। ਉਸ ਦੀ ਪਾਲਿਸੀ ਨੇ ਸਾਰੇ ਮੁਲਕ ਵਿੱਚ ਇੱਕ ਤੂਫਾਨ ਖੜਾ ਕਰ ਦਿੱਤਾ। ਇਹ ਸੋਚਣਾ ਇੱਕ ਭੁੱਲ ਹੈ ਕਿ ਗੁਰੂ ਤੇਗ ਬਹਾਦਰ ਜੀ ਇਸ ਉੱਠਦੇ ਤੂਫਾਨ ਤੋਂ ਅਣਭਿੱਜ ਰਹੇ। ਉਹ ਸਭ ਕੁਝ ਦੇਖ ਰਹੇ ਸਨ ਅਤੇ ਇਸੇ ਕਾਰਨ ਕਈ ਵਾਰੀ ਸੰਗਤ ਵਿੱਚ ਬੈਠਿਆਂ ਹੀ ਐਸੇ ਬਚਨ ਬੋਲਦੇ ਸਨ ਕਿ ਮੇਰਾ ਪ੍ਰਯੋਜਨ ਸੀਸ ਸਾਥ ਕੁਛ ਨਹੀਂ, ਮਨ ਹਮਾਰਾ ਅਵਰ ਸੰਕਲਪ ਮੇਂ ਖੇਲਤਾ ਹੈ। ਜਾਦੂਨਾਥ ਸਰਕਾਰ ਵੀ ਲਿਖਦਾ ਹੈ ਕਿ ਔਰੰਗਜ਼ੇਬ ਨੇ ਇੱਕ ਪੂਰੀ ਪਲਾਨ ਬਣਾਈ ਹੋਈ ਸੀ ਅਤੇ ਉਹ ਉਸ ਤੇ ਚੱਲ ਰਿਹਾ ਸੀ। ਬੁੱਤ ਪ੍ਰਸਤਾਂ ਅਤੇ ਗੈਰ ਮੁਸਲਮਾਨਾਂ ਨੂੰ ਹਟਾਉਣਾ ਉਸ ਮੰਤਵ ਸਾਧ ਲਿਆ ਸੀ। ਇਸ ਕਾਰਜ ਲਈ ਉਸ ਵੱਖਰਾ ਮਹਿਕਮਾ ਬਣਾਇਆ। ਲਤੀਫ ਨੇ ਵੀ ਇਹ ਹੀ ਲਿਖਿਆ ਕਿ ਔਰੰਗਜ਼ੇਬ ਨੇ ਫੈਸਲਾ ਕੀਤਾ ਕਿ ਹਿੰਦੁਸਤਾਨ ਦਾ ਅੱਗੇ ਤੋਂ ਇੱਕ ਹੀ ਧਰਮ ਹੋਵੇਗਾ ਅਤੇ ਸਾਰੇ ਮੁਹੰਮਦ ਅਤੇ ਅੱਲਾਹ ਤੇ ਵਿਸ਼ਵਾਸ ਲਿਆਉਣ। ਇਸ ਕਾਰਜ ਦੀ ਪੂਰਤੀ ਲਈ ਉਸ ਨਵਾਬਾਂ, ਨਾਜ਼ਮਾਂ ਅਤੇ ਅਲੰਕਾਰਾਂ ਨੂੰ ਪੂਰੇ ਅਤੇ ਉਚੇਚੇ ਅਧਿਕਾਰ ਦਿੱਤੇ ਕਿ ਉਹ ਬੁੱਤਾਂ
ਦੇ ਧਰਮ ਨੂੰ ਤੋੜ ਕੇ ਇਸਲਾਮ ਫੈਲਾਉਣ। ਬਾਦਸ਼ਾਹ ਨੇ ਮਲਾਣਿਆਂ ਦਾ ਇੱਕ ਜੱਥਾ ਵੀ ਨਿਯਤ ਕੀਤਾ। ਉਹਨਾਂ ਮਲਾਣਿਆਂ ਨਾਲ ਘੋੜ ਚੜੇ ਸਵਾਰ ਹੁੰਦੇ ਜੋ ਥਾਂ ਥਾਂ ਜਾ ਕੇ ਹਿੰਦੂਆਂ ਦੇ ਮੰਦਰ ਤੋੜਦੇ ਅਤੇ ਜ਼ਬਰਦਸਤੀ ਇਸਲਾਮ ਵਿੱਚ ਲਿਆਉਂਦੇ। ਮੇਲਿਆਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ। ਐਸੇ ਫਰਮਾਨ ਵੀ ਜਾਰੀ ਕੀਤੇ ਗਏ ਕਿ ਕਿਸੇ ਹਿੰਦੂ ਨੂੰ ਕਿਸੇ ਵੀ ਅਸਾਮੀ ਤੇ ਨੌਕਰੀ ਨਾ ਰੱਖਿਆ ਜਾਏ ਅਤੇ ਜਿੱਥੋਂ ਤੱਕ ਹੋ ਸਕੇ ਪੁਰਾਣਿਆਂ ਨੂੰ ਹਟਾ ਕੇ ਨਵੇਂ ਮੁਸਲਮਾਨ ਭਰਤੀ ਕੀਤੇ ਜਾਣ। ਸਾਰੇ ਮੁਲਾਜ਼ਮਾਂ ਲਈ ਉਸ ਹਦਾਇਤ ਭੇਜੀ ਕਿ ਜਾਂ ਤਾਂ ਉਹ ਨਿਯਤ ਤਾਰੀਖ ਤੱਕ ਇਸਲਾਮ ਅਪਣਾ ਲੈਣ ਜਾਂ ਉਹਨਾਂ ਨੂੰ ਨੌਕਰੀ ਛੱਡਣੀ ਪਵੇਗੀ। ਬੇਅੰਤ ਜੋਗੀਆਂ, ਸੰਨਿਆਸੀਆਂ, ਸੂਫੀਆਂ ਅਤੇ ਖੁੱਲ੍ਹੇ ਖਿਆਲਾਂ ਵਾਲਿਆਂ ਨੂੰ ਕਤਲ ਕੀਤਾ। ਦੇਸ਼ ਨਿਕਾਲੇ ਦਿੱਤੇ ਅਤੇ ਸਜ਼ਾਵਾਂ ਦਿੱਤੀਆਂ। ਮਨੂਕੀ ਨੇ ਲਿਖਿਆ ਹੈ ਕਿ ਇਹਨਾਂ ਸਖਤੀਆਂ ਦਾ ਅਸਰ ਇਹ ਹੋਇਆ ਕਿ ਬੇਅੰਤ ਹਿੰਦੂ ਟੈਕਸਾਂ ਦੇ ਬੋਝ ਅਤੇ ਆਤਾਬਾਂ ਤੋਂ ਬਚਣ ਲਈ ਧਰਮ ਛੱਡ ਕੇ ਮੁਸਲਮਾਨ ਬਣ ਗਏ। ਔਰੰਗਜ਼ੇਬ ਨੇ ਖੁਸ਼ੀ ਮਨਾਈ। ਲਤੀਫ ਨੇ ਇੱਕ ਹੋਰ ਗੱਲ ਵੀ ਲਿਖੀ ਹੈ ਕਿ ਔਰੰਗਜ਼ੇਬ ਨੇ ਸੈਂਕੜੇ ਬ੍ਰਾਹਮਣਾਂ ਨੂੰ ਬੰਦੀ ਵਿੱਚ ਪਾ ਦਿੱਤਾ। ਉਹਨਾਂ ਨੂੰ ਤਸੀਹੇ ਦਿੱਤੇ ਗਏ ਕਿ ਉਹ ਇਸਲਾਮ ਕਬੂਲ ਕਰ ਲੈਣ। ਉਹ ਸਮਝਦਾ ਸੀ ਕਿ ਬ੍ਰਾਹਮਣਾਂ ਦੇ ਇਸਲਾਮ ਵਿੱਚ ਆਉਣ ਤੇ ਤਬਲੀਗ ਦਾ ਕੰਮ ਸਹਿਲਾ ਹੋ ਜਾਏਗਾ। ਦੇਖਦੇ ਦੇਖਦੇ ਕਈ ਬਗਾਵਤਾਂ ਵੀ ਹੋਈਆਂ। ਗੋਕਲ ਦੀ ਅਗਵਾਈ ਹੇਠਾਂ ਮਥੁਰਾ ਦੀ ਬਗਾਵਤ ਹੋਈ। 1670 ਈਸਵੀ ਵਿੱਚ ਸਤਨਾਮੀਆਂ ਨੇ ਨਾਰ ਲਾਉਣ ਵਿੱਚ ਸਿਰ ਚੁੱਕਿਆ। ਮੁਆਸਰੇ ਆਲਮਗੀਰੀ ਵਾਲਾ ਭਾਵੇਂ ਲਾ ਕੇ ਲਿਖਦਾ ਹੈ ਕਿ ਸਤਨਾਮੀ ਜ਼ਿਆਦਾਤਰ ਨੀਵੀਆਂ ਜਾਤਾਂ ਦੇ ਸਨ, ਪਰ ਇਹ ਸੱਚਾਈ ਹੈ ਕਿ ਬਗਾਵਤ ਦੇ ਝੰਡੇ ਉੱਠ ਰਹੇ ਸਨ। ਔਰੰਗਜ਼ੇਬ ਨੇ 1674 ਈਸਵੀ ਦੇ ਸ਼ੁਰੂ ਵਿੱਚ ਫੈਸਲਾ ਕੀਤਾ ਕਿ ਗੈਰ ਮੁਸਲਮਾਨਾਂ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਉਣਾ ਇੱਕ ਸਿਰੇ ਤੋਂ ਆਰੰਭ ਕਰਨਾ ਚਾਹੀਦਾ ਹੈ। ਸਿਰਾ ਵੀ ਉਹ ਹੋਵੇ ਜਿਸ ਦੇ ਕਾਬੂ ਆਉਣ ਨਾਲ ਬਾਕੀ ਆਪੇ ਖਿੱਚੇ ਆਉਣ। ਇਸ ਲਈ ਉਸਨੇ ਕਸ਼ਮੀਰ ਚੁਣਿਆ। ਭਾਈ ਮਣੀ ਸਿੰਘ ਜੀ ਨੇ ਲਿਖਿਆ ਹੈ, ਏਕ ਦਿਨ ਏਸ ਵਿਚਾਰਿਆ, ਇਹ ਬ੍ਰਾਹਮਣ ਜੋ ਹਨ ਹਿੰਦੂਆਂ ਨੂੰ ਵਿਦਿਆ ਦਿੰਦੇ ਹਨ। ਜੇ ਪਹਿਲਾਂ ਇਹਨਾਂ ਨੂੰ ਦੀਨ ਵਿੱਚ ਲਿਆਵਾਂ ਤਾਂ ਸਭ ਹਿੰਦੂ ਧਰਮ ਤੋਂ ਹੀਣ ਹੋਏ ਆਪੇ ਮੇਰੇ ਮਜ਼ਹਬ ਵਿੱਚ ਆਵਣਗੇ। ਬ੍ਰਾਹਮਣਾਂ ਬਹੁਤਿਆਂ ਨੂੰ ਪਕੜ ਕੇ ਲੱਗਾ ਮੁਸਲਮਾਨ ਕਰਨ। ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਹੀ ਲਿਖਿਆ ਹੈ ਕਿ ਔਰੰਗਜ਼ੇਬ ਨੇ ਸੋਚਿਆ ਕਿ ਮੁਹੰਮਦ ਸਾਹਿਬ ਪੱਛਮ ਵੱਲ ਹੋਏ ਹਨ ਅਤੇ ਹਿੰਦੂ ਪਹਿਲਾਂ ਹੀ ਕਮਜ਼ੋਰ ਹੋ ਚੁੱਕੇ ਹਨ ਅਤੇ ਮੁਸਲਮਾਨ ਬਹੁਤ ਜ਼ੋਰ ਵਾਲੇ ਹਨ। ਉਸ ਪਾਸੇ ਦੇ ਹਿੰਦੂਆਂ ਨੂੰ ਮੁਸਲਮਾਨ ਕਰਨਾ ਆਸਾਨ ਹੈ। ਮੈਕਾਲਫ ਲਿਖਦਾ ਹੈ ਕਿ ਕਸ਼ਮੀਰ ਚੁਣਨ ਦੇ ਕਈ ਕਾਰਨ ਸਨ। ਪਹਿਲਾ ਇਹ ਕਿ ਕਸ਼ਮੀਰੀ ਪੰਡਤ ਵਿਦਵਾਨ ਕਰਕੇ ਪ੍ਰਸਿੱਧ ਸਨ। ਔਰੰਗਜ਼ੇਬ ਨੇ ਸੋਚਿਆ ਕਿ ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਬਾਕੀ ਅਨਪੜ੍ਹ ਅਤੇ ਮੂੜ ਜਨਤਾ ਨੂੰ ਇਸਲਾਮ ਵਿੱਚ ਲਿਆਉਣਾ ਆਸਾਨ ਹੋ ਜਾਏਗਾ। ਕੁਝ ਤਾਂ ਡਰ ਕੇ ਇਸਲਾਮ ਕਬੂਲ ਕਰ ਲੈਣਗੇ ਅਤੇ ਬਾਕੀਆਂ ਨੂੰ ਪ੍ਰੇਰਿਆ ਜਾ ਸਕੇਗਾ। ਦੂਜੇ, ਕਸ਼ਮੀਰ ਦੇ ਨੇੜੇ ਹੀ ਪੇਸ਼ਾਵਰ ਅਤੇ ਕਾਬਲ ਹਨ। ਜੇ ਕਸ਼ਮੀਰੀ ਇਸਲਾਮ ਧਾਰਨ ਕਰਨ ਵਿੱਚ ਅੜਨਗੇ ਤਾਂ ਜਹਾਦ ਦਾ ਝੰਡਾ ਕਬਾਇਲੀਆਂ ਕੋਲੋਂ ਉਠਵਾ ਕੇ ਹੱਲਾ ਬੋਲ ਦਿੱਤਾ ਜਾਏਗਾ। ਤੀਜੇ, ਕਸ਼ਮੀਰ ਦੇ ਮੁਸਲਮਾਨ ਹੋਣ ਨਾਲ ਪ੍ਰਭਾਵ ਦਾ ਖੇਤਰ ਵੱਧ ਜਾਏਗਾ। ਕਸ਼ਮੀਰ ਦੀਆਂ ਹੱਦਾਂ ਕਈ ਬਾਹਰਲੇ ਮੁਲਕਾਂ ਨਾਲ ਜਾ ਲੱਗਦੀਆਂ ਹਨ। ਚੌਥੇ, ਕਸ਼ਮੀਰ ਦੇ ਪੰਡਿਤ ਪੂਜਾ ਤੇ ਪਲਣ ਵਾਲੇ ਸਨ, ਸੋ ਲਾਲਚ ਦੇ ਕੇ ਬ੍ਰਾਹਮਣਾਂ ਤੇ ਪੰਡਤਾਂ ਨੂੰ ਖਿੱਚਿਆ ਜਾ ਸਕੇਗਾ। ਗਿਆਨੀ ਗਿਆਨ ਸਿੰਘ ਜੀ ਨੇ ਇਸ ਸੰਬੰਧ ਵਿੱਚ ਲਿਖਿਆ ਹੈ, ਇਹ ਮੁਗਲ ਚੁਗੱਤਾ ਅਤੀ ਕੁਪੱਤਾ ਦਿੱਲੀ ਪਤਾ ਮਦਮਤਾ ਨਹਿ ਮਾਨਿਤ ਸੱਤਾ ਪ੍ਰਭੂ ਅਲਵੱਤਾ ਗਹੀ ਕੁਕਤਾ ਇਨੱਤਾ। ਮੁਗਲ ਬਾਦਸ਼ਾਹ ਹੰਕਾਰ ਵਿੱਚ ਮਸਤ ਹੈ, ਪ੍ਰਭੂ ਦੀ ਸ਼ਕਤੀ ਤੋਂ ਮੁਨਕਰ ਹੋ ਗਿਆ ਹੈ ਅਤੇ ਖੋਟੀ ਰੀਤੀ ਪਕੜ ਲਈ ਹੈ। ਚਾਹਤ ਹੈ ਕਰਨੀ ਸਗਰੀ ਧਰਨੀ ਦੀਨ ਸੁਵਰਨੀ ਤੁਕਰਾਨੀ ਅਤੇ ਇਸ ਮੰਤਵ ਦੀ ਪੂਰਤੀ ਲਈ ਮੰਦਰ ਸਭ ਗੇਰੇ ਦੇਵਣ ਕੇਰੇ ਬਿਨ ਹੀ ਦੇਰੇ ਅਭਿਮਾਨੀ ਅਤੇ ਕਿਛ ਲੋਭ ਦਿਖਾਏ ਜ਼ੁਲਮ ਕਰਾਏ ਤੁਰਕ ਬਣਾਏ ਬਹੁ ਹਿੰਦੂ ਬਹੁ ਤਗ ਲਹਾਵਤ ਤਿਲਕ ਚਟਾਵਤ ਅਤ ਸਤਾਵਤ ਤੁਰਕਿੰਦ। ਸੈਫ ਖਾਨ ਨੂੰ ਕਸ਼ਮੀਰ ਦੀ ਨਵਾਬੀ ਤੋਂ ਹਟਾਉਣ ਬਾਅਦ ਔਰੰਗਜ਼ੇਬ ਨੇ ਮਬਾਰਿਜ਼ ਖਾਨ ਨੂੰ ਗਵਰਨਰ ਬਣਾਇਆ, ਪਰ ਉਸ ਨੂੰ ਹਟਾ ਕੇ ਫਿਰ ਕੁਝ ਚਿਰ ਲਈ ਸੈਫ ਖਾਨ ਨੂੰ ਬੁਲਾਇਆ। ਪਰ ਸੈਫ ਖਾਨ ਉਸ ਦੇ ਸੱਚੇ ਵਿੱਚ ਢਲਣ ਵਾਲਾ ਨਹੀਂ ਸੀ। ਇਸ ਲਈ ਔਰੰਗਜ਼ੇਬ ਨੇ ਇਫਤਖਾਰ ਖਾਨ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਸਤੰਬਰ 1671 ਨੂੰ ਕਸ਼ਮੀਰ ਦਾ ਗਵਰਨਰ ਥਾਪਿਆ ਅਤੇ ਖਾਸ ਹਦਾਇਤਾਂ ਦਿੱਤੀਆਂ ਕਿ ਉਹ ਕਸ਼ਮੀਰੀ ਪੰਡਤਾਂ ਤੇ ਜ਼ੁਲਮ ਢਾਹ ਕੇ ਪ੍ਰੇਰ ਕੇ ਜਾਂ ਲਾਲਚ ਦਿਖਾ ਕੇ ਇਸਲਾਮ ਦੇ ਦਾਇਰੇ ਵਿੱਚ ਲਿਆਏ। ਸੂਰਜ ਪ੍ਰਕਾਸ਼ ਦੇ ਲਿਖਾਰੀ ਨੇ ਲਿਖਿਆ ਹੈ ਕਿ ਸ਼ੇਰ ਅਫਗਾਨ ਖਾਨ ਨੂੰ ਇਹ ਹਦਾਇਤ ਸੀ ਕਿ ਪਹਿਲਾਂ ਧਨ ਅਤੇ ਜ਼ਮੀਨ ਦਾ ਲਾਲਚ ਦਿਓ ਅਤੇ ਮਿੱਠੀ ਜ਼ੁਬਾਨ ਰੱਖ ਕੇ ਇਸਲਾਮ ਵੱਲ ਪ੍ਰੇਰੋ ਕਿ ਮੁਸਲਮਾਨ ਹੋ ਕੇ ਸੁੱਖ ਪਾਓਗੇ। ਜੇ ਇਸ ਤਰ੍ਹਾਂ ਨਾ ਮੰਨਣ ਤਾਂ ਜ਼ੋਰ ਤੇ ਜ਼ਬਰ ਦੀ ਵਰਤੋਂ ਕਰੋ। ਹਰ ਸੂਰਤ ਸ਼ਰਅ ਦਾ ਧਾਰਨੀ ਬਣਾਵੋ।
ਅਫਗਾਨ ਖਾਨ ਨੇ ਸਖਤੀ ਦਾ ਦੌਰ ਚਲਾ ਦਿੱਤਾ। ਪਹਿਲਾਂ ਪਿੰਡਾਂ 'ਤੇ ਵਾਰ ਕੀਤਾ, ਮੰਦਰਾਂ ਵਿੱਚ ਜਾਣ ਦੀ ਉਸ ਮਨਾਹੀ ਕਰ ਦਿੱਤੀ। ਮੇਲਿਆਂ 'ਤੇ ਪਾਬੰਦੀ ਅੱਗੇ ਹੀ ਲੱਗ ਚੁੱਕੀ ਸੀ। ਸ਼੍ਰੀ P.N. ਬਜਮਈ ਨੇ ਹਿਸਟਰੀ ਆਫ ਕਸ਼ਮੀਰ ਦੇ ਪੰਨਾ 544 'ਤੇ ਲਿਖਿਆ ਹੈ ਕਿ ਜਦ ਇਫਤਖਾਰ ਨੇ ਕਸ਼ਮੀਰ ਵਿੱਚ ਜ਼ੁਲਮਾਂ ਦੀ ਅੱਤ ਕਰਾ ਦਿੱਤੀ ਤਾਂ ਕੁਝ ਧਰਮੀ ਪੁਰਸ਼ ਪੰਡਿਤ ਰਲ ਬੈਠੇ ਅਤੇ ਅਮਰਨਾਥ ਦੀ ਯਾਤਰਾ 'ਤੇ ਗਏ ਕਿ ਹੁਣ ਸ਼ਿਵਜੀ ਨੂੰ ਹੀ ਪੁਕਾਰਿਆ ਜਾਵੇ ਕਿ ਉਹ ਆਪਣਾ ਤੀਜਾ ਨੇਤਰ ਖੋਲ੍ਹਣ। ਅਮਰਨਾਥ ਦੀ ਗੁਫਾ ਵਿੱਚ ਹੀ ਇੱਕ ਪੰਡਿਤ, ਜੋ ਕਿਰਪਾ ਰਾਮ ਜੀ ਸਨ, ਨੂੰ ਸੁਪਨੇ ਵਿੱਚ ਸ਼ਿਵਜੀ ਦੇ ਦਰਸ਼ਨ ਹੋਏ। ਉਹਨਾਂ ਕਿਹਾ ਕਿ ਪੰਜਾਬ ਵਿੱਚ ਸਿੱਖਾਂ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਕੋਲ ਜਾਓ ਅਤੇ ਉਹਨਾਂ ਨੂੰ ਬਾਹ ਪਕੜਨ ਦੀ ਬੇਨਤੀ ਕਰੋ ਕਿ ਹਿੰਦੂ ਧਰਮ ਦੀ ਰੱਖਿਆ ਕਰਨ। ਉਸਨੇ ਆਪਣੇ ਸੰਗੀਆਂ ਨੂੰ ਦੱਸਿਆ ਅਤੇ ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠਾਂ ਪੰਡਿਤ ਪੰਜਾਬ ਵੱਲ ਚੱਲ ਪਏ। ਪਹਿਲਾਂ ਉਹ ਸ਼੍ਰੀ ਅੰਮ੍ਰਿਤਸਰ ਆਏ, ਕਿਉਂਕਿ ਇਹ ਸਰੋਤ ਮਿਲੀ ਸੀ ਕਿ ਗੁਰੂ ਜੀ ਪੰਜਾਬ ਦੇ ਦੌਰੇ 'ਤੇ ਗਏ ਹੋਏ ਹਨ। ਉੱਥੋਂ ਪਤਾ ਲੱਗਾ ਕਿ ਮਹਾਰਾਜ ਜੀ ਆਨੰਦਪੁਰ ਹੀ ਹਨ ਅਤੇ ਸਭ ਆਨੰਦਪੁਰ ਵੱਲ ਚੱਲ ਪਏ। ਪੰਡਿਤ ਕਿਰਪਾ ਰਾਮ ਜੀ, ਜੋ ਕਸ਼ਮੀਰ ਨਿਵਾਸੀ ਸਨ ਅਤੇ ਸਾਹਿਬਜ਼ਾਦਾ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਦਿਆ ਵੀ ਦਿੰਦੇ ਰਹੇ ਸਨ, ਜਾਣਦੇ ਸਨ ਕਿ ਗੁਰੂ ਤੇਗ ਬਹਾਦਰ ਜੀ ਕਿਸ ਤਰ੍ਹਾਂ ਨਿਰਭਉ ਹੋਣ ਦਾ ਪ੍ਰਚਾਰ ਸਿੱਖਾਂ ਵਿੱਚ ਕਰ ਰਹੇ ਸਨ ਅਤੇ ਦੇਸ਼ ਦੀ ਦੀਨ ਦਸ਼ਾ ਸੁਣ ਕੇ ਕਈ ਵਾਰੀ ਉਪਾਅ ਕਰਨ ਦੀ ਵੀ ਸੋਚਦੇ ਸਨ। ਇਹ ਵੀ ਯਾਦ ਰਹੇ ਕਿ ਪੰਡਿਤ ਕਿਰਪਾ ਰਾਮ ਉਸੇ ਬ੍ਰਹਮਦਾਸ ਦਾ ਪੜਪੋਤਰਾ ਸੀ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦ੍ਰਿਸ਼ਟੀ ਬਖਸ਼ੀ ਸੀ। ਬ੍ਰਹਮਦਾਸ ਨੂੰ ਵਿੱਦਿਆ ਦਾ ਅਹੰਕਾਰ ਹੋ ਗਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਨੇ ਲੇਖੇ ਇੱਕ ਗੱਲ ਹੋਰ ਹਿਉਮੇ ਝਖਣਾ ਝਾਕ ਦਾ ਉਪਦੇਸ਼ ਦੇ ਕੇ ਅਸਲ ਗਿਆਨ ਦੀ ਸੋਝੀ ਦਿੱਤੀ ਸੀ ਅਤੇ ਸ਼ਬਦ ਦੇ ਲੜ ਲਗਾਇਆ ਸੀ। ਇਹ ਹੀ ਕਿਰਪਾ ਰਾਮ ਜੀ ਪਿੱਛੋਂ ਭਾਈ ਕੇਸਰ ਸਿੰਘ ਛਿੱਬਰ ਦੇ ਲਿਖੇ ਅਨੁਸਾਰ ਅੰਮ੍ਰਿਤ ਛਕ ਕਿਰਪਾ ਸਿੰਘ ਬਣ ਗਏ ਸਨ ਅਤੇ ਚਮਕੌਰ ਦੀ ਜੰਗ ਵਿੱਚ ਦਸੰਬਰ 1704 ਨੂੰ ਜੂਝਦੇ ਸ਼ਹੀਦ ਹੋਏ। ਜਦ ਪੰਡਿਤ ਗੁਰੂ ਦਰਬਾਰ ਹਾਜ਼ਰ ਹੋਏ ਤਾਂ ਪੰਡਿਤ ਕਿਰਪਾ ਰਾਮ ਨੇ ਬੇਨਤੀ ਆਰੰਭ ਕਰਦੇ ਕਿਹਾ, ਤਾਕਤ ਦੇ ਨਸ਼ੇ ਵਿੱਚ ਤੁਰਕ ਮਸਤੇ ਹੋਏ ਹਾਥੀ ਵਾਂਗ ਭੂਤਰੇ ਹੋਏ ਹਨ ਅਤੇ ਹਿੰਦੂ ਧਰਮ ਦੇ ਬ੍ਰਿਸ਼ ਨੂੰ ਜੜੋਂ ਉਖਾੜਨਾ ਚਾਹੁੰਦੇ ਹਨ। ਆਪ ਜਿਹੇ ਸ਼ੇਰ ਦੇ ਹੁੰਦਿਆਂ ਸਾਨੂੰ ਯਕੀਨ ਹੈ ਕਿ ਉਹ ਮੂੰਹ ਦਿਖਾਣਗੇ। ਫਿਰ ਹੱਥ ਜੋੜ ਕਿਹਾ, ਜਦ ਵੀ ਧਰਮ ਡੁੱਬਣ ਲੱਗੇ ਤਾਂ ਪ੍ਰਭੂ ਅਵਤਾਰ ਧਾਰਦਾ ਹੈ ਅਤੇ ਧਰਮੀਆਂ ਦੀ ਰੱਖਿਆ ਕਰਦਾ ਹੈ। ਗੱਲ ਜਾਰੀ ਰੱਖਦੇ ਹੋਏ ਕਿਹਾ, ਤੁਮ ਪਰਉਪਕਾਰੀ ਰੂਪ ਮੁਰਾਰੀ ਸ਼ਕਤੀ ਭਾਰੀ ਯਤੇਵਰੇ ਹਿਤ ਧਰਮ ਧੁਰਾਵਣ ਤੁਮਾਰਾ ਆਵਣ ਹੈਯੋ ਪਾਵਣ ਧਰਾਪਰੇ ਇਤਿਆਦਿਕ ਬਾਣੀ ਹਿੰਦੁਇਨ ਭਾਨੀ ਦੀਨ ਕਿਤਾਨੀ ਹੋਏ ਜਬੇ ਗੁਰੂ ਤੇਗ ਬਹਾਦਰ ਹਿੰਦੁਨ ਚਾਦਰ ਰੱਖਕ ਸਾਦਰ ਸੁਣਿਓ ਸਭੇ। ਤੁਸੀਂ ਪ੍ਰਭੂ ਦੇ ਅਵਤਾਰ ਹੋ, ਸਾਡੀ ਬਾਂਹ ਪਕੜੋ ਅਤੇ ਬੇੜੀ ਉੱਤੇ ਚਾੜ ਕੇ ਮਲਾਹ ਬਣ ਕੇ ਪਾਰ ਕਰੋ। ਸਿਰਫ ਤੁਹਾਡਾ ਹੀ ਆਸਰਾ ਹੈ, ਹਿੰਦੂਆਂ ਦੀ ਟੇਕ ਤੁਸੀਂ ਹੋ। ਜੇ ਤੁਸਾਂ ਬਾਂਹ ਨਾ ਪਕੜੀ ਤਾਂ ਜੱਗ ਵਿੱਚ ਇੱਕ ਵੀ ਹਿੰਦੂ ਨਹੀਂ ਦਿਸਣ ਲੱਗਾ। ਸੂਰਜ ਪ੍ਰਕਾਸ਼ ਦੇ ਹੀ ਸ਼ਬਦਾਂ ਵਿੱਚ ਏਕ ਆਸਰਾ ਆਪ ਗੁਸਾਈ ਗਹੋ ਬਾਹਾਂ ਡੂਬਤੀ ਸਭ ਜਾਈ ਨਿਜ ਕਰਨਾ ਤਰਨੀ ਬਰਤਰੋ ਕਰਨ ਧਾਰ ਬਣ ਪਰਹਿ ਕਰੋ ਰਾਖੋ ਅਬ ਹਿੰਦੁਨ ਕੀ ਟੇਕ ਨਾਹਿਤ ਜਗ ਮਹਿ ਰਹੇ ਨ ਏਕ। ਸ਼ਹੀਦ ਬਿਲਾਸ ਭਾਈ ਮਣੀ ਸਿੰਘ ਕਿਰਤ ਸੇਵਾ ਵਿੱਚ ਵੀ ਬ੍ਰਾਹਮਣਾਂ ਦੇ ਸ਼੍ਰੀ ਅਨੰਦਪੁਰ ਸਾਹਿਬ ਆਉਣ ਦਾ ਸਾਰ ਬਿਰਤਾਂਤ ਵਿਸਥਾਰ ਵਿੱਚ ਲਿਖਿਆ ਹੈ। ਸੇਵਾ ਸਿੰਘ ਜੀ ਲਿਖਦੇ ਹਨ ਕਿ ਹਿੰਦੁਸਤਾਨ ਵਿੱਚ ਜਦ ਜ਼ੁਲਮਾਂ ਕਾਰਨ ਅੰਧੇਰਾ ਛਾ ਗਿਆ ਅਤੇ ਸਾਧੂ ਸੰਤ ਕੁਝ ਪਹਾੜਾਂ 'ਤੇ ਚਲੇ ਗਏ ਅਤੇ ਬਾਕੀ ਮੁਕਾ ਦਿੱਤੇ ਗਏ, ਧਰਮ ਦੀ ਗੱਤ ਸੱਚਮੁੱਚ ਰਹਿ ਗਈ। ਗਊ ਅਤੇ ਗਰੀਬ ਦੀ ਰੱਖਿਆ ਕਰਨ ਵਾਲਾ ਵੀ ਕੋਈ ਨਾ ਰਿਹਾ। ਉਸ ਸਮੇਂ ਗੁਰੂ ਤੇਗ ਬਹਾਦਰ ਹਿੰਦ ਕੀ ਚਾਦਰ, ਜੋ ਚੱਕ ਨਾਨਕੀ ਵਿੱਚ ਰਹੇ ਸਨ, ਨੇ ਤਿਲਕ ਅਤੇ ਜੰਝੂ ਦੀ ਰੱਖਿਆ ਕਰਨ ਦਾ ਬੀੜਾ ਉਠਾ ਲਿਆ। ਉਹਨਾਂ ਬਗੈਰ ਕੋਈ ਬਚਾ ਵੀ ਨਹੀਂ ਸੀ ਸਕਦਾ। ਪੰਡਿਤ ਕਿਰਪਾ ਰਾਮ ਜੀ ਦੀ ਅਗਵਾਈ ਹੇਠਾਂ ਬ੍ਰਾਹਮਣ ਸ਼੍ਰੀ ਅਨੰਦਪੁਰ ਆਏ ਅਤੇ ਇਹ ਬੇਨਤੀ ਕੀਤੀ ਕਿ ਪਰਉਪਕਾਰੀ ਯੋਧੇ ਗੁਰੂ ਹਰਗੋਬਿੰਦ ਜੀ ਦੇ ਤੁਸੀਂ ਪੁੱਤਰ ਹੋ। ਉਹ ਅਣਖਾਂ ਲਈ ਜੂਝਦੇ ਰਹੇ ਹਨ। ਅੱਜ ਸਾਡੀ ਅਣਖ ਰੁਲ ਰਹੀ ਹੈ, ਸੋ ਸਾਡੀ ਬਾਂਹ ਪਕੜੋ। ਫਿਰ ਹੱਥ ਜੋੜ ਕਿਰਪਾ ਰਾਮ ਜੀ ਨੇ ਬੇਨਤੀ ਕੀਤੀ ਕਿ ਸਾਡਾ ਬਲ ਛੁਟਕ ਗਿਆ ਹੈ। ਅੱਗੇ ਹੱਥ ਨੂੰ ਤੰਦੂਏ ਕੋਲੋਂ ਛੁਡਾਇਆ ਸੀ, ਦ੍ਰੋਪਦੀ ਦੀ ਲਾਜ ਭਰੀ ਸਭਾ ਵਿੱਚ ਰੱਖੀ ਸੀ, ਸੁਦਾਮੇ ਦੀ ਜੂਨ ਵੀ ਸਵਾਰ ਦਿੱਤੀ ਸੀ। ਤੁਸੀਂ ਦੇਖਣ ਨੂੰ ਤਾਂ ਗੁਰੂ ਨਾਨਕ ਜੀ ਦੇ ਅਵਤਾਰ ਹੋ, ਪਰ ਅਸਲ ਵਿੱਚ ਤੁਸੀਂ ਕਲਯੁਗ ਦੇ ਕ੍ਰਿਸ਼ਨ ਹੋ। ਤੁਹਾਡੀ ਸ਼ਰਨ ਆਏ ਹਾਂ, ਹੋਰ ਕੋਈ ਆਸਰਾ ਨਹੀਂ। ਹਾਥ ਜੋਰ ਕਹਿਓ ਕਿਰਪਾ ਰਾਮ ਦਤ ਬ੍ਰਾਹਮਣ ਮਟਨ ਗ੍ਰਾਮ ਹਮਰੋ ਬਲਬ ਰਹਿਓ ਨਕਾਈ ਹੇ ਗੁਰੂ ਤੇਗ ਬਹਾਦਰ ਰਾਈ ਗਜ ਕੇ ਬੰਧਨ ਕਾਟਨ ਹਾਰੇ ਤੁਮ ਗੁਰੂ ਨਾਨਕ ਹੈ ਅਵਤਾਰੇ ਜਿਮ ਦ੍ਰੋਪਦੀ ਰਾਖੀ ਲਾਜ ਦਇਓ ਸਵਾਰ ਸੁਦਾਮੇ ਕਾਜ
फिरत फिरत प्रभ आए थारी, खाक परे हऊँ तब दरबारी, सेवा हरि इस अर्ज गुजारी, तुम कलयुग के कृष्ण मुरारी। ਇਹ ਬਿਰਥਾ ਸੁਣ ਕੇ ਨੌਵੇਂ ਪਾਤਸ਼ਾਹ ਨੇ ਮਨ ਵਿੱਚ ਨਿਸ਼ਚਾ ਕਰ ਲਿਆ ਕਿ ਹੁਣ ਆਪਣਾ ਸੀਸ ਦੇ ਕੇ ਮੁਗਲਾਂ ਨੂੰ ਸ਼ਰਮਿੰਦਾ ਅਤੇ ਝੂਠਾ ਕਰਨਾ ਹੈ। ਇਸ ਗਿਰਾਏ ਜਾ ਰਹੇ ਬ੍ਰਿਸ਼ ਨੂੰ ਆਪਣਾ ਖੂਨ ਦੇ ਕੇ ਹਰਾ ਭਰਾ ਰੱਖਣਾ ਹੈ। ਧਰਮ ਕਲਪੱਤਰ ਸਬਜ਼ ਰੱਖੇ, ਹਮ ਆਪਣਾ ਰੱਤ ਸਿੰਚਾਈ, ਬਗੈਰ ਸਿਰ ਦਿੱਤੇ ਜਗਤ ਵਿੱਚ ਸੁਖ ਨਹੀਂ ਹੋਣ ਲੱਗਾ। ਤਬ ਸਤਿਗੁਰ ਇਹੋ ਮਨ ਠਹਿਰਾਈ, ਬਿਨ ਸਿਰ ਦੀਏ ਜਗਤ ਦੁੱਖ ਪਾਈ। ਗਿਆਨੀ ਗਿਆਨ ਸਿੰਘ ਜੀ ਦਾ ਕਹਿਣਾ ਹੈ ਕਿ ਇਹ ਵਾਰਤਾਲਾਪ ਪਿਆ ਹੁੰਦੀ ਸੀ ਅਤੇ ਗੁਰੂ ਤੇਗ ਬਹਾਦਰ ਜੀ ਜੇ ਕੋਈ ਸੀਸ ਬਲੀ ਅਬ ਦੇਵੇ ਆਖ ਹੀ ਰਹੇ ਸਨ ਤਾਂ ਗੁਰੂ ਗੋਬਿੰਦ ਸਿੰਘ ਜੀ ਖੇਡਦੇ ਖੇਡਦੇ ਬਾਹਰੋਂ ਆਏ ਅਤੇ ਪੰਡਤਾਂ ਦੀ ਬੇਨਤੀ ਅਤੇ ਮਹਾਰਾਜ ਦਾ ਦੱਸਿਆ ਉਪਾਅ ਸੁਣ ਕੇ ਕਿਹਾ, ਐਸੇ ਸਮੇਂ ਰਾਵਰ ਸਮ ਜਗ में ਸਮਰੱਥ ਪਰਉਪਕਾਰੀ, ਨਾ ਮਹਾਤਮਾ ਹੈ ਧਰਮਾਤਮਾ ਪੂਰਨ ਪੁਰਖ ਅਵਤਾਰੀ, ਜੇ ਸਿਰ ਦੀਏ ਪਰਜਾ ਬਚੇ ਤੋ ਬਿਨ ਦੇਰੀ ਦਈਏ, ਨਫੇ ਵਾਰ ਇਸਕੇ ਸਮ ਸੌਦਾ ਔਰ ਨਾ ਕੋਈ ਪਕੀਏ। ਪਰ ਸ਼ਹੀਦ ਬਿਲਾਸ ਦਾ ਲਿਖਿਆ ਜੱਚਦਾ ਹੈ ਕਿ ਮਹਾਰਾਜ ਨੇ ਬਣ ਬਣਾ ਲਿਆ ਸੀ ਅਤੇ ਗੁਰਗੱਦੀ ਦੀ ਜ਼ਿੰਮੇਵਾਰੀ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਦਿੱਤੀ। ਕਮਰ ਕੱਸਾ ਆਪ ਕਰਵਾਇਆ, ਗੁਰੂ ਹਰਗੋਬਿੰਦ ਜੀ ਦੇ ਸ਼ਸਤਰ ਪਹਿਨਾਏ ਅਤੇ 5 ਪੈਸੇ ਤੇ ਨਰੇਲ ਰੱਖ ਕੇ ਮੱਥਾ ਟੇਕਿਆ। ਦਸ਼ਮੇਸ਼ ਪਿਤਾ ਨੇ ਖੁਸ਼ੀ ਨਾਲ ਜਾਣ ਦੀ ਆਗਿਆ ਦਿੱਤੀ ਤੇ ਕਿਹਾ, ਪਿਤਾ ਗੁਰੂ ਤਉ ਕਰੇ ਸਹਾਈ, ਪੂਰੀ ਚਪਾਈ ਇਸ ਪ੍ਰਕਾਰ ਹੈ। तब सतगुर इव मन ठहराई, बिन सिर दिए जगत दुख पाई, दास गोबिंद थी पास बहायो, कमर कसा सतगुर करायो, पैसे 5 श्री फल एक, तर आगे दियो मस्तक टेक, बाल गुरु तब कहियो अलाए, पिता गुर तो करो सहाय। ਇਹ ਗੱਲ ਜੱਚਦੀ ਨਹੀਂ ਕਿ ਬ੍ਰਾਹਮਣਾਂ ਦੀ ਪੁਕਾਰ ਸੁਣ ਕੇ ਮਹਾਰਾਜ ਸੋਚੀ ਪੈ ਗਏ ਹੋਣ। ਉਹਨਾਂ ਤਾਂ ਆਪ ਹੀ ਇਹ ਇੱਕੋ ਉਪਾਅ ਤੇ ਇਲਾਜ ਦੱਸਿਆ ਕਿ ਬਿਨ ਸਿਰ ਦੀਏ ਜਗਤ ਦੁੱਖ ਪਾਈ। ਹਾਂ, ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਸੰਨਤਾ ਨਾਲ ਆਗਿਆ ਦਿੱਤੀ ਤੇ ਸਹਾਇਤਾ ਕਰਨ ਲਈ ਕਿਹਾ। ਭੱਟ ਚਾਂਦ ਨੇ ਠੀਕ ਲਿਖਿਆ ਹੈ ਕਿ ਜਦ ਕਸ਼ਮੀਰੀ ਪੰਡਤਾਂ ਨੇ ਦਰ ਆ ਕੇ ਪੁਕਾਰ ਕੀਤੀ, ਬਾਹਾਂ ਸਾਡੀ ਪਕੜੀ ਹੈ, ਤਾਂ ਮਹਾਰਾਜ ਨੇ ਬਖਸ਼ਿਸ਼ਾਂ ਦੇ ਦਰ ਆ ਕੇ ਫਰਮਾਇਆ, ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹਾਂ ਨਾ ਛੋੜੀਏ। ਆਸਰਾ ਸਦਾ ਚਰਨ ਕਮਲਾਂ ਦਾ ਰੱਖਣਾ ਚਾਹੀਦਾ ਹੈ ਅਤੇ ਚਿੱਤ ਵੀ ਚਰਨਾਂ ਨਾਲ ਹੀ ਜੋੜਨਾ ਚਾਹੀਦਾ ਹੈ। ਭਾਵੇਂ ਕਿਤਨੇ ਤਸੀਹੇ ਦਿੱਤੇ ਜਾਣ, ਧਰਮ ਨਹੀਂ ਛੱਡਣਾ ਚਾਹੀਦਾ। ਜਿਸ ਦੀ ਬਾਂਹ ਇੱਕ ਵਾਰ ਪਕੜ ਲਈਏ, ਜਾਣ ਤੇ ਖੇਡ ਕੇ ਵੀ ਉਸ ਦਾ ਸਾਥ ਨਿਭਾਉਣਾ ਚਾਹੀਦਾ ਹੈ। ਇਹਨਾਂ ਖਿਆਲਾਂ ਨੂੰ ਚਾਂਦ ਨੇ ਬੜੀ ਖੂਬਸੂਰਤੀ ਨਾਲ ਇੱਕ ਦੋਹਰੇ ਵਿੱਚ ਗੁੰਦਿਆ ਹੈ। ਬੋਲਣਾ ਗੁਰੂ ਤੇਗ ਬਹਾਦਰ ਜੀ ਦਾ ਜ਼ਬਾਨੀ ਭੱਟ ਕੀ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਐ, ਮਨ ਲੋਚੇ ਬਰਿਆਈਆਂ, ਗੁਰ ਸ਼ਬਦੀ ਇਹ ਮਨ ਹੋੜੀਐ, ਬਾਹਾਂ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾਹਾਂ ਨਾ ਛੋੜੀਐ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਐ। ਭੱਟ ਵਹੀ ਤਲੌਂਡਾ ਪਰਗਣਾ ਜੀਂਦ ਨੇ ਪੰਡਿਤ ਕਿਰਪਾ ਰਾਮ ਦੀ ਪੂਰੀ ਬੰਸਾਵਲੀ ਦੇ ਕੇ ਲਿਖਿਆ ਹੈ ਕਿ 16 ਮੁਖੀ ਬ੍ਰਾਹਮਣਾਂ ਨੂੰ ਨਾਲ ਲੈ ਕੇ ਚੱਕ ਨਾਨਕੀ ਸ਼੍ਰੀ ਅਨੰਦਪੁਰ ਸਾਹਿਬ 1732 ਜੇਠ ਸੁਦੀ 11 9ਵੇਂ ਮਹੱਲ ਗੁਰੂ ਤੇਗ ਬਹਾਦਰ ਜੀ ਪਾਸ ਆਇਆ। ਮਹਾਰਾਜ ਨੇ ਦੀਨ ਦਸ਼ਾ ਸੁਣ ਧੀਰਜ ਦਿੱਤਾ। ਭੱਟ ਵਹੀ ਤਲੌਂਡਾ ਦੇ ਸ਼ਬਦ ਹਨ, ਕਿਰਪਾ ਰਾਮ ਬੇਟਾ ਅੜੂ ਰਾਮ ਕਾ, ਪੋਤਾ ਨਾਰਾਇਣ ਦਾਸ ਕਾ, ਪੜਪੋਤਰਾ ਬ੍ਰਾਹਮਣ ਦਾਸ ਕਾ, ਬੰਸ ਠਾकुर दास का, भारद्वाज गोत, सार सूत दत्त ब्राह्मणवासी, मटन परगना, श्रीनगर देश कश्मीर, खौड़स मुखी ब्राह्मणों का संग लैके चक नानकी आया। परगना कहलूर, मह सम्मत 1732 जेठ मासे सुदी एकादशी की देहों। गुरु तेग बहादुर महला 9वां ने इन्ने धीरज दिया। फिर इस पासे दी की तिलक जंजू की रखिया लई गुरु तेग बहादुर जी ने शहीदी दिती। एक अटक गवाही श्री गुरु सोभा विच कवि सैनापति ने दिती है। गुरु सोभा पुस्तक अते कवि सैनापति बारे डॉक्टर गंडा सिंह जी संपादकी नोट विच लिखते हैं कि गुरु गोबिंद सिंह दे दरबारी कवियां विचों एक सैनापति ही है जिसने गुरु साहिब दे इतिहासिक जीवन उत्ते कुछ कु विस्तार नाल लिखिया है। जे किधरे हजूर दे दरबार दे 2-4 होर लेखक भी इस तरह इन्हां दे जीवन दे वाकियात उत्ते कुछ लिख जांदे तां उन्हां दी सहायता नाल एक खासी अच्छी अते भरोसेयोग इतिहासिक जीवनी लिखी जा सकनी काफ़ी सौखी हो जाती अते बहुत सारियां ओह गुंझलां साफ हो जांदियां।
ਜੋ ਹੁਣ ਇਸ ਵੇਲੇ ਇਤਿਹਾਸਕਾਰਾਂ ਨੂੰ ਖੋਲ੍ਹਣੀਆਂ ਮੁਸ਼ਕਿਲ ਹੋ ਗਈਆਂ ਹਨ। ਇਹ ਲਿਖਣ ਵਿੱਚ ਕੋਈ ਝਿਜਕ ਨਹੀਂ ਕਿ ਇਹ ਸ਼ਹਾਦਤ ਵਾਲੀ ਗੁੰਝਲ ਵੀ ਇਸੇ ਸੈਨਾਪਤੀ ਨੇ ਖੋਲ੍ਹੀ ਹੈ। ਪ੍ਰਥਮ ਧਿਆਇਓ ਪੰਥ ਪ੍ਰਕਾਸ਼ ਵਰਣਨ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਹਰਿਕ੍ਰਿਸ਼ਨ ਜੀ ਸੰਬੰਧੀ ਲਿਖ ਕੇ ਸੈਨਾਪਤੀ ਲਿਖਦਾ ਹੈ ਕਿ ਫਿਰ ਗੁਰੂ ਤੇਗ ਬਹਾਦਰ ਜੀ ਪ੍ਰਗਟ ਹੋਏ। ਸਾਰੇ ਸੰਸਾਰ ਦੀ ਲਾਜ ਸਰੀਰ ਰੂਪੀ ਚਾਦਰ ਪਾ ਕੇ ਢਕੀ, ਜਾਂਦੇ ਕਰਮ ਅਤੇ ਧਰਮ ਦੀ ਪੱਤ ਉਹਨਾਂ ਰੱਖੀ। ਕਲਯੁਗ ਵਿੱਚ ਐਸਾ ਕਾਰਨਾਮਾ ਕੀਤਾ ਜੋ ਸਦਾ ਯਾਦ ਰਹੇਗਾ। ਸਾਰੇ ਸੰਸਾਰ ਵਿੱਚ ਉਹਨਾਂ ਦੀ ਉਪਮਾ ਹੋਈ, ਉਹਨਾਂ ਸਦਕਾ ਹੀ ਸਭ ਦੇ ਧਰਮ ਬਚੇ। ਸਾਰੇ ਪਾਸੇ ਜੈ ਜੈਕਾਰ ਹੋਈ ਅਤੇ ਸਤਿਗੁਰ ਨੇ ਪੈਂਜ ਰੱਖੀ। ਖਾਸ ਕਰ ਤਿਲਕ ਜੰਝੂ ਅਤੇ ਮੰਦਰ ਨੂੰ ਨਸ਼ਟ ਹੋਣ ਤੋਂ ਗੁਰੂ ਜੀ ਨੇ ਕਿਰਪਾ ਕਰਕੇ ਬਚਾ ਲਿਆ। ਧਰਮ ਹੇਤ ਹੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਹਨਾਂ ਦਾ ਰੂਪ ਹੀ ਗੁਰੂ ਗੋਬਿੰਦ ਸਿੰਘ ਜੀ ਹਨ, ਜੋ ਗੁਰਗੱਦੀ ਤੇ ਬੈਠੇ। ਫਿਰ ਸੈਨਾਪਤੀ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ ਸਿੰਘ ਜੀ ਹੀ ਇਸ ਸੰਸਾਰ ਤੋਂ ਪਾਰ ਕਰਾਉਣ ਵਾਲੇ ਬੇੜੇ ਹਨ। ਉਹਨਾਂ ਦਾ ਮੰਤਵ ਇੱਕ ਹੀ ਹੈ, ਦੁਸ਼ਟਾਂ ਨੂੰ ਪਛਾੜ, ਸੰਤ ਉਭਾਰੇ ਜਾਣ ਅਤੇ ਮਨਾਂ ਵਿੱਚ ਪਏ ਡਰ ਦੂਰ ਕੀਤੇ ਜਾਣ। ਦੁਸ਼ਟ ਬਿਡਾਰਨ, ਸੰਤ ਉਬਾਰਨ, ਸਭ ਜਗ ਤਾਰਨ, ਭਵ ਹਰਨ। ਸਭ ਤੋਂ ਪ੍ਰਮੁੱਖ, ਪਹਿਲੀ ਅਤੇ ਅਕੱਟ ਗਵਾਹੀ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੈ। ਉਹਨਾਂ ਆਪਣੀ ਆਤਮ ਕਥਾ ਬਚਿੱਤਰ ਨਾਟਕ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਕੋਈ ਦੋ ਰਾਵਾਂ ਨਹੀਂ ਰਹਿਣ ਦਿੱਤੀਆਂ। ਦਸ਼ਮੇਸ਼ ਪਿਤਾ ਆਪਣੀ ਜੀਵਨ ਕਥਾ ਆਰੰਭ ਕਰਨ ਤੋਂ ਪਹਿਲਾਂ ਚੌਪਈ ਨੰਬਰ 12 ਤੇ ਲਿਖਦੇ ਹਨ ਕਿ ਗੁਰੂ ਹਰਿਕ੍ਰਿਸ਼ਨ ਤੋਂ ਤੇਗ ਬਹਾਦਰ ਬਣੇ। ਉਹਨਾਂ ਨੇ ਤਿਲਕ ਜੰਝੂ ਦੀ ਰੱਖਿਆ ਕੀਤੀ। ਕਲਯੁਗ ਵਿੱਚ ਇਹ ਇੱਕ ਅਜੈਸੀ ਅਦੁੱਤੇ ਸਾਕਾ ਹੈ ਜਿਸ ਦਾ ਬਦਲ ਕੋਈ ਨਹੀਂ। ਭਲੇ ਪੁਰਸ਼ ਨੂੰ ਬਚਾਉਣ ਲਈ ਉਹਨਾਂ ਸ਼ਹਾਦਤ ਦਿੱਤੀ। ਇਸ ਅੱਗੇ ਹੋਰ ਕੁਝ ਨਹੀਂ। ਇਹ ਹੱਦ ਹੀ ਸੋਹਣੀ ਸੀ। ਆਪ ਜੀ ਨੇ ਸੀਸ ਦਿੱਤਾ ਪਰ ਰਤਾ ਵੀ ਅਫਸੋਸ ਨਾ ਕੀਤਾ। ਧਰਮ ਨੂੰ ਬਚਾਉਣ ਲਈ ਉਹਨਾਂ ਸਭ ਕੁਝ ਵਾਰ ਦਿੱਤਾ, ਸੀਸ ਦੇ ਦਿੱਤਾ, ਪਰ ਪੱਤ ਨਾ ਰੁਲਣ ਦਿੱਤੀ। ਨਾਟਕ ਚੇਟਕ ਜੋ ਕਰਾਮਾਤਾਂ ਦੇ ਨਾਂ ਹੇਠ ਦਿਖਾਏ ਜਾਂਦੇ ਹਨ, ਉਹਨਾਂ ਦਾ ਬਿਲਕੁਲ ਸਹਾਰਾ ਨਾ ਲਿਆ, ਕਿਉਂਕਿ ਉਹ ਕਹਿੰਦੇ ਹਨ ਕਿ ਪ੍ਰਭੂ ਦੇ ਭਗਤ ਲੋਕਾਂ ਨੂੰ ਐਸਾ ਕਰਦਿਆਂ ਲੱਜਾ ਆਉਂਦੀ ਹੈ। ਭਾਵ ਇਹ ਸੀ ਕਿ ਪ੍ਰਭੂ ਦੇ ਪਿਆਰਿਆਂ ਨੂੰ ਹਰ ਮੁਸੀਬਤ ਖਿੜੇ ਮੱਥੇ ਸਹਾਰਨੀ ਚਾਹੀਦੀ ਹੈ। ਹਰਿ ਕ੍ਰਿਸ਼ਨ ਤਿਨ ਕੇ ਸੁਤ ਵਏ, ਤਿਨ ਤੇ ਤੇਗ ਬਹਾਦਰ ਭਏ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬੜੋ ਕਲੂ ਮਹਿ ਸਾਕਾ। ਸਾਧਨ ਹੇਤ ਇਤ ਜਿਨ ਕਰੀ, ਸੀਸ ਦਿਆ ਪਰ ਸੀ ਨ ਉਚਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰ ਨ ਦਿਆ। ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਣ ਕਹਿ ਆਵਤ ਲਾਜਾ। ਫਿਰ ਅਗਲੇ ਦੋ ਦੋਹਰਿਆਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਸਰੀਰ ਰੂਪੀ ਠੀਕਰਾ ਦਿੱਲੀ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਜਾ ਭੰਨਿਆ ਤੇ ਆਪ ਜੋਤੀ ਜੋਤ ਸਮਾ ਗਏ। ਗੁਰੂ ਤੇਗ ਬਹਾਦਰ ਜੀ ਵਰਗਾ ਕਰਤੱਵ ਕਿਸੇ ਨਹੀਂ ਕੀਤਾ ਤੇ ਨਾ ਹੀ ਕੋਈ ਕਰ ਸਕੇਗਾ। ਉਹਨਾਂ ਦੇ ਅਕਾਲ ਚਲਾਣੇ ਨਾਲ ਸਾਰੇ ਪਾਸੇ ਅਫਸੋਸ ਦੀ ਲਹਿਰ ਜ਼ਰੂਰ ਫੈਲੀ, ਪਰ ਲੋਕ ਇਹ ਵੀ ਕਹਿੰਦੇ ਸਨ ਕਿ ਅਜੇ ਵੀ ਇਸ ਖੁਦਗਰਜੀ ਦੇ ਜ਼ਮਾਨੇ ਕਲਯੁਗ ਵਿੱਚ ਕੋਈ ਹੈ ਜੋ ਦੂਜੇ ਧਰਮ ਦੀ ਰੱਖਿਆ ਲਈ ਜਾਨ ਵਾਰ ਸਕਦਾ ਹੈ। ਯਾਦ ਰਹੇ ਕਿ ਮਹਾਰਾਜ ਨੇ ਸ਼ਬਦ ਹੈ ਵਰਤਿਆ ਹੈ, ਨਾ ਕਿ ਹਾਏ ਹਾਏ ਜਾਂ ਓਏ ਓਏ। ਸੱਚਖੰਡ ਵਿੱਚ ਵੀ ਜੈ 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 ਦੇ ਜੈਕਾਰੇ ਛੱਡੇ ਗਏ ਕਿ ਕੋਈ ਪਾਵਨ ਆਤਮਾ ਸੰਸਾਰ ਤੇ ਅੱਜ ਵੀ ਹੈ ਜੋ ਦੂਜੇ ਲਈ ਆਪਾ ਵਾਰ ਸਕਦੀ ਹੈ। ਦੋਹਰਾ ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰਨ ਕੀਆ ਪਿਆਨ। ਤੇਗ ਬਹਾਦਰ ਸ਼੍ਰੀ ਕਿਰਿਆ, ਕਰੀ ਨ ਕਿਨਹੂ ਆਨ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਇਹ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ ਗੁਰੂ ਅਰਜਨ ਦੇਵ ਜੀ ਬਾਰੇ ਗੁਰੂ ਗੋਬਿੰਦ ਸਿੰਘ ਜੀ ਸਿਰਫ ਇਤਨਾ ਹੀ ਲਿਖਦੇ ਹਨ, ਰਾਮਦਾਸ ਹਰ ਸੋ ਮਿਲ ਗਏ, ਗੁਰਤਾ ਦੇਤ ਅਰਜਨ ਹੈ ਭਈ। ਜਬ ਅਰਜਨ ਪ੍ਰਭ ਲੋਕ ਸਿਧਾਏ, ਹਰ ਗੋਬਿੰਦ ਤਹਿ ਤਾਂ ਠਹਿਰਾਏ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦਾ ਕੋਈ ਵਰਣਨ ਨਹੀਂ ਕੀਤਾ, ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਦੋ ਪੂਰੀਆਂ ਚੌਪਈਆਂ ਅਤੇ ਦੋ ਦੋਹਰੇ ਲਿਖੇ ਹਨ। ਫਿਰ ਜਦ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜ਼ਫ਼ਰਨਾਮਾ ਲਿਖਿਆ ਤਾਂ ਉੱਥੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਤਾਂ ਕੀਤਾ, ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਜ਼ਿਕਰ ਨਹੀਂ। ਇਸ ਦਾ ਕਾਰਨ ਇਹ ਹੀ ਲੱਗਦਾ ਹੈ ਕਿ ਬਚਿੱਤਰ ਨਾਟਕ ਵਿੱਚ ਗੁਰੂ ਜੀ ਅਦਭੁਤ ਅਤੇ ਹੈਰਾਨ ਕੁੰਨ ਘਟਨਾਵਾਂ ਦਾ ਜ਼ਿਕਰ ਕਰ ਰਹੇ ਸਨ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਅਦੁੱਤੀ ਤਾਂ ਹੈ ਸੀ, ਪਰ ਪੰਥ ਗ੍ਰੰਥ ਸੰਗਤ ਪੰਗਤ ਦੀ ਪਵਿੱਤਰਤਾ ਲਈ ਹੈ, ਪਰ ਜਾਂ ਉਹਨਾਂ ਆਦਰਸ਼ਾਂ ਲਈ ਹੈ ਜਿਨ੍ਹਾਂ ਦਾ ਸਿੱਖ ਘਰ ਨਾਲ ਸੰਬੰਧ ਹੈ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬੜੋ ਕਲੂ ਮੈਂ ਸਾਕਾ ਹੈ, ਕਿਉਂਕਿ ਉਹ ਜੰਝੂ ਪਹਿਨਦੇ ਨਹੀਂ, ਤਿਲਕ ਲਗਾਉਂਦੇ ਨਹੀਂ, ਨਾ ਹੀ ਵਿਸ਼ਵਾਸ ਕਰਦੇ ਹਨ, ਪਰ ਉਹਨਾਂ ਦੀ ਰੱਖਿਆ ਲਈ ਸੀਸ
ਦੇ ਦੇਣਾ ਹੀ ਐਸੀ ਕਿਰਿਆ ਹੈ ਜਿਸ ਨੂੰ ਕਰੀ ਨਾ ਕਿਨਹੂ ਆਣ ਹੀ ਕਹਿਣਾ ਬਣਦਾ ਹੈ। ਫਿਰ ਜ਼ਫ਼ਰਨਾਮੇ ਵਿੱਚ ਗੁਰੂ ਜੀ ਔਰੰਗਜ਼ੇਬ ਦੀ ਫਰੇਬੀ ਕਿਰਦਾਰਾਂ ਦਾ ਪਾਜ ਉਘੇੜ ਰਹੇ ਸਨ ਅਤੇ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਆਪ ਅਪਣਾਈ ਸੀ। ਸੂਰਯ ਪ੍ਰਕਾਸ਼ ਨੇ ਵੀ ਲਿਖਿਆ ਹੈ ਕਿ ਗੁਰੂ ਜੀ ਨੇ ਕਿਹਾ ਸੀ ਕਿ ਅਸੀਂ ਆਪੂ ਆਪਣੀ ਮਰਜ਼ੀ ਨਾਲ ਇਹ ਸ਼ਹਾਦਤ ਸਵੀਕਾਰ ਕੀਤੀ ਹੈ। ਕਾਰਾਗ੍ਰਹਿ ਆਪੇ ਹਮ ਲਹਿਓ। ਉਹਨਾਂ ਆਪ ਹੀ ਪੰਡਤਾਂ ਹੱਥ ਔਰੰਗਜ਼ੇਬ ਨੂੰ ਕਹਿਲਾ ਭੇਜਿਆ ਸੀ ਕਿ ਗੁਰੂ ਨਾਨਕ ਕੀ ਗੱਦੀ ਪਰ ਅਬ ਹੈ ਗੁਰੂ ਤੇਗ ਬਹਾਦਰ, ਉਹ ਕੋ ਜੋ ਮੁਹੰਮਦੀ ਕਰ ਲਿਓ ਤੋ ਹਮ ਹੈ ਸਭ ਸਾਦਰ। ਲਾਲਾ ਦੌਲਤ ਰਾਏ ਨੇ ਬਹੁਤ ਹੀ ਸੁੰਦਰ ਲਿਖਿਆ ਹੈ ਕਿ ਅਸੀਂ ਉਲਟੀ ਗੰਗਾ ਵਹਾਉਣ ਦਾ ਅਖਾਣ ਤਾਂ ਸੁਣਦੇ ਚਲੇ ਆ ਰਹੇ ਸਨ, ਪਰ ਅਰਥ ਗੁਰੂ तेग बहादुर जी ने समझाई। आज तक यह तो हुआ कि कातिल मकतूल के पास जाए, यह नहीं कि मकतूल कातिल के पास आए। ऐसा करके गुरु तेग बहादुर जी ने उल्टी गंगा बहाती। बस कश्मीरी पंडितां दी विथ्या पंडित किरपा राम की अगवाई हेठां आए पंडितां कोलों सुण के गुरु तेग बहादुर जी ने धीरज दिता ते फरमाया कि औरंगजेब नूं यह सुनेहा पहुंचा दिओ कि जिधर गुरु तेग बहादुर जी जाणगे असीं भी उधर ही तुरांगे। साडे सारियां दा ओह मुੱਢ हन, एक एक नूं कहण दी हुण लोड़ नहीं। सो जब सुण जिस मग को चाले, तिन पीछे हिंदू जग जाले। कयो तुम सबन संग इम कहो, एक मूल सो इच्छा लहो। बचित्र नाटक गुरसोभा भट्टवहियां शहीद बिलास दियां लिखतां हुंदियां। ਇਹ ਕਿਸੇ ਦਾ ਲਿਖਣਾ ਕਿ ਮੁਨਸ਼ੀ ਸੋਹਣ ਲਾਲ ਸੂਰੀ, ਸੁਜਾਨ ਰਾਏ ਭੰਡਾਰੀ, ਬੂਟੇ ਸ਼ਾਹ, ਬਖਤਮਲ, ਖੁਸ਼ਵਕਤ ਰਾਏ, ਅਹਿਮਦ ਸ਼ਾਹ ਬਟਾਲਵੀ, ਗੁਲਾਮ ਹੁਸੈਨ ਜਾਂ ਗਣੇਸ਼ ਦਾਸ ਵਡੇਰਾ ਨੇ ਕਸ਼ਮੀਰੀ ਪੰਡਤਾਂ ਦਾ ਆਉਣਾ ਹੀ ਨਹੀਂ ਲਿਖਿਆ। ਇਸ ਲਈ ਸ਼ਹਾਦਤ ਦਾ ਕਾਰਨ ਕਿਧਰੋਂ ਹੋਰ ਲੱਭਣਾ ਚਾਹੀਦਾ ਹੈ। ਇੱਕ ਇਤਿਹਾਸਿਕ ਭੁੱਲ ਹੈ ਅਤੇ ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਖੌਰੂ ਪਾਉਣ ਵਾਲੀ ਗੱਲ ਹੈ। ਐਸੇ ਲੋਕ ਸ਼ਹਾਦਤ ਦਾ ਅਸਲ ਰੂਪ ਵਿਗਾੜਨ ਵਿੱਚ ਕਦੇ ਸਫਲ ਨਹੀਂ ਹੋਣਗੇ। ਸੱਚੀ ਗੱਲ ਇਹ ਹੈ ਕਿ ਜਿਸ ਗੁਲਾਮ ਹੁਸੈਨ ਨੂੰ ਖੋਜ ਦਾ ਸਰੋਤ ਬਣਾ ਕੇ ਕਿਸੇ ਨਤੀਜੇ ਕੱਢੇ, ਉਸ ਨੇ ਨਾ ਗੁਲਾਮ ਹੁਸੈਨ ਨੂੰ ਪੂਰਾ ਪੜ੍ਹਿਆ, ਨਾ ਘੋਖਿਆ ਅਤੇ ਨਾ ਹੀ ਇਹ ਜਾਤਾ ਕਿ ਗੁਲਾਮ ਹੁਸੈਨ ਤਾਂ ਸਭ ਸੁਣੀ ਸੁਣਾਈ ਲਿਖ ਰਿਹਾ ਹੈ ਅਤੇ ਉਹ ਵੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ 106 ਸਾਲ ਬਾਅਦ। ਜਿਨ੍ਹਾਂ ਅੱਖੀਂ ਸ਼ਹਾਦਤ ਦੇਖੀ ਅਤੇ ਲਿਖੀ ਉਹ ਕੂੜੇ ਹਨ ਅਤੇ ਜੋ 100 ਸਾਲ ਬਾਅਦ ਲਿਖ ਰਿਹਾ ਹੈ ਉਹ ਸੱਚਾ। ਫਿਰ ਗੁਲਾਮ ਹੁਸੈਨ ਦੀ ਲਿਖਤ ਵਿੱਚੋਂ ਉਹ ਕੁਝ ਪੜ੍ਹਨ ਦਾ ਯਤਨ ਕੀਤਾ ਗਿਆ ਜੋ ਉਸ ਨੇ ਵੀ ਨਹੀਂ ਕਿਹਾ ਅਤੇ ਇਤਨੇ ਗਲਤ ਅਰਥ ਕੱਢ ਲਏ ਕਿ ਗੁਰੂ ਤੇਗ ਬਹਾਦਰ ਜੀ ਇੱਕ ਲੁਟੇਰਾ ਅਤੇ ਲੁਟੇਰਿਆਂ ਦੇ ਆਗੂ ਹੀ ਦਿਸਣ ਲੱਗ ਪਏ। ਹੋਰ ਮਾੜੀ ਗੱਲ ਕਿ ਇਹ ਅਦੁੱਤੀ ਨਿਰਾਲੀ ਇੱਕੋ ਇੱਕ ਸ਼ਹਾਦਤ ਔਰੰਗਜ਼ੇਬ ਦੇ ਵੇਲੇ ਹੋਰ ਹੋਈਆਂ ਬਗਾਵਤਾਂ ਵਾਂਗ ਜਾਪਣ ਲੱਗ ਪਏ ਅਤੇ ਜਿਵੇਂ ਬਾਗੀ ਦੀ ਸਜ਼ਾ ਮੌਤ ਹੁੰਦੀ ਹੈ, ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਨੂੰ ਇਹ ਸਜ਼ਾ ਮਿਲੀ। ਪਰ ਇਹ ਸ਼ਹਾਦਤ ਕਿਸੇ ਬਗਾਵਤ ਦਾ ਸਿੱਟਾ ਨਹੀਂ ਸੀ, ਸਗੋਂ ਦੁਖੀ ਬ੍ਰਾਹਮਣਾਂ ਦੀ ਬਾਂਹ ਪਕੜਨ ਕਾਰਨ ਸੀ। ਇਹ ਔਰੰਗਜ਼ੇਬ ਦੀ ਤੁਅੱਸਬ ਨੀਤੀ ਦਾ ਉੱਤਰ ਸੀ। ਇਹ ਸ਼ਹਾਦਤ ਅਦੁੱਤੀ ਸੀ ਕਿਉਂਕਿ ਗੁਰੂ ਤੇਗ ਬਹਾਦਰ ਜੀ ਆਪੂ ਜੰਝੂ ਦੇ ਧਾਰਨੀ ਨਹੀਂ ਸਨ, ਅਕੀਦਾ ਵੀ ਨਹੀਂ ਰੱਖਦੇ ਸਨ। ਉਹਨਾਂ ਚਿੰਨ੍ਹਾਂ ਲਈ ਸ਼ਹਾਦਤ ਦੇ ਦੇਣੀ ਜਿਨ੍ਹਾਂ ਨੂੰ ਮੰਨਦੇ ਤੱਕ ਨਹੀਂ ਸਨ, ਜਗਤ ਦੇ ਇਤਿਹਾਸ ਵਿੱਚ ਇੱਕੋ ਇੱਕ ਘਟਨਾ ਹੈ। ਫਿਰ ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ 9 ਸਾਲ ਦੀ ਉਮਰ ਵਿੱਚ ਕਹਿੰਦੇ ਸਨ ਮੈਂ ਜੰਝੂ ਨਹੀਂ ਪਾਉਣਾ ਅਤੇ ਫਿਰ 200 ਸਾਲ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਪਿਤਾ ਗੁਰ ਤੋਂ ਕਰੋ ਸਹਾਈ, ਤਾਂ ਕਿ ਇਹਨਾਂ ਦਾ ਜੰਝੂ ਉਤਾਰਿਆ ਨਾ ਜਾ ਸਕੇ। ਗੁਰੂ ਨਾਨਕ ਜੀ ਨੂੰ ਉਹਨਾਂ ਦੇ ਪਿਤਾ ਜੀ ਸਾਰੀ ਬਰਾਦਰੀ ਵਿੱਚ ਕਹਿੰਦੇ ਹਨ ਬੇਟਾ ਪਾ ਲਵੋ, ਇਹ ਰੀਤ ਹੈ, ਧਰਮ ਮਰਿਆਦਾ ਹੈ। ਗੁਰੂ ਨਾਨਕ ਜੀ ਇਨਕਾਰ ਕਰਦੇ ਹਨ। ਦੂਜੇ ਪਾਸੇ 9 ਸਾਲ ਦੇ ਬਾਲਕ ਗੁਰੂ ਗੋਬਿੰਦ ਸਿੰਘ ਜੀ ਪਿਤਾ ਗੁਰੂ ਤੇਗ ਬਹਾਦਰ ਨੂੰ ਸ਼ਹਾਦਤ ਦੇਣ ਲਈ ਭੇਜਦੇ ਹਨ ਤਾਂ ਕਿ ਜੰਝੂ ਦੀ ਪੱਤ ਰਹਿ ਜਾਏ। ਫਿਰ ਜੋਤ ਉਹ ਹੀ ਹੈ, ਜੁਗਤ ਉਹ ਹੀ ਹੈ, ਕਰਮ ਸੁਭਾਅ ਵੀ ਉਹ ਹੀ ਹੈ, ਕੋਈ ਅੰਤਰ ਨਹੀਂ। ਪਰ ਇਹ ਦਿਸਦਾ ਫਰਕ ਕਿਉਂ ਹੈ? ਜਰਾ ਕੁ ਗੌਰ ਨਾਲ ਤੱਕਿਆ ਇਹ ਅੰਤਰ ਵੀ ਨਹੀਂ ਲੱਗੇਗਾ। ਜੰਝੂ ਉਂਝ ਤਾਂ ਦੂਜੇ ਧਾਰਮਿਕ ਜਨਮ ਦਾ ਪ੍ਰਤੀਕ ਸੀ, ਪਰ ਬ੍ਰਾਹਮਣ ਦੇ ਜ਼ਬਰ ਤੇ ਇੱਕ ਸ਼੍ਰੇਣੀ ਦਾ ਦੂਜੇ ਤੇ ਜੂਲਾ ਕਾਇਮ ਰੱਖਣ ਦਾ ਹਥਿਆਰ ਬਣ ਗਿਆ ਸੀ। ਜੰਝੂ ਨਾਲ ਵਿਤਕਰਾ ਵੀ ਪੈਂਦਾ ਸੀ। ਬ੍ਰਾਹਮਣਾਂ ਦਾ ਤਿਹਰਾ, ਖੱਤਰੀ ਦਾ ਦੂਹਰਾ, ਵੈਸ਼ ਦਾ ਇੱਕੋ ਤੰਦ, ਫਿਰ ਬ੍ਰਾਹਮਣ ਦਾ ਰੇਸ਼ਮੀ, ਖੱਤਰੀ ਦਾ ਸੂਤ ਅਤੇ ਵੈਸ਼ ਦਾ ਉੱਨ ਦਾ। ਬ੍ਰਾਹਮਣ ਜੰਝੂ ਪਾਉਣ ਵੇਲੇ ਇਹ ਵੀ ਕਹਿਣ ਲੱਗ ਪਿਆ ਸੀ ਕਿਉਂਕਿ ਅੱਜ ਜਜਮਾਨ ਦਾ ਦੂਜਾ ਜਨਮ ਉਸ ਦੇ ਹੱਥੀਂ ਹੋਇਆ ਹੈ, ਉਸ ਦੀ ਜ਼ਿਆਫਤ ਕੀਤੀ ਜਾਏ। ਕਹੋ ਬੱਕਰਾ ਰਿੰਨ ਖਾਂਦਾ ਸੀ
ਕਹਿੰਦਾ ਤਾਂ ਸੀ ਬ੍ਰਾਹਮਣ ਕੀ ਜੰਜੂ ਪਾ ਧਰਮੀ ਬਣਾ ਦਿੱਤਾ ਗਿਆ ਹੈ, ਪਰ ਖਾਦਾ ਬੱਕਰਾ ਬਣਾ ਕੇ ਮੁਸਲਮਾਨੀ ਸ਼ਰ੍ਹਾ ਮੁਤਾबिक। ਗੁਰੂ ਨਾਨਕ ਜੀ ਨੇ ਫਰਮਾਇਆ ਕਿ ਉਹ ਧਰਮ ਵਿੱਚ ਵਿਤਕਰਾ ਨਹੀਂ ਰਹਿਣ ਦੇਣਗੇ। ਜਨੇਊ ਤਾਂ ਜੀ ਕਾ ਹੁੰਦਾ ਹੈ, ਇੱਕ ਸ਼੍ਰੇਣੀ ਦਾ ਦੂਜੇ ਤੇ ਜ਼ਬਰ ਦਾ ਨਹੀਂ। ਇਹ ਨਹੀਂ ਰਹਿਣ ਦਿੱਤਾ ਜਾਏਗਾ। ਸਿੱਖ ਘਰ ਸੱਚ, ਪ੍ਰੇਮ, ਅਣਖ ਅਤੇ ਆਜ਼ਾਦੀ ਦਾ ਰਾਖਾ ਹੈ। ਸੋ ਗੁਰੂ ਤੇਗ ਬਹਾਦਰ ਜੀ ਨੇ ਜਦ ਡਿੱਠਾ ਕਿ ਔਰੰਗਜ਼ੇਬ ਜ਼ਬਰ ਨਾਲ ਜੰਜੂ ਉਤਾਰਨਾ ਚਾਹੁੰਦਾ ਹੈ ਤਾਂ ਆਪ ਜੀ ਜ਼ਬਰ ਵਿਰੁੱਧ ਡਟ ਗਏ। ਉਹਨਾਂ ਦੀ ਲੜਾਈ ਜ਼ਬਰ ਵਿਰੁੱਧ ਸੀ। ਨੌਵਾਂ ਨਾਨਕ ਡਟ ਗਿਆ। ਜਿਵੇਂ ਗੁਰੂ ਨਾਨਕ ਜੀ ਇੱਕ ਸ਼੍ਰੇਣੀ ਉੱਤੇ ਦੂਜੀ ਸ਼੍ਰੇਣੀ ਦੇ ਹੋ ਰਹੇ ਧਾਰਮਿਕ ਜ਼ੁਲਮ ਵਿਰੁੱਧ ਅੜ ਖਲੋਤੇ ਸਨ, ਇੱਥੇ ਗੁਰੂ ਤੇਗ ਬਹਾਦਰ ਜੀ ਔਰੰਗਜ਼ੇਬ ਹੱਥੀਂ ਇੱਕ ਜਾਤੀ ਤੇ ਦੂਜੀ ਜਾਤੀ ਵਿਰੁੱਧ ਹੋ ਰਹੇ ਹੱਲੇ ਵਿਰੁੱਧ ਸ਼ਹਾਦਤ ਦੇਣ ਲਈ ਤਿਆਰ ਹੋ ਗਏ। ਸ਼ਹਾਦਤ ਦੇ ਕਾਰਨਾਂ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਸਿੱਖ ਜਥੇਬੰਦੀ ਔਰੰਗਜ਼ੇਬ ਨੂੰ ਚੁੱਭਦੀ ਸੀ। ਬੂਟੇ ਸ਼ਾਹ ਨੇ ਲਿਖਿਆ ਹੈ ਕਿ ਭਗਤੀ, ਸ਼ਾਂਤ ਚਿੱਤ ਰਹਿਣ, ਲੋਕ ਭਲਾਈ ਅਤੇ ਖੁੱਲ੍ਹੇ ਲੰਗਰ ਕਰਕੇ ਗੁਰੂ ਜੀ ਦੀਆਂ ਧੂਮਾਂ ਚਾਰੇ ਪਾਸੇ ਪੈ ਗਈਆਂ ਸਨ। ਸਿੱਖਾਂ ਤੇ ਮੁਰੀਦਾਂ ਨੇ ਵਹੀਰਾਂ ਹੀ ਘੱਤ ਦਿੱਤੀਆਂ। ਸਤਾਏ ਹੋਏ ਲੋਕੀ ਇੱਥੇ ਆ ਕੇ ਪਨਾਹ ਲੈਂਦੇ। ਸੋਹਣ ਲਾਲ ਸੂਰੀ ਨੇ ਵੀ ਲਿਖਿਆ ਹੈ ਕਿ ਸ਼ਿਕਾਇਤਾਂ ਇਹ ਹੋਣ ਲੱਗ ਪਈਆਂ ਸਨ ਕਿ ਜੋ ਕੋਈ ਆਖੀ ਹੋ ਜਾਂਦਾ ਹੈ ਉਹ ਗੁਰੂ ਸ਼ਰਨ ਚਲਾ ਜਾਂਦਾ ਹੈ। ਸੋ ਪਹਿਲਾਂ ਤਾਂ ਸੋਮੇ ਨੂੰ ਸੂਈ ਨਾਲ ਬੰਦ ਕੀਤਾ ਜਾ ਸਕਦਾ ਹੈ, ਪਰ ਫਿਰ ਹਾਥੀ ਵੀ ਨਹੀਂ ਕਰ ਸਕਦਾ। ਗੱਲ ਇਸ ਦੇ ਉਲਟ ਸੀ। ਗੁਰੂ ਜੀ ਨੇ ਉਪਰਾਵਾਂ ਅਤੇ ਸੰਸਾਰੀ ਵੱਡਿਆਂ ਤੋਂ ਦੂਰ ਰਹਿਣਾ ਆਪਣਾ ਸ਼ੇਵਾ ਬਣਾ ਲਿਆ ਸੀ। ਦਇਆਵਾਨ ਦੇ ਨੇਮਤਾ ਭਰੇ ਲੰਗਰ ਤੋਂ ਆਪਣੇ ਦਿਲ ਦੀਆਂ ਇੱਛਾਵਾਂ ਪੂਰੀਆਂ ਕਰਦੇ ਅਤੇ ਆਮ ਲੋਕੀ ਇੱਥੋਂ ਸਰੀਰ ਦੀ ਖੁਰਾਕ ਨਾਲ ਰੂਹ ਦੀ ਗਜਾ ਪਾਉਂਦੇ ਸਨ। ਭੈ ਕਾਹੂ ਕੋ ਤੇਤ ਨਹੀਂ, ਨਾਹੇ ਭੈ ਮਾਨਤਾਨ ਦਾ ਉਪਦੇਸ਼ ਉਹ ਆਪਣੇ ਵਿਰੁੱਧ ਸਮਝਦਾ ਸੀ। ਔਰੰਗਜ਼ੇਬ ਇੱਕ ਵਾਰੀ ਗੁਰੂ ਜੀ ਨੂੰ ਪਕੜ ਦਿੱਲੀ ਲਿਆਇਆ ਵੀ, ਪਰ ਦਰਸ਼ਨ ਕਰਕੇ ਤਸੱਲੀ ਹੋ ਗਈ। ਫਿਰ 10 ਸਾਲ ਪਿੱਛੋਂ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਆਉਣ ਤੇ ਉਹਨਾਂ ਦੀ ਬਾਂਹ ਪਕੜੀ ਅਤੇ ਸ਼ਹਾਦਤ ਦੇਣ ਲਈ ਚੱਲ ਪਏ ਤਾਂ ਔਰੰਗਜ਼ੇਬ ਨੇ ਕੁਝ ਚਿਰ, ਤਕਰੀਬਨ 6 ਮਹੀਨੇ ਬਾਅਦ ਹੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਅਤੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ। ਇਹ ਸ਼ਹਾਦਤ ਉਸ ਦੇ ਹੁਕਮ ਨਾਲ ਹੋਈ। ਭਾਵੇਂ ਉਹ ਆਪੂ ਉਸ ਸਮੇਂ ਦਿੱਲੀ ਨਹੀਂ ਸੀ, ਅਫਰੀਦੀਆਂ ਦੀ ਬਗਾਵਤ ਦਬਾਉਣ ਲਈ ਪੰਜਾ ਸਾਹਿਬ ਬੈਠਾ ਹੋਇਆ ਸੀ, ਪਰ ਉਸ ਦਾ ਖਾਸ ਹੁਕਮ ਆਉਣ ਤੇ ਹੀ ਗ੍ਰਿਫਤਾਰ ਅਤੇ ਫਿਰ ਸ਼ਹੀਦ ਕੀਤੇ ਗਏ। ਮੁਨਸ਼ੀ ਸੁਜਾਨ ਰਾਏ ਤੱਕ ਨੇ ਲਿਖਿਆ ਹੈ ਕਿ ਹਸਬ ਉਲ ਹੁਕਮ ਆਲਮਗੀਰ ਬਾਦਸ਼ਾਹ ਦਰ ਸ਼ਾਹਜਹਾਨ ਬਾਦ ਕੁਸ਼ਤਾਸ਼ੁਦ ਸ਼ੀਰ ਉਲ ਮੁਤਾਖਰੀਨ ਦੇ ਲਿਖਾਰੀ ਗੁਲਾਮ ਹੁਸੈਨ ਨੂੰ ਪੜ੍ਹ ਕੇ ਜੋ ਅਜੀਬ ਸਿੱਟੇ ਕਈ ਇਤਿਹਾਸਕਾਰਾਂ ਨੇ ਕੱਢਣ ਦੇ ਯਤਨ ਕੀਤੇ ਹਨ, ਉਹ ਵਾਧੂ ਹਨ ਅਤੇ ਇਤਿਹਾਸਿਕ ਭੁੱਲ ਵੀ ਹੈ। ਪਹਿਲਾਂ ਤਾਂ ਤਰਜਮਾ ਹੀ ਗਲਤ ਕੀਤਾ ਹੈ ਅਤੇ ਅਧੂਰੀ ਲਿਖਤ ਦਾ ਕੀਤਾ ਹੈ। ਫਿਰ ਉਸ ਵਿੱਚੋਂ ਇਤਨਾ ਕੁਝ ਪੜ੍ਹਨ ਦਾ ਯਤਨ ਕੀਤਾ ਹੈ ਜਿਸ ਨੂੰ ਇਤਿਹਾਸਿਕ ਸੂਝ ਦੀ ਘਾਟ ਹੀ ਕਹੀ ਜਾ ਸਕਦੀ ਹੈ। ਇਹ ਜਚੇਗਾ ਜੇ ਗੁਲਾਮ ਹੁਸੈਨ ਦੀ ਲਿਖਤ ਦਾ ਉਲਥਾ ਇੱਥੇ ਕਰ ਦਿੱਤਾ ਜਾਏ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇੱਕ ਤਾਂ ਇਹ ਲਿਖਤ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ 106 ਸਾਲ ਪਿੱਛੋਂ ਦੀ ਹੈ ਅਤੇ ਪੁਸਤਕ ਸੀਰ ਉਲ ਮੁਤਾਖਰੀਨ ਵਿੱਚ ਇੱਕ ਅਧਿਆਇ ਨਵਾਬ ਅਬਦੁਸ ਸਮਦ ਖਾਨ ਸੰਬੰਧੀ ਹੈ। ਉਸੇ ਅਧਿਆਇ ਵਿੱਚ ਗੁਲਾਮ ਹੁਸੈਨ ਨੇ ਸੰਖੇਪ ਜਿਹਾ ਵਰਣਨ ਸਿੱਖਾਂ ਦੀ ਉਤਪੱਤੀ, ਵਿਕਾਸ ਅਤੇ ਫਿਰ ਵਾਧੇ ਦਾ ਕੀਤਾ ਹੈ। ਵਿਚਾਰ ਅਧੀਨ ਪਹਿਰੇ ਦਾ ਉਲਥਾ ਇਸ ਪ੍ਰਕਾਰ ਹੈ। ਗੁਰੂ ਹਰਗੋਬਿੰਦ ਜੀ ਦੇ ਬੇਟੇ ਗੁਰੂ ਤੇਗ ਬਹਾਦਰ ਗੁਰੂ ਹਰਕ੍ਰਿਸ਼ਨ ਪਿੱਛੋਂ ਤਖਤ ਤੇ ਬੈਠੇ। 11 ਸਾਲ ਉਹਨਾਂ ਗੁਰਿਆਈ ਦੀ ਜ਼ਿੰਮੇਵਾਰੀ ਨੂੰ ਸੰਭਾਲਿਆ। ਉਹ ਔਰੰਗਜ਼ੇਬ ਦੇ ਅਹੰਕਾਰਾਂ ਦੀ ਕੈਦ ਵਿੱਚ ਪਏ। ਉਹਨਾਂ ਨੂੰ ਬਾਦਸ਼ਾਹ ਆਲਮਗੀਰ ਦੇ ਹੁਕਮ ਨਾਲ ਔਰੰਗਜ਼ੇਬ ਦੀ ਤਖਤ ਨਸ਼ੀਨੀ ਦੇ 17ਵੇਂ ਸਾਲ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਦੇ ਬੇਟੇ ਗੁਰੂ ਗੋਬਿੰਦ ਸਿੰਘ ਗੱਦੀ ਤੇ ਬੈਠੇ ਅਤੇ ਲੰਮੇ ਚਿਰ ਤੱਕ ਉਹਨਾਂ ਵਾਂਗ ਡੋਰ ਸੰਭਾਲੀ ਰੱਖੀ। ਗੁਰੂ ਨਾਨਕ ਦੀ ਗੱਦੀ ਦੇ 8ਵੇਂ ਵਾਰਸ ਗੁਰੂ ਤੇਗ ਬਹਾਦਰ ਨੇ ਆਪਣੇ ਗਿਰਦ ਵੱਡੀ ਗਿਣਤੀ ਸਿੱਖ ਸੇਵਕਾਂ ਦੀ ਇਕੱਠੀ ਕਰ ਲਈ। ਇਸ ਤਰ੍ਹਾਂ ਉਹ ਸਾਹਿਬ ਇਕਤਦਾਰ ਹੋ ਗਏ ਅਤੇ ਕਈ ਹਜ਼ਾਰ ਉਪਾਸਕ ਉਹਨਾਂ ਨਾਲ ਥਾਂ-ਥਾਂ ਜਾਂਦੇ। ਉਹਨਾਂ ਦਾ ਇੱਕ ਸਮਕਾਲੀ ਹਾਫਿਜ਼ ਆਦਮ ਸੀ ਜੋ ਇੱਕ ਮੁਸਲਮਾਨ ਫਕੀਰ ਸੀ ਅਤੇ ਸ਼ੇਖ ਅਹਿਮਦ ਸਰਹੰਦੀ ਦੇ ਸਿਲਸਿਲੇ ਨਾਲ ਸੰਬੰਧ ਰੱਖਦਾ ਸੀ। ਉਸਨੇ ਵੀ ਬਹੁਤ ਮਰੀਦ ਪਿੱਛੇ ਲਗਾ ਲਏ ਸਨ। ਉਹਨਾਂ ਦੋਹਾਂ ਨੇ ਇਹ ਸ਼ੇਵਾ ਹੀ ਬਣਾ ਲਿਆ ਸੀ ਕਿ ਉਗਰਾਹੀ ਕਰਨੀ ਅਤੇ ਲੋਕਾਂ ਨੂੰ ਸਿੱਧੀ ਅਤੇ ਬਲ ਨਾਲ ਆਪਣੇ ਵੱਲ ਖਿੱਚਣਾ। ਉਹ ਪੰਜਾਬ ਵਿੱਚ ਫਿਰਦੇ ਰਹਿੰਦੇ ਸਨ। ਗੁਰੂ ਤੇਗ ਬਹਾਦਰ ਹਿੰਦੂਆਂ ਕੋਲੋਂ ਉਗਰਾਉਂਦੇ ਸਨ ਅਤੇ ਹਾਫਿਜ਼ ਆਦਮ ਮੁਸਲਮਾਨਾਂ ਕੋਲੋਂ। ਸ਼ਾਹੀ ਖਬਰ ਰਸਾਂ ਨੇ ਬਾਦਸ਼ਾਹ ਨੂੰ ਲਿਖਿਆ ਕਿ ਇਹਨਾਂ ਨਾਵਾਂ ਵਾਲੇ 2 ਪੁਰਸ਼, ਇੱਕ ਹਿੰਦੂ ਅਤੇ ਦੂਜੇ ਮੁਸਲਮਾਨ ਨੇ ਸਾਂਝਾ ਮੁਹਾਜ ਬਣਾ ਲਿਆ ਹੈ ਅਤੇ ਇਹ ਵਤੀਰਾ ਹੀ ਫੜ ਲਿਆ ਹੈ। ਇਹ ਕੋਈ ਅਚਰਜ ਵਾਲੀ ਗੱਲ ਨਹੀਂ ਹੋਵੇਗੀ ਕਿ ਜੇ ਇਹਨਾਂ ਦਾ ਹੋਰ
ਇਕਤਦਾਰ ਵੱਧ ਗਿਆ ਤਾਂ ਇਹ ਆਪ ਹੁਦਰੇ ਹੋ ਜਾਣ। ਇਹ ਖਬਰ ਆਉਂਦਿਆਂ ਹੀ ਆਲਮਗੀਰ ਨੇ ਲਾਹੌਰ ਦੇ ਨਵਾਬ ਨੂੰ ਫਰਮਾਨ ਜਾਰੀ ਕੀਤਾ ਕਿ ਦੋਹਾਂ ਨੂੰ ਗ੍ਰਿਫਤਾਰ ਕੀਤਾ ਜਾਏ ਅਤੇ ਹਾਫਿਜ਼ ਆਦਮ ਨੂੰ ਦੇਸ਼ ਬਦਰ ਕਰਕੇ ਅਟਕ ਅਤੇ ਪਸ਼ਾਵਰ ਤੋਂ ਪਰੇ ਅਫਗਾਨਾਂ ਦੇ ਦੇਸ਼ ਭੇਜ ਦਿੱਤਾ ਜਾਏ। ਜੇ ਉਹ ਵਾਪਸ ਆਉਣ ਦੀ ਕੋਸ਼ਿਸ਼ ਕਰੇ ਤਾਂ ਬਾਦਸ਼ਾਹ ਨੂੰ ਇਤਲਾਹ ਦਿੱਤੀ ਜਾਏ ਅਤੇ ਗੁਰੂ ਤੇਗ ਬਹਾਦਰ ਨੂੰ ਫੜ ਕੇ ਕੈਦ ਵਿੱਚ ਰੱਖਿਆ ਜਾਏ। ਸ਼ਾਹੀ ਹੁਕਮ ਤੇ ਇੰਨ ਬਿੰਨ ਅਮਲ ਕੀਤਾ ਗਿਆ। ਕੁਝ ਦਿਨ ਬਾਅਦ ਗੁਰੂ ਤੇਗ ਬਹਾਦਰ ਸੰਬੰਧੀ ਸ਼ਾਹੀ ਹੁਕਮ ਦੂਜੀ ਵਾਰੀ ਭੇਜੇ ਗਏ ਕਿ ਉਹਨਾਂ ਦੇ ਜਿਸਮ ਦੇ ਟੋਟੇ ਕਰਕੇ ਸ਼ਹਿਰ ਦੇ ਵੱਖ-ਵੱਖ ਪਾਸਿਆਂ ਤੇ ਟੰਗ ਦਿੱਤੇ ਜਾਣ। ਇਹ ਹੁਕਮ ਵੀ ਪੂਰੇ ਕੀਤੇ ਗਏ। ਗੁਰੂ ਤੇਗ ਬਹਾਦਰ ਦੇ ਸਿੱਖ ਉਸੇ ਤਰ੍ਹਾਂ ਫਕੀਰਾਂ ਵਾਂਗ ਫਿਰਦੇ ਰਹੇ। ਹਥਿਆਰ ਅਤੇ ਅਸਲਾ ਲਈ ਫਿਰਨਾ ਅਜੇ ਉਹਨਾਂ ਦੀ ਰੀਤੀ ਨਹੀਂ ਸੀ ਬਣਿਆ। ਇਸ ਤਰ੍ਹਾਂ ਹਥਿਆਰ ਪਹਿਨਣਾ ਔਰੰਗਜ਼ੇਬ ਦੀ ਮੌਤ ਪਿੱਛੋਂ ਜਦ ਬਹਾਦਰ ਸ਼ਾਹ ਤਖਤ ਨਸ਼ੀਨ ਹੋਇਆ ਉਸ ਵੇਲੇ ਅਮਲ ਵਿੱਚ ਆਇਆ ਸੀ। ਕਈਆਂ ਦੇ ਕਹਿਣ ਅਨੁਸਾਰ ਔਰੰਗਜ਼ੇਬ ਦੇ ਅੰਤਲੇ ਸਮੇਂ ਜਦ ਗੁਰੂ ਗੋਬਿੰਦ ਸਿੰਘ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ, ਇਹ ਸ਼ਸਤਰ ਪਹਿਨਣ ਦਾ ਰਿਵਾਜ ਪਿਆ ਅਤੇ ਉਹਨਾਂ ਹੌਲੇ-ਹੌਲੇ ਖਿੰਡੇ-ਪੁੰਡੇ ਸਿੱਖਾਂ ਨੂੰ ਇਕੱਤਰਿਤ ਕੀਤਾ। ਹਥਿਆਰ, ਘੋੜੇ ਅਤੇ ਹੋਰ ਜੰਗੀ ਸਮਾਨ ਇਕੱਠਾ ਕਰਕੇ ਆਪਣੇ ਮੁਰੀਦਾਂ ਵਿੱਚ ਵੰਡਿਆ। ਜੋ ਗੁਲਾਮ ਹੁਸੈਨ ਨੇ ਗੁਰੂ ਤੇਗ ਬਹਾਦਰ ਜੀ ਸੰਬੰਧੀ ਲਿਖਿਆ, ਉਸ ਨੂੰ ਆਸਾਨੀ ਨਾਲ 4 ਹਿੱਸਿਆਂ ਵਿੱਚ ਵੰਡਿਆ ਅਤੇ ਵਾਚਿਆ ਜਾ ਸਕਦਾ ਹੈ। ਇੱਕ ਇਹ, ਗੁਰੂ ਤੇਗ ਬਹਾਦਰ ਜੀ ਨਾਲ ਬੇਸ਼ੁਮਾਰ ਲੋਕੀ ਰਹਿੰਦੇ ਅਤੇ ਪੰਜਾਬ ਦੇ ਦੌਰਿਆਂ ਵੇਲੇ ਨਾਲ ਫਿਰਦੇ ਸਨ ਅਤੇ ਉਹਨਾਂ ਨੂੰ ਲੋਕੀ ਭੇਟਾ ਚੜਾਉਂਦੇ ਸਨ ਅਤੇ ਉਹ ਭੇਟਾ ਲੈਂਦੇ ਵੀ ਸਨ। ਉਗਰਾਹੀ ਵੀ ਹੁੰਦੀ ਸੀ। ਉਹਨਾਂ ਦੀ ਸ਼ਖਸੀਅਤ ਖਿੱਚ ਪਾਉਣ ਵਾਲੀ ਸੀ। ਇਹ ਭੇਟਾ ਸਵੀਕਾਰ ਕਰਨ ਅਤੇ ਉਗਰਾਹੀ ਕਰਨ ਨੂੰ ਕਿਸੇ ਲੁੱਟਣਾ, ਖੋਹਣਾ ਅਤੇ ਜ਼ਬਰ ਕਰਨਾ ਲਿਖ ਦਿੱਤਾ। ਅਖਿਜ ਵਜ੍ਹਾ ਨੂੰ ਜਰ ਪੜਨ ਨਾਲ ਹੀ ਐਸੇ ਨਤੀਜੇ ਕੱਢੇ। ਅੱਗੇ ਕਈ ਵਾਰੀ ਐਸਾ ਗੁਰੂ ਹਰਗੋਬਿੰਦ ਜੀ ਨਾਲ ਵੀ ਕੀਤਾ ਗਿਆ। ਮੋਹਸਨ ਫਾਨੀ ਦੀ ਲਿਖਤ ਦਾ ਗਲਤ ਤਰਜਮਾ ਕਰਕੇ ਗੁਰੂ ਹਰਗੋਬਿੰਦ ਜੀ ਨੂੰ ਜਹਾਂਗੀਰ ਤੱਕ ਦਾ ਮੁਲਾਜ਼ਮ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਰਖਿਲਾਫ ਪਿਦਰ ਸ਼ਮਸ਼ੇਰ ਬਸਤ ਨੂੰ ਬਾ ਮੁਕਾਬਲਾ ਪਿਦਰ ਸ਼ਮਸ਼ੀਰ ਬਸਤ ਦੇ ਅਰਥਾਂ ਵਿੱਚ ਪੇਸ਼ ਕੀਤਾ ਗਿਆ। ਲੁੱਟਣ, ਖੋਹਣ ਅਤੇ ਜ਼ਬਰ ਦੇ ਅਰਥ ਕਰਨ ਵਾਲਾ ਇਹ ਭੁੱਲ ਹੀ ਗਿਆ ਕਿ ਗੁਰੂ ਦੇ ਸਿੱਖ ਦਸਵੰਧ ਕੱਢਦੇ ਸਨ ਅਤੇ ਦਸਵੰਧ ਦੇ ਕੇ ਖੁਸ਼ ਹੁੰਦੇ ਸਨ। ਮੋਹਸਨ ਫਾਨੀ ਨੇ ਲਿਖਿਆ ਸੀ ਕਿ ਮਾਲੀਆ ਅਗਰਾਉਣ ਵਿੱਚ ਤਾਂ ਖੇਚਲਾਂ ਹੁੰਦੀਆਂ ਸਨ, ਪਰ ਦਸਵੰਧ ਚਾਅ ਨਾਲ ਸਿੱਖ ਗੁਰੂ ਦੀ ਗੋਲਕ ਵਿੱਚ ਪਾਉਂਦੇ ਸਨ। ਜਿੱਥੇ ਗੁਰੂ ਜੀ ਨਹੀਂ ਪੁੱਜ ਸਕਦੇ ਸਨ, ਉੱਥੇ ਮਸੰਦ ਪੁੱਜ ਕੇ ਗੁਰੂ ਭੇਟਾ ਇਕੱਠੀ ਕਰਦੇ ਅਤੇ ਪੂਰੀ ਇਮਾਨਦਾਰੀ ਨਾਲ ਗੁਰੂ ਦਰ ਪਹੁੰਚਾਉਂਦੇ। ਕਦੇ ਕੋਈ ਸ਼ਿਕਾਇਤ ਨਹੀਂ ਸੀ ਹੋਈ। ਜਦ ਸ਼ਿਕਾਇਤਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੀਆਂ ਤਾਂ ਉਹਨਾਂ ਮਸੰਦਾਂ ਸਿਲਸਿਲਾ ਹੀ ਬੰਦ ਕਰ ਦਿੱਤਾ ਅਤੇ ਸਿੱਖਾਂ ਨੂੰ ਸਿੱਧੀ ਭੇਟ ਪਹੁੰਚਾਉਣ ਦੇ ਹੁਕਮ ਭੇਜੇ। ਮਸੰਦ ਦੀਵਾਲੀ ਅਤੇ ਵਿਸਾਖੀ ਨੂੰ ਹੀ ਜਿੱਥੇ ਗੁਰੂ ਜੀ ਹੁੰਦੇ ਪੁੱਜ ਕੇ ਕਾਰ ਭੇਟਾਂ ਪਹੁੰਚਾਉਂਦੇ ਸਨ ਅਤੇ ਪਿੱਛੋਂ ਸਿੱਖ ਵੀ। ਹੁਕਮਨਾਮਿਆਂ ਵਿੱਚ ਦੀਵਾਲੀ ਅਤੇ ਵਿਸਾਖੀ ਪੂਜਣ ਦੇ ਹੁਕਮ ਦਿੱਤੇ ਹੋਏ ਹਨ। ਮੱਖਣ ਸ਼ਾਹ ਲੁਬਾਣਾ ਨੇ ਵੀ ਦਸਵੰਧ ਦੀ ਰਕਮ ਆਪੂ ਚਰਨਾਂ ਤੇ ਭੇਂਟ ਕਰਨ ਦੀ ਅਰਦਾਸ ਕੀਤੀ ਸੀ। ਉਸ ਦੀ ਅਰਦਾਸ ਹੀ ਇਹ ਸੀ ਕਿ ਜੇ ਬੇੜਾ ਬੰਨੇ ਨਾ ਲੱਗੇ ਤਾਂ ਦਸਵੰਧ ਦੀ ਰਕਮ ਤੇਰੇ ਦਰ ਕਿਵੇਂ ਪੁੱਜੇਗੀ। ਗੁਰੂ ਤੇਗ ਬਹਾਦਰ ਨੇ ਬਖਸ਼ਿਸ਼ ਦਾ ਬੇੜਾ ਪਾਰ ਲਗਾਇਆ ਸੀ ਅਤੇ ਦਸਵੰਧ ਦੀ ਭੇਟਾ ਲੈ ਕੇ ਉਹ ਆਪੂ ਬਾਬਾ ਬਕਾਲਾ ਪੁੱਜਾ ਸੀ। ਜਦ ਗੁਰੂ ਤੇਗ ਬਹਾਦਰ ਜੀ ਅੱਗੇ ਵੀ ਉਸ ਨੇ 2 ਹੀ ਮੋਹਰਾਂ ਰੱਖੀਆਂ ਤਾਂ ਮਹਾਰਾਜ ਨੇ ਫਰਮਾਇਆ ਸੀ ਕਿ ਜੋ ਗੁਰੂ ਘਰ ਦੀ ਪੂਰੀ ਭੇਟ ਹੈ ਉਹ ਰੱਖ ਦੇਵੋ, ਉਸ ਨੂੰ ਆਪਣੇ ਘਰ ਨਾ ਰੱਖ। ਸਾਗਰ ਵਿੱਚ ਜਹਾਜ਼ ਅੜਨ ਤੇ ਪਾਰ ਹੋਣ ਵੇਲੇ ਜੋ ਸੰਕਲਪ ਕੀਤਾ ਸੀ ਅਤੇ ਜੋ ਗੁਰੂ ਘਰ ਦਾ 10ਵਾਂ ਹਿੱਸਾ ਹੈ ਉਹ ਸਾਰੇ ਦਾ ਸਾਰਾ ਦੇ ਦੇਵੋ। ਹਾਂ, ਜੇ ਇਸ ਨੂੰ ਅਖਿਜ ਜਰ ਹੀ ਪੜ੍ਹਿਆ ਜਾਏ ਤਾਂ ਇਹ ਜ਼ਬਰਦਸਤੀ ਕਰਨ ਦਾ ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਹੀ ਨਹੀਂ। ਜੇ ਗੁਰੂ ਤੇਗ ਬਹਾਦਰ ਜੀ ਧੀਰਮਲ ਦੇ ਸਭ ਕੁਝ ਲੁੱਟ ਕੇ ਲੈ ਜਾਣ ਵੇਲੇ, ਸ਼ੀਹਾਂ ਮਸੰਦਾਂ ਦੀ ਗੋਲੀ ਚਲਾਉਣ ਵੇਲੇ ਭਲੇ ਧੀਰਮਲ ਭਲੇ ਕਹਿੰਦੇ ਸਨ, ਉਹ ਲੁੱਟ ਕਿਵੇਂ ਸਕਦੇ ਹਨ? ਅਤੇ ਜਦ ਮੱਖਣ ਸ਼ਾਹ ਦੇ ਸ਼ਸਤਰਧਾਰੀ ਸਾਥੀ ਧੀਰਮਲ ਦੇ ਟਿਕਾਣੇ ਤੋਂ ਸਾਰਾ ਧਨ ਵਾਪਸ ਲੈ ਆਏ ਤਾਂ ਆਪ ਜੀ ਨੇ ਧੀਰਮਲ ਨੂੰ ਹੀ ਮੋੜ ਦੇਣ ਦਾ ਹੁਕਮ ਦਿੱਤਾ। ਮੱਖਣ ਸ਼ਾਹ ਅਤੇ ਉਸ ਦੇ ਸਾਥੀ ਜਰਾ ਕੁ ਰੁਕੇ ਅਤੇ ਦਲੀਲ ਦਿੱਤੀ ਕਿ ਇਹ ਭੇਟਾ, ਮਾਲ ਅਤੇ ਸਥਾਨ ਗੁਰੂ ਘਰ ਦਾ ਹੀ ਹੈ ਤਾਂ ਆਪ ਜੀ ਨੇ ਚੇਤਾਵਨੀ ਦਿੰਦੇ ਕਿਹਾ ਕਿ ਦਰਬ ਕੇ ਕਾਰਨੇ ਗੁਰੂ ਮਹਾਰਾਜ ਨੇ ਨਹੀਂ ਬੈਠ ਇਹ ਦੁਕਾਨ ਪਾਈ। ਆਪ ਜੀ ਦੇ ਚਰਨਾਂ ਤੋਂ ਲੋਕੀ ਧਨ ਨਿਸ਼ਾਵਰ ਕਰਦੇ ਸਨ ਅਤੇ ਸਿੱਖਾਂ ਨੇ ਪੁੱਛਿਆ ਵੀ ਕਿ ਇਹ ਧਨ ਕਿੱਥੇ ਰੱਖਦੇ ਹੋ ਤਾਂ ਆਪ ਜੀ ਨੇ ਉੱਤਰ ਦਿੱਤਾ ਸੀ, ਹਮਰਾ ਬਰਤਨ ਇਹੋ ਸੁਭਾਓ, ਸਹਿਜੇ ਆਵੋ ਸਹਿਜੇ ਜਾਓ। ਫਿਰ ਲੁੱਟਣ, ਖੋਹਣ ਜਾਂ ਜ਼ਬਰ ਕਰਨ ਦੀ ਤਾਂ ਲੋੜ ਪੈਂਦੀ ਹੈ ਜੇ ਧਨ ਨਾ ਆਉਂਦਾ ਹੋਵੇ। ਇੱਥੇ ਤਾਂ ਜੇ ਕੋ ਇੱਛ ਕਰੇ ਧਨ ਕੀ ਤਾਂ ਧਨ ਦੇਸ਼ ਵਿਦੇਸ਼ ਪੈ ਆਵੇ। ਹੋਰ ਤਾਂ ਹੋਰ ਪਟਨਾ ਦੇ ਨਵਾਬ ਨੇ ਪੂਰਾ ਪਿੰਡ ਚੂੜੀਆਂ ਦਾ ਹੀ ਖੈਰਾਤ ਵਿੱਚ ਦੇ ਦਿੱਤਾ ਸੀ ਅਤੇ ਪਟਨੇ ਲੰਗਰ ਲਈ ਮਹਿਸੂਲ ਚੁੰਗੀ
ਉਗਰਾ ਕੇ ਉਹ ਪਹੁੰਚਾਉਂਦਾ ਸੀ। 2 ਦਮੜੀ ਗੱਡਾ ਜਿਸ ਤੇ ਅਨਾਜ, ਘੀ ਅਤੇ ਮਸਾਲਾ ਹੁੰਦਾ ਸੀ, ਅਤੇ 1 ਦਮੜੀ ਜਿਸ ਤੇ ਕੱਪੜੇ ਲੱਦੇ ਹੁੰਦੇ ਸਨ। ਪਟਨਾ ਤੇ ਸਸਰਾਮ ਦੇ ਨਵਾਬਾਂ ਨੇ 52 ਵੀਘੇ ਹੋਰ ਖਾਮ ਜਰੀਬ ਦੇ ਪਟੇ ਵੀ ਗੁਰੂ ਕੇ ਲੰਗਰ ਅਤੇ ਧਰਮਸ਼ਾਲਾ ਦੇ ਨਾਂ ਕਰ ਦਿੱਤੇ ਸਨ। ਸੋ ਲੁੱਟਣ ਜਾਂ ਖੋਹਣ ਵਾਲੀ ਦਲੀਲ ਨਿਰਮੂਲ, ਵਾਧੂ, ਫਾਲਤੂ ਅਤੇ ਸ਼ਰਾਰਤ ਭਰੀ ਹੈ। ਦੂਜੇ ਗੁਲਾਮ ਹੁਸੈਨ ਦਾ ਇਹ ਕਹਿਣਾ ਕਿ ਹਾਫਿਜ਼ ਆਦਮ ਮੁਸਲਮਾਨਾਂ ਕੋਲੋਂ ਅਤੇ ਗੁਰੂ ਤੇਗ ਬਹਾਦਰ ਹਿੰਦੂਆਂ ਕੋਲੋਂ ਲੁੱਟਦਾ ਸੀ, ਇਹ ਤਾਂ ਹੋਰ ਅਜੀਬ ਹੈ। ਇਹ ਤਾਂ ਹੋ ਸਕਦਾ ਹੈ ਕਿ ਮੁਸਲਮਾਨ ਕਿਸੇ ਮੁਸਲਮਾਨ ਫਕੀਰ ਨੂੰ ਭੇਟਾ ਦੇਣ ਅਤੇ ਹਿੰਦੂ ਜਾਂ ਗੁਰੂ ਦੇ ਨਾਮ ਲੇਵਾ ਆਪਣੇ ਇਸ਼ਟ ਨੂੰ। ਫਿਰ ਕਦੇ ਲੁੱਟਣ ਵਾਲੇ ਦਾ ਵੀ ਕੋਈ ਧਰਮ ਹੁੰਦਾ ਹੈ। ਪਿੱਛੇ ਜਿਹੇ ਦਿੱਲੀ ਵਿਖੇ ਇੱਕ ਬੈਂਕ ਨੂੰ ਮਨਸੂਬਾ ਬਣਾ ਲੁੱਟਿਆ ਗਿਆ। ਪਕੜੇ ਜਾਣ ਤੇ ਪਤਾ ਲੱਗਾ ਕਿ ਲੁੱਟਣ ਵਾਲਿਆਂ ਵਿੱਚ ਹਿੰਦੂ, ਮੁਸਲਮਾਨ, ਸਿੱਖ ਅਤੇ ਈਸਾਈ ਸਭੇ ਹਨ। ਲੁੱਟਣ ਵਾਲਾ ਤਾਂ ਆਪਣਾ ਸ਼ਿਕਾਰ ਦੇਖਦਾ ਹੈ, ਨਾ ਕਿ ਉਸਦਾ ਧਰਮ। ਤੀਜੇ, ਜਿਸ ਹਾਫਿਜ਼ ਆਦਮ ਦਾ ਜ਼ਿਕਰ ਗੁਲਾਮ ਹੁਸੈਨ ਨੇ ਕੀਤਾ ਹੈ ਕਿ ਉਸ ਨਾਲ ਰਲ ਕੇ ਮੁਹਾਜ ਬਣਾਇਆ ਸੀ, ਉਸ ਨੂੰ ਤਾਂ ਗੁਜ਼ਰਿਆਂ ਵੀ 32 ਸਾਲ ਹੋ ਗਏ ਸਨ। ਔਰੰਗਜ਼ੇਬ ਤਖ਼ਤ ਤੇ ਸਨ 1658 ਈਸਵੀ ਵਿੱਚ ਕਾਬਜ਼ ਹੋਇਆ ਸੀ ਅਤੇ ਹਾਫਿਜ਼ ਆਦਮ ਦੀ ਮੌਤ 16 ਦਸੰਬਰ 1643 ਈਸਵੀ ਨੂੰ ਗੁਰੂ ਹਰਗੋਬਿੰਦ ਜੀ ਦੇ ਵੇਲੇ ਹੀ ਸ਼ਾਹਜਹਾਨ ਦੇ ਸਮੇਂ ਮਦੀਨਾ ਵਿਖੇ ਹੋ ਗਈ ਸੀ। ਹਾਫਿਜ਼ ਆਦਮ ਦੀ ਕਬਰ ਮਦੀਨਾ ਵਿੱਚ ਉਸ ਮਕਬਰੇ ਵਿੱਚ ਹੀ ਬਣੀ ਹੋਈ ਹੈ ਜਿੱਥੇ ਮੁਸਲਮਾਨਾਂ ਦੇ ਤੀਜੇ ਖਲੀਫੇ ਉਸਮਾਨ ਰਜ਼ਾਉੱਲਾ ਦਬਾਏ ਹੋਏ ਹਨ। ਨਜ਼ੀਰ ਅਹਿਮਦ ਦਿਓਬੰਦੀ ਨੇ ਜ਼ਕਰਾਤ ਉਲ ਅਬਦੀ ਦੇ ਸਫ਼ਾ 127 ਤੋਂ 125 ਤੇ ਲਿਖਿਆ ਹੈ ਕਿ ਹਾਫਿਜ਼ ਆਦਮ 16 ਦਸੰਬਰ 1643 ਵਿੱਚ ਗੁਜ਼ਰ ਗਿਆ ਸੀ ਅਤੇ ਉਸ ਦੀ ਗੱਦੀ ਤੇ ਸ਼ੇਖ ਹਮੀਦ ਲਾਹੌਰੀ ਬੈਠ ਗਿਆ ਸੀ। ਇਸੇ ਗੱਲ ਦੀ ਸਾਖੀ ਸੈਯਦ ਅਬਦੁੱਲਾ ਹਬੀ ਹਾਸ਼ਮੀ ਰਾਏ ਬਰੇਲਵੀ ਅਤੇ ਮਿਰਜ਼ਾ ਮੁਹੰਮਦ ਅਖਤਰ ਨੇ ਤਜ਼ਕਾਰਿਤ ਔਲਿਆ ਏ ਹਿੰਦਵਾ ਪਾਕਿਸਤਾਨ ਵਿੱਚ ਭਰੀ ਹੈ ਕਿ ਹਾਫਿਜ਼ ਆਦਮ ਦਸੰਬਰ 16-17 1643 ਨੂੰ ਅੱਲਾ ਨੂੰ ਪਿਆਰਾ ਹੋ ਗਿਆ ਸੀ, ਜੋ ਹੈ ਹੀ ਨਹੀਂ ਸੀ। ਉਸ ਨਾਲ ਮੇਲ ਅਤੇ ਫਿਰ ਗੱਠਜੋੜ ਕਾਹਦਾ, ਜਿਸ ਨੂੰ ਸਰੀਰ ਛੱਡਿਆਂ ਹੀ 32 ਸਾਲ ਹੋ ਗਏ ਸਨ। ਉਸ ਦੀ ਸ਼ਿਕਾਇਤ ਔਰੰਗਜ਼ੇਬ ਨੂੰ ਕਾਹਦੀ। ਫਿਰ ਔਰੰਗਜ਼ੇਬ ਨੇ ਜਿਨ੍ਹਾਂ ਸਿਧਾਂਤਾਂ ਤੇ ਆਪਣੀ ਹਕੂਮਤ ਦਾ ਰਾਜ ਪ੍ਰਬੰਧ ਕਾਇਮ ਕੀਤਾ, ਉਹ ਬਿਲਕੁਲ ਉਹ ਹੀ ਸਨ ਜਿਨ੍ਹਾਂ ਦਾ ਪ੍ਰਚਾਰ ਸ਼ੇਖ ਅਹਿਮਦ ਸਰਹੰਦੀ ਮੁਜੱਦਦ ਕਰਾ ਚੁੱਕਾ ਸੀ। ਹਾਫਿਜ਼ ਆਦਮ ਉਸੇ ਨਕਸ਼ਬੰਦੀ ਸਿਲਸਿਲੇ ਵਿੱਚੋਂ ਸੀ। ਔਰੰਗਜ਼ੇਬ ਤਾਂ ਸਗੋਂ ਖੁਸ਼ ਹੁੰਦਾ ਜੇ ਹਾਫਿਜ਼ ਆਦਮ ਉਸ ਸਮੇਂ ਹੁੰਦਾ। ਮੁਜੱਦਦ ਦਾ ਨਾਅਰਾ ਹੀ ਇਹ ਸੀ, ਅਸ਼ ਸ਼ਰਅ ਤਹਿਤਸ ਸੈਫ, ਭਾਵ ਤਲਵਾਰ ਦੇ ਜ਼ੋਰ ਨਾਲ ਸ਼ਰਅ ਦੀ ਉੱਚਤਾ ਕਾਇਮ ਕਰਨੀ ਚਾਹੀਦੀ ਹੈ। ਪਹਿਲਾਂ ਗੁਲਾਮ ਹੁਸੈਨ ਨੇ ਭੁਲੇਖਾ ਖਾਧਾ, ਫਿਰ ਉਲਥਾ ਕਰਨ ਵਾਲਿਆਂ ਨੇ ਗਲਤ ਪ੍ਰਚਾਰਿਆ ਅਤੇ ਪਿੱਛੋਂ ਸਾਡੇ ਇਤਿਹਾਸਕਾਰ ਉਸੇ ਵਹਿਣ ਵਿੱਚ ਵਹਿ ਗਏ ਅਤੇ ਗਲਤ ਸਿੱਟੇ ਕੱਢ ਕੇ ਮਹਾਰਾਜ ਦੀ ਸ਼ਹਾਦਤ ਨੂੰ ਵਿਗਾੜਨਾ ਚਾਹਿਆ। ਹੋਰ ਗੁਲਾਮ ਹੁਸੈਨ ਨੇ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਸਰੀਰ ਦੇ ਟੋਟੇ ਕਰਕੇ ਦਿੱਲੀ ਦੀਆਂ ਦੀਵਾਰਾਂ ਤੇ ਲਟਕਾਏ ਗਏ। ਇਹ ਵੀ ਸ਼ਰਅ ਉਲ ਮੁਤਾਖਰੀਨ ਦੇ ਲਿਖਾਰੀ ਨੇ ਕਿਸੇ ਬਹੁਤ ਹੀ ਗਲਤ ਸਰੋਤ ਦੇ ਆਧਾਰ ਤੇ ਲਿਖਿਆ ਹੈ। ਜਦ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਤਾਂ ਗਰਦ, ਗੁਬਾਰ ਅਤੇ ਹਨੇਰੀ ਨੇ ਸਾਰੇ ਦਿੱਲੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਭਾਈ ਜੈਤਾ ਜੀ ਨੇ ਜੁਰਅਤ ਕਰ ਜਾਨ ਤੇ ਖੇਡ, ਭਾਈ ਅੱਡਾ ਜੀ ਅਤੇ ਭਾਈ ਨਾਨੂ ਦੀ ਸਹਾਇਤਾ ਨਾਲ ਸੀਸ ਉਠਾ ਲਿਆ। ਸੀਸ ਨੂੰ ਸੰਭਾਲ ਪੈਡਾ ਮਾਰਦੇ ਉਹ 5ਵੇਂ ਦਿਨ ਸ਼੍ਰੀ ਅਨੰਦਪੁਰ ਸਾਹਿਬ ਪੁੱਜੇ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਸੀਸ ਗੰਜ ਅਨੰਦਪੁਰ ਸਾਹਿਬ ਵਾਲੀ ਥਾਂ ਸੰਸਕਾਰ ਕੀਤਾ। ਭੱਟ ਵਹੀ ਮੁਲਤਾਨੀ ਸਿੰਧੀ ਨੇ ਲਿਖਿਆ ਹੈ, ਜੈਤਾ ਬੇਟਾ ਆਗਿਆ ਰਾਮ ਕਾ, ਨਾਨੂ ਬੇਟਾ ਬਾਗੇਗਾ, ਅੱਡਾ ਬੇਟਾ ਖੇਮੇਗਾ, ਪੋਤਾ ਪਰਮੇ ਦਾ, ਗੁਰੂ ਕਾ ਸੀਸ ਪਾਏ ਕਿਰਤਪੁਰ ਪਰਗਣਾ ਕਹਿਲੂਰ ਆਏ, ਸੰਬਤ 17 ਸਾਏ 32 ਮਗਰ ਹਰ ਸੁਦੀ 10ਵੀਂ ਦਿਨ 11 ਕੋ ਦਾਗ ਦੀਆਂ ਮਾਖੋਵਾਲ ਮੇਂ। ਧੜ ਨੂੰ ਬੜੀ ਬਹਾਦਰੀ ਅਤੇ ਹੁਸ਼ਿਆਰੀ ਨਾਲ ਭਾਈ ਲਖੀ ਸ਼ਾਹ ਅਤੇ ਉਹਨਾਂ ਦਾ ਪੁੱਤਰ ਨਿਗਾਹੀਆ ਚਾਂਦਨੀ ਚੌਂਕ ਤੋਂ ਆਪਣੇ ਮਾਲ ਦੇ ਗੱਡਿਆਂ ਵਿੱਚ ਪਾ ਕੇ ਲੈ ਗਏ ਅਤੇ ਘਰ ਸਮੇਤ ਅੱਗ ਲਗਾ ਕੇ ਪਾਵਨ ਧੜ ਦਾ ਸੰਸਕਾਰ ਕੀਤਾ। ਇਸੇ ਸਬੰਧ ਵਿੱਚ ਭੱਟ ਕੇਸੋ ਨੇ ਦੋਹੇ ਲਿਖੇ ਜੋ ਪਿੱਛੋਂ ਪ੍ਰਚਲਿਤ ਅਖਾਣ ਹੀ ਬਣ ਗਏ। ਕੇਸੋ ਨੇ ਲਿਖਿਆ, ਚਲਾ ਚਲਾਈ ਹੋ ਰਹੀ ਗੜ ਗੜ ਉਖਰੇ ਮੇਖ, ਲਖੀ ਨਗਾਈਆ ਲੈ ਗਏ ਤੂੰ ਖੜਾ ਤਮਾਸ਼ਾ ਦੇਖ। ਭੱਟ ਵਹੀ ਜਾਦੋਂ ਬੰਸੀ ਬੜਤੀਆਂ ਕੀ ਵਿੱਚ ਭਾਈ ਨਗਾਈਆਂ ਜੀ ਦੀ ਬਹਾਦਰੀ ਦਾ ਜ਼ਿਕਰ ਕਰਦੇ ਹੋਏ ਫਿਰ ਇਸ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਪਿਤਾ ਭਾਈ ਲੱਖੀ ਸ਼ਾਹ ਅਤੇ ਪੁੱਤਰ ਭਾਈ ਨਿਗਾਹੀਆ
ਗੁਰੂ ਜੀ ਦੀ ਪਾਵਨ ਲੋਥ ਉਠਾ ਕੇ ਲੈ ਗਏ ਸਨ ਅਤੇ ਸਾਰੇ ਸੰਸਾਰ ਵਿੱਚ ਸ਼ੋਭਾ ਖੱਟੀ ਸੀ। ਇਸੇ ਦੀ ਗਵਾਹੀ ਭੱਟ ਵਹੀ ਜਾਦੂ ਬੰਸੀਆਂ ਖਾਤਾ बढ़तियां ने इस प्रकार दिती है। लखिया बेटा गोदू का नगाइया हेमा हाड़ी बेटे लखिया के नायक धूमा बेटा कहने का बिजलंत गुरु तेग बहादुर जी महल नावे की लोथ उठाए ले साल 1732 मगर सुदी छट्टी शुक्रवार को दाग दिया आद घड़ीवत गई। इन्हां अकट गवाइयां रवायतां अते इतिहास दे हुंदियां कोई होर मत बनाउणा जां देना खौरू पाउण वाली गल है। आनंदपुर तो दिल्ली वल ब्राह्मण तसल्ली लैके कश्मीर वापस मुड़े। भट्ट वही मुल्तान सिंधी विच लिखिया है कि गुरु तेग बहादुर जी ने फरमाया सी, तुसां दी रखिया बाबा नानक करेगा। सूबे दे गवर्नर इफ्तिखार खान नूं ब्राह्मणां ने सारी विथ्या सुनाई अते कहा कि गुरु तेग बहादुर नूं प्रथम शर्रा महल लियावो, असी सारे ही आपे शहरां विच आ जावांगे। गुरु तेग बहादुर हिंद दी चादर हन अते सारी हिंदू जाति उन्हां दे पिछे है। याते तिन पिछे हिंदवायन इफ्तिखार खान ने इसे तरह औरंगजेब नूं पंजा साहिब जाके दस दिता। इधर गुरु जी ने दिल्ली जाण दी तैयारी आरंभ कर दिती। भट्ट वही तलौंडा अनुसार सावन परवेष्ट 8वीं के दिन गुरु गोबिंद सिंह जी को गुरगद्दी का टीका दे के दिल्ली तरफ जाने की तैयारी की। इंज लगदा है कि जद आप जी आनंदपुरों टुरे सन तां दिल्ली ही जाण दा संकल्प सी, पर जद दिल्ली लागे पुजे दा पता लगा कि औरंगजेब दे अजे सरहदी सूबे तो मुड़न दा कोई पता नहीं, तां आप जी उत्थों आगरा चले गए। औरंगजेब ने आगरे दी राजधानी पक्के तौर ते बदली नहीं सी, दफ्तर आगरा ही सी, भावें दरबार दिल्ली भी लगदे सन। आप जी ने दिल्ली जाण वेले 5 सिख नाल लए। भट्ट वही तलौंडा परगना जींद ने साथ दीवान मतीदास सतीदास रसोईया बेटा हीरा मल शिबर का दयाल दास माई दास का जलन बलोट तिन्हां दा जिक्र किया है। सिख इतिहास ने भाई गुरदित्ता जी बंस बाबा बुढ़ा जी अते भाई उदा जी का भी नाल होना लिखिया है। गुरु तेग बहादुर जी का धर्म हेत साका करन दा नां सुन के संगतां ने आनंदपुरों वहीरां घत दित्तियां। गुरगद्दी की जिम्मेवारी आप जी ने 8 जुलाई 1675 नूं सौंप दित्ती सी अते 11 जुलाई नूं आप जी 5 सिखां समेत दिल्ली वल चल पए। संगत नाल ही चलना चाहुंदी सी, पर आप जी ने लकीर खिच के हुक्म कर दिता सी कि कोई आनंदपुर दी दून तो बाहर उन्हां नाल ना जाए। आनंदपुर टिक के साहिबजादे पास चौकसे तुम रह पो अते आग्या विच रहण दा हुक्म दे के वचन कीता कि किसी दी परवाह नहीं करनगे। नवां पंथ भी साजणगे अते किसे मीर पीर दी होण नहीं टुरेगी। फिर घुट के बेटे गुरु गोबिंद सिंह जी नूं जफी पाई अते वदाईगी लई बूटे शाह दे लिखे अनुसार यह वचन भी कहे, ऐ बेटे मैं शहीद होण लई जा रहा हाँ। उस पुरुष नूं जिसदा तेरे वर्गा आग्याकार पुत्र होवे किसी किस्म की चिंता नहीं। जद माता नानकी जी ने रता कुफिकर जनाया तां आप जी ने सारे कुटुंब नूं निर्मोह करन लई उपदेश दिता कि संसार विखे शरीरां दे संबंध ठीक इवें है जिवें नदी दे प्रवाह नाल तिणके जां रात नूं बृछ हेठां जिवें पंछी इकट्ठे हो विछड़दे रहिंदे हन। इसे प्रकार आपो अपनी वासना ते प्रालबद्ध अनुसार संबंधियां दा मिलना विछड़ना हुंदा है। संजोग विजोग दोए कार चलावे लेखे आवे भाग दा शब्द पढ़िया ते फिर जग रचना सब झूठ है जान ले रे मीत दे श्लोक उचारे। आनंदपुर साहिब तो चल के आप जी ने किरतपुर सब गुरुद्वारियां दे दर्शन कीते ते लंगर लगवाए। मलकपुर गिरफ्तारी जां केवल चेतावनी। भट्ट वही अते गुरु दियां साखियां विच लिखिया है, गुरु तेग बहादुर जी महल नौमा को नूर मुहम्मद खान मिर्जा चौंकी रोपड़ वाले ने साल 1732 परबेश्त 12 के देहूं गाओ मलकपुर रंगना परगना घनौला सोप पकड़ के सरहिंद पहुंचाया। गैल दीवान मतीदास सतीदास बेटे हीरा मल शिबर के गैल दयाल दास बेटा माई दास का पकड़या आया। गुरु जी 4 मास बसी पठाना दे बंदी खाने बंद रहे। 8 दिवस दिल्ली कोतवाली में बंद रहे।
ਬੰਸਾਵਾਲੀ ਨਾਮੇ ਨੇ ਵੀ ਰੋਪੜ ਲਾਗੇ ਗ੍ਰਿਫਤਾਰੀ ਲਿਖੀ ਹੈ ਅਤੇ ਉੱਥੋਂ ਸਰਹਿੰਦ ਪਹੁੰਚਾਉਣਾ ਅਤੇ ਪਿੰਜਰੇ ਵਿੱਚ ਪਾਉਣਾ, ਪਰ ਨਾਲ ਹੀ ਪਹਿਲਾਂ ਉਸ ਇਹ ਲਿਖਿਆ ਕਿ ਗੁਰੂ ਜੀ ਪਿੰਡ-ਪਿੰਡ ਫਿਰਦੇ ਰਹੇ ਹਨ। ਜੇ ਆਨੰਦਪੁਰੋਂ ਟੁਰਨ ਤੋਂ ਅਗਲੇ ਦਿਨ ਭਾਵ 12 ਜੁਲਾਈ ਗ੍ਰਿਫਤਾਰੀ ਹੋਈ ਤਾਂ ਪਿੰਡ-ਪਿੰਡ ਜਾਣ ਦੀ ਗੱਲ ਕਿਵੇਂ ਬਣੀ? ਫਿਰ ਗ੍ਰਿਫਤਾਰੀ ਦਾ ਅਜੀਬ ਜਿਹਾ ਕਾਰਨ ਲਿਖਿਆ ਹੈ ਜੋ ਕਿਸੇ ਸੂਰਤ ਵਿੱਚ ਮੰਨਣਯੋਗ ਨਹੀਂ। ਗੱਲ ਇੰਜ ਲੱਗਦੀ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਧਰਮ ਹੇਤ ਦਿੱਲੀ ਜਾਣਾ ਸੁਣ ਕੇ ਨੇੜੇ ਦੇ ਫੌਜਦਾਰ ਨੂੰ ਖਤਰਾ ਭਾਸਿਆ, ਪਰ ਔਰੰਗਜ਼ੇਬ ਵੱਲੋਂ ਕੋਈ ਹੁਕਮ ਨਾ ਹੋਣ ਕਾਰਨ ਉਹ ਗੁਰੂ ਜੀ ਨੂੰ ਹੱਥ ਪਾਉਣ ਤੋਂ ਵੀ ਝਿਜਕਦਾ ਹੋਵੇਗਾ। ਹੋਰ ਸਿੱਖ ਇਤਿਹਾਸਕਾਰਾਂ ਨੇ ਗ੍ਰਿਫਤਾਰੀ ਦਿੱਲੀ ਜਾਂ ਆਗਰਾ ਲਿਖੀ, ਕਿਸੇ ਨੇ ਵੀ ਰੋਪੜ ਲਾਗੇ ਨਹੀਂ ਲਿਖੀ। ਇਹ ਜ਼ਰੂਰ ਲਿਖਿਆ ਹੈ ਕਿ ਜਦ ਅਹਿਦੀਏ ਗੁਰੂ ਜੀ ਪਾਸ ਆਏ ਤਾਂ ਆਪ ਜੀ ਨੇ ਉਸ ਸਮੇਂ ਹੀ ਭਾਵੀ ਬਚਨ ਕਰਦੇ ਆਖ ਦਿੱਤਾ ਸੀ ਕਿ ਇਹ ਜਮਦੇ ਦੂਤ ਹਨ। ਸਹਿਜ ਸੁਭਾਇਕ ਬਾਕ ਉਚਾਰੇ ਆਏ ਜਮ ਕੇ ਅਬ ਹੈ ਰਬਾਰੀ। ਇਹ ਪੂਰੀ ਖਬਰ ਲੈ ਕੇ ਔਰੰਗਜ਼ੇਬ ਵੱਲ ਚੱਲ ਗਏ ਸਨ ਅਤੇ ਮਹਾਰਾਜ ਜੀ ਮਕਬੂਲਪੁਰਾ, ਨਨਹੇੜੀ ਅਤੇ ਹੋਰ ਪਿੰਡਾਂ ਤੋਂ ਹੁੰਦੇ ਸੈਫਾਬਾਦ ਪੁੱਜ ਗਏ ਸਨ। ਚੌਮਾਸਾ ਸੈਫਾਬਾਦ ਹੀ ਕੱਟਿਆ। 4 ਮਹੀਨੇ ਸਰਹੰਦ ਬੰਦੀ ਪਾਈ ਰੱਖਣ ਦੀ ਕੋਈ ਦਲੀਲ ਜਾਂ ਕਾਰਨ ਨਹੀਂ ਸੀ, ਨਾ ਹੀ ਕਿਸੇ ਕੋਲ ਇਸ ਦਾ ਉੱਤਰ ਹੈ। ਪਟਿਆਲਾ ਤੋਂ ਆਪ ਜੀ ਸਮਾਣਾ ਪੁੱਜੇ, ਉੱਥੇ ਪਠਾਣਾਂ ਦੀ ਗੜੀ ਨਿਵਾਸ ਕੀਤਾ। ਇੱਥੇ ਵੀ ਦਿੱਲੀ ਤੋਂ ਸਿਪਾਹੀ ਆਏ ਲਿਖੇ ਹਨ। ਉੱਥੋਂ ਆਪ ਜੀ ਕਰਹਾਲੀ ਚੀਕਾ ਪੁੱਜੇ। ਚੀਕੇ ਦੇ ਮਸੰਦ ਗਲੋਰੇ ਨੂੰ ਕਿਹਾ ਕਿ ਮਸੰਦ ਉਹ ਹੈ ਜੋ ਪੂਰੀ ਭੇਟਾ ਗੁਰੂ ਨੂੰ ਪਹੁੰਚਾਉਂਦਾ ਹੈ। ਗਿਲੋਰਾ ਲਾਲਚੀ ਹੋ ਗਿਆ ਸੀ। ਸੱਚੀ ਗੱਲ ਇਹ ਹੈ ਕਿ ਗੁਰੂ ਕੇ ਧਨ ਕੋ ਜੋ ਜਨ ਹਰ ਹੈ, ਤਹਿਤ ਭੇਜ ਵਿਭੂਤ ਦੁਖੀ ਮਰ ਹੈ। ਐਸਾ ਚੋਰੀ ਕੀਤਾ ਧਨ ਜੁਰੇ ਤੂੰ ਰੱਖਿਆ ਨਿਪਟ ਕਰ, ਜਾਏ ਤੂੰ ਪ੍ਰਾਣ ਸਮੇਤ। ਛੇਤੀ ਹੀ ਸਾਰਾ ਧਨ ਗਲੋਰੇ ਦਾ ਚਲਾ ਗਿਆ। ਉੱਥੋਂ ਗੁਰੂ ਜੀ ਕਰਰੇ, ਪਹੋਏ, ਗੁਹੇਲੇ, ਖਰਕ, ਖਟਕਟ, ਜੀਂਦ, ਲਖਣ ਮਾਜਰਾ, ਰੋਹਤਕ, ਕਨੌੜ ਹੁੰਦੇ ਹੋਏ ਆਗਰਾ ਪੁੱਜੇ। ਪਰੰਪਰਾ ਕੀ ਰੀਤ ਮਹਾਨੀ ਇੱਕ ਪੁਰਾਣਾ ਅਖਾਣ ਹੈ। ਸਰਦਾਰ ਕਰਮ ਸਿੰਘ ਹਿਸਟੋਰੀਅਨ ਆਖਿਆ ਕਰਦੇ ਸਨ ਕਿ ਕਈ ਵਾਰੀ ਲਿਖਤ ਇਤਿਹਾਸ ਭੁਲੇਖਾ ਪਾਊ ਹੁੰਦਾ ਹੈ ਅਤੇ ਬਹੁਤ ਵਾਰੀ ਚੁੱਪ। ਉੱਥੇ ਰਵਾਇਤ ਹੀ ਕੰਮ ਆਉਂਦੀ ਹੈ ਅਤੇ ਉਹ ਠੀਕ ਅਤੇ ਸੱਚੀ ਹੁੰਦੀ ਹੈ। ਉਦਾਹਰਨ ਦਿੰਦੇ ਉਹਨਾਂ ਲਿਖਿਆ ਕਿ ਗੁਰੂ ਹਰ ਰਾਏ ਜੀ ਬਾਰੇ ਲਿਖਤੀ ਇਤਿਹਾਸ ਚੁੱਪ ਸਨ ਕਿ ਉਹ ਗਲੋਟੀਆਂ ਖੁਰਦ ਆਏ ਹਨ ਜਾਂ ਨਹੀਂ, ਪਰ ਉੱਥੋਂ ਦੇ ਉਸਰੇ ਗੁਰਦੁਆਰੇ ਇਹ ਪ੍ਰਗਟਾ ਰਹੇ ਸਨ ਕਿ ਗੁਰੂ ਹਰ ਰਾਏ ਜੀ ਨਾ ਸਿਰਫ ਆਏ ਸਨ, ਸਗੋਂ ਉਹਨਾਂ ਭਾਈ ਹਕੀਕਤ ਰਾਏ ਜੀ ਦੇ ਦਾਦਾ ਲਾਲ ਚੰਦ ਲਾਲਪੁਰੀ ਨੂੰ ਉਪਦੇਸ਼ ਵੀ ਦਿੱਤੇ ਸਨ ਕਿ ਕੇਸ ਨਹੀਂ ਕਟਾਉਣੇ, ਟੋਪੀ ਨਹੀਂ ਪਹਿਨਣੀ ਅਤੇ ਤੰਬਾਕੂ ਨਹੀਂ ਖਾਣਾ। ਗੁਰੂ ਹਰ ਰਾਏ ਨੇ ਚੌਧਰੀ ਲੰਗਾ ਦੇ ਪੁੱਤਰ ਸਿਕੰਦਰ ਨੂੰ ਕਹਿ ਕੇ ਦਾਰਾ ਨੂੰ ਵੀ ਰਾਵੀ ਪਾਰ ਕਰਾਇਆ ਸੀ। ਇਸੇ ਨੂੰ ਪਿੱਛੋਂ ਪੋਥੀ ਪੰਜਾ ਸਾਖੀਆਂ ਵਿੱਚ ਅੰਕਿਤ ਵੀ ਕੀਤਾ ਮਿਲਿਆ। ਸੋ ਸਾਡੀ ਰਵਾਇਤ ਹੈ ਕਿ ਗੁਰੂ ਤੇਗ ਬਹਾਦਰ ਜੀ ਆਗਰਾ ਵਿਖੇ ਗ੍ਰਿਫਤਾਰ ਕਰਕੇ ਵੱਡੀ ਫੌਜ ਦੀ ਨਿਗਰਾਨੀ ਹੇਠਾਂ ਦਿੱਲੀ ਲਿਆਂਦੇ ਗਏ ਅਤੇ ਦਿੱਲੀ ਦੇ ਨਮਾਜ਼ ਸ਼ਫੀ ਖਾਨ ਅਤੇ ਕਿਲੇਦਾਰ ਮੁਲਤਫਤ ਖਾਨ ਦੇ ਹਵਾਲੇ ਕੀਤਾ ਗਿਆ। ਦਿੱਲੀ ਹੀ ਔਰੰਗਜ਼ੇਬ ਦੇ ਹੁਕਮ ਨਾਲ ਕਈ ਦਿਨ ਤਸੀਹੇ ਦੇਣ ਪਿੱਛੋਂ 11 ਨਵੰਬਰ 1675 ਈਸਵੀ ਨੂੰ ਗੁਰੂ ਜੀ ਸ਼ਹੀਦ ਕੀਤੇ ਗਏ। ਸੈਫਾਬਾਦ ਤੋਂ ਹੀ ਆਪ ਜੀ ਸਮਾਣਾ, ਤਮਤਾਨ, ਜੀਂਦ, ਲਖਣ ਮਾਜਰੇ ਅਤੇ ਉੱਥੋਂ ਆਗਰਾ ਪੁੱਜੇ ਸਨ। ਆਗਰੇ ਹੀ ਇੱਕ ਆਜੜੀ ਸੈਯਦ ਅਲੀ ਰਾਹੀਂ ਆਪ ਜੀ ਨੇ ਪ੍ਰਗਟ ਹੋ ਕੇ ਗ੍ਰਿਫਤਾਰੀ ਦਿੱਤੀ। ਸੈਯਦ ਅਲੀ ਰਾਹੀਂ ਪਕੜਾਉਣ ਵਿੱਚ ਵੀ ਉਸ ਬੁੱਢੇ ਆਜੜੀ ਦੀ ਆਸ ਪੂਰਨੀ ਸੀ। ਦਿੱਲੀ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ 3 ਸਿੱਖਾਂ ਭਾਈ ਦਿਆਲਾ ਜੀ, ਭਾਈ ਮਤੀਦਾਸ ਅਤੇ ਭਾਈ ਸਤੀਦਾਸ ਜੀ ਸਮੇਤ ਇੱਕ ਸੁੰਜੀ ਹਵੇਲੀ ਵਿੱਚ ਰੱਖਿਆ ਗਿਆ। ਇਹ ਹਵੇਲੀ ਇਤਨੀ ਪੁਰਾਣੀ, ਡਰਾਉਣੀ ਅਤੇ ਢੱਠੀ ਹੋਈ ਸੀ ਕਿ ਲੋਕੀ ਉੱਥੇ ਪ੍ਰੇਤਾਂ ਦਾ ਵਾਸਾ ਹੀ ਕਹਿੰਦੇ ਸਨ। ਭਾਈ ਊਦਾ ਜੀ, ਭਾਈ ਗੁਰਦਿੱਤਾ ਜੀ ਨੂੰ ਆਪੂ ਹੀ ਨਾਲ ਪਕੜੇ ਜਾਣ ਤੋਂ ਵਰਜ ਦਿੱਤਾ ਸੀ। ਉਹਨਾਂ ਦੇ ਜਿਵੇਂ ਇਹ ਲਗਾਇਆ ਸੀ ਕਿ ਉਹ ਸਾਕੇ ਪਿੱਛੋਂ ਮੌਕਾ ਸੰਭਾਲਣ ਅਤੇ ਸ਼੍ਰੀ ਅਨੰਦਪੁਰ ਸਾਹਿਬ ਖਬਰ ਪਹੁੰਚਾਉਣ। ਉਸ ਹਵੇਲੀ ਤੋਂ ਆਪ ਜੀ ਨੂੰ ਚਾਂਦਨੀ ਚੌਂਕ ਦੀ ਕੋਤਵਾਲੀ ਵਿੱਚ ਪਿੰਜਰੇ ਵਿੱਚ ਪਾ ਕੇ ਰੱਖਿਆ ਗਿਆ। ਦੀਨ ਵਿੱਚ ਆਉਣ ਜਾਂ ਕਰਾਮਾਤ ਦਿਖਲਾਉਣ ਲਈ ਵੀ ਕਿਹਾ ਗਿਆ, ਪਰ ਆਪ ਜੀ ਨੇ ਵਚਨ ਕੀਤਾ, ਜੋ ਆਪਣੇ ਘਰ ਰਹੇ ਸੋ ਦੀਨ ਕਹਾਵੇ, ਦੂਜੇ ਘਰ ਬੇਦੀਨ ਖਾਵੇ। ਅਜਮਤ ਹੈ ਕਹਿਰ ਫਕੀਰ ਨਹੀਂ ਦਿਸੇ, ਸਾਈਂ ਖੜਾ ਸਿਰ ਉੱਪਰ ਹਸੇ। ਬੂਟੇ ਸ਼ਾਹ ਨੇ ਇਹ ਵੀ ਲਿਖਿਆ ਹੈ ਕਿ ਦਰਵੇਸ਼ਾਂ ਕੋਲੋਂ ਕਰਾਮਾਤਾਂ ਦੀ ਮੰਗ ਬਾਦਸ਼ਾਹ ਨੂੰ ਸੋਭਦੀ ਨਹੀਂ, ਸਾਡੇ ਪਾਸ ਅਰਦਾਸ ਤੋਂ ਸਿਵਾ
होर कोई करामात नहीं। अरदास भी ओह ही कबूल हुंदी है जो आजिज हो के कीती जाए। ਇਹ ਚੇਤਾਵਨੀ ਵੀ ਦਿੱਤੀ ਕਿ ਜੋ ਵੀ ਕੋਈ ਰੱਬ ਦੇ ਭੇਦ ਪ੍ਰਗਟ ਕਰਦਾ ਹੈ ਉਹ ਫਿਟਕਾਰ ਅਤੇ ਘਿਰਨਾਯੋਗ ਹੈ। ਸੋਹਣ ਲਾਲ ਸੂਰੀ ਨੇ ਤਾਰੀਖੇ ਪੰਜਾਬ ਵਿੱਚ ਗਵਾਹੀ ਭਰਦੇ ਲਿਖਿਆ ਹੈ ਕਿ ਗੁਰੂ ਕੈਦ ਦੀ ਕੋਠੜੀ ਨੂੰ ਬਾਗ ਦੀ ਸੈਰ ਨਿਆਈ ਤੋਂ ਵੀ ਵੱਧ ਸਮਝਦੇ ਸਨ। ਉਹ ਕੈਦ ਦੇ ਮਿਲੇ ਸਮੇਂ ਨੂੰ ਵਾਹਿਗੁਰੂ ਦੇ ਨਾਮ ਸਿਮਰਨ ਅਤੇ ਅਪਾਰ ਪ੍ਰਭੂ ਦੀ ਯਾਦ ਪਕਾਉਣ ਵਿੱਚ ਬਤੀਤ ਕਰਦੇ। ਆਪ ਜੀ ਤਸੀਹੇ ਝੱਲਦੇ ਮੁੱਖ ਪ੍ਰਸੰਨ ਰਹੇ। ਭਾਵੇਂ ਕਿਤਨੀਆਂ ਖੇਚਲਾਂ ਦਿੱਤੀਆਂ ਗਈਆਂ ਪਰ ਗੁਰੂ ਪਾਤਸ਼ਾਹ ਦਾ ਮੂੰਹ ਇੱਕ ਰਸ ਸੁੰਦਰ ਬਣਿਆ ਰਿਹਾ। ਫਿਰ ਪਿੰਜਰੇ ਵਿੱਚ ਖੜਿਆਂ ਰੱਖਣ ਦਾ ਵੀ ਹੁਕਮ ਦਿੱਤਾ ਗਿਆ। ਬਹੁਤ ਸਖਤੀ ਕਰਨ ਤੇ ਵੀ ਉਹਨਾਂ ਦਾ ਚਿਹਰਾ ਕਦੀ ਵੀ ਨਾ ਮੁਰਝਾਇਆ, ਨਾ ਕੋਈ ਉਲਾਮਾ ਦਿੱਤਾ ਅਤੇ ਨਾ ਹੀ ਕਿਸੇ ਤੱਕ ਕੋਈ ਸ਼ਿਕਾਇਤ ਕੀਤੀ। ਜਿਸ ਦੇਖਿਆ ਪ੍ਰਸੰਨਤਾ ਨਾਲ ਉਹਨਾਂ ਨੂੰ ਖਿੜਿਆ ਹੀ ਵੇਖਿਆ। ਗੁਰੂ ਜੀ ਨੂੰ ਤਸੀਹੇ ਝੱਲਦਿਆਂ ਦੇਖ ਭਾਈ ਮਤੀ ਦਾਸ ਜੀ ਨੇ ਆਗਿਆ ਮੰਗੀ ਕਿ ਜੇ ਹੁਕਮ ਕਰੋ ਤਾਂ ਦਿੱਲੀ ਲਾਹੌਰ ਦੀ ਇੱਟ ਨਾਲ ਇੱਟ ਵਜਾ ਦਿੱਤੀ ਜਾਏ। ਆਪ ਜੀ ਨੇ ਝਾੜਦੇ ਪੁੱਛਿਆ ਕਿ ਉਸਨੇ ਇਹ ਸਾਰੀ ਸ਼ਕਤੀ ਕਿੱਥੋਂ ਲਈ। ਜਦ ਭਾਈ ਜੀ ਨੇ ਕਿਹਾ ਗੁਰੂ ਦੇ ਚਰਨਾਂ ਤੋਂ, ਤਾਂ ਆਪ ਜੀ ਨੇ ਫਰਮਾਇਆ ਇਹ ਹੀ ਭਗਤਾਂ ਸੰਤਾਂ ਅਤੇ ਵਾਹਿਗੁਰੂ ਪਿਆਰਿਆਂ ਵਿੱਚ ਘਾਟ ਹੈ ਕਿ ਥੋੜ੍ਹੀ ਜਿਹੀ ਸ਼ਕਤੀ ਪਾ ਕੇ ਆਪਾ ਜਨਾਉਣ ਲੱਗ ਪੈਂਦੇ ਹਨ। ਜਿਸ ਸਮੁੰਦਰ ਤੋਂ ਜਲ ਦਾ ਤੁਪਕਾ ਵੀ ਸ਼ਕਤੀਵਾਨ ਹੁੰਦੇ ਹਨ, ਉਸੇ ਸਾਗਰ ਅੱਗੇ ਹੰਕਾਰ ਦੇ ਬਚਨ ਬੋਲਣ ਲੱਗ ਪੈਂਦੇ ਹਨ। ਸਿੱਖ ਗੁਰੂ ਭਗਤ ਅਤੇ ਨਾਮੀ ਪੁਰਸ਼ ਨੂੰ ਚਾਹੀਦਾ ਹੈ ਕਿ ਉਹ ਸਦਾ ਨਿਮਰਤਾ ਵਿੱਚ ਟਿਕ ਰਜਾ ਵਿੱਚ ਰਹੇ। ਜਦ ਤਸੀਹੇ ਝੱਲਣ ਦੀ ਖਬਰ ਦਿੱਲੀ ਵਿੱਚ ਫੈਲੀ ਤਾਂ ਕੁਝ ਵਪਾਰੀ ਗੁਰੂ ਦੇ ਨਾਮ ਲੇਵਾ ਕਾਜੀ ਉਲ ਕਜਾਤ ਵਹਾਬ ਅਲੀ, ਜਿਸ ਬਾਰੇ ਇਤਿਹਾਸ ਲਿਖਦਾ ਹੈ ਕਿ ਉਹ ਰਿਸ਼ਵਤਖੋਰ ਅਤੇ ਲਾਲਚੀ ਸੀ, ਪਾਸ ਗਏ ਕਿ ਗੁਰੂ ਜੀ ਨੂੰ 1 ਕਰੋੜ ਰੁਪਏ ਲੈ ਕੇ ਛੱਡ ਦਿੱਤਾ ਜਾਏ। ਬੰਸਾਵਾਲੀ ਨਾਮਾ ਵਾਲਾ ਲਿਖਦਾ ਹੈ ਕਿ ਰੁਪਇਆ ਇਕੱਠਾ ਵੀ ਕਰ ਲਿਆ ਗਿਆ, ਪਰ ਜਦ ਗੁਰੂ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਬਹੁਤ ਗੁੱਸਾ ਕੀਤਾ। ਉਹਨਾਂ ਇਹ ਹੀ ਕਹਿਲਾਇਆ ਸੀ, ਸੀਸ ਹੈ ਸੁਫਣਾ ਇਸ ਅੰਤ ਹੈ ਜਾਣਾ, ਰਜਾਏ ਸਾਈਂ ਦੀ ਸੀਸ ਪਰ ਜੋ ਹੋਵੇ ਉਸ ਦਾ ਭਾਣਾ। ਭਾਈ ਮਤੀ ਦਾਸ ਜੀ ਦੀ ਸ਼ਹਾਦਤ। ਭਾਈ ਮਤੀ ਦਾਸ ਗੁਰੂ ਜੀ ਦੇ ਦੀਵਾਨ ਸਨ। ਮਹਾਰਾਜ ਜੀ ਭਾਈ ਜੀ ਨੂੰ ਆਪਣਾ ਪਿਆਰਾ ਮਿੱਤਰ ਅਤੇ ਵੱਡਾ ਸਾਥੀ ਕਹਿੰਦੇ ਸਨ। ਮਮ ਮਿੱਤਰ ਸਹਾਇਕ ਭਾਰੀ। ਸਿੱਖੀ ਵਿੱਚ ਪੂਰਨ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਖਸ਼ਿਸ਼ ਸਦਾ ਉਹਨਾਂ ਤੇ ਰਹਿੰਦੀ ਸੀ। ਸਾਰਾ ਸਿੱਖ ਜਗਤ ਉਹਨਾਂ ਦੇ ਕਹੇ ਤੇ ਚੱਲਦਾ ਸੀ। ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਸਨ। ਭਾਈ ਪਿਰਾਗਾ ਦੇ ਖਾਨਦਾਨ ਵਿੱਚੋਂ ਸਨ। ਉਹਨਾਂ ਦੇ ਵਡੇਰੇ ਜੇਹਲਮ ਰਹਿੰਦੇ ਸਨ। ਭਾਈ ਗੁਰਦਾਸ ਜੀ ਨੇ ਭਾਈ ਪਿਰਾਗਾ ਦਾ ਜ਼ਿਕਰ 5ਵੇਂ ਪਾਤਸ਼ਾਹ ਦੇ ਸਿੱਖਾਂ ਦੀ ਸੂਚੀ ਵਿੱਚ ਕੀਤਾ ਹੈ। ਪੁਰਖ ਪਿਰਾਗਾ ਸ਼ਬਦ ਅਧਾਰਾ। 5ਵੇਂ ਪਾਤਸ਼ਾਹ ਨੇ ਉਹਨਾਂ ਨੂੰ ਉਪਦੇਸ਼ ਦਿੰਦੇ ਕਿਹਾ ਸੀ ਕਿ ਇੰਦਰੀਆਂ ਸੰਕੋਚ ਕੇ ਸਵਾਸ ਵਾਹਿਗੁਰੂ ਦਾ ਜਾਪ ਕਰਨਾ। ਉਹ ਇਤਨੇ ਵਿਪਾਕ ਹੋ ਗਏ ਸਨ ਕਿ ਜਦ ਪੰਡਤਾਂ ਕਿਹਾ ਕਿ ਤੁਸੀਂ ਕਰਮ ਧਰਮ ਛੱਡ ਦਿੱਤਾ ਹੈ ਤਾਂ ਭਾਈ ਪਿਰਾਗਾ ਜੀ ਨੇ ਕਿਹਾ ਤੁਸੀਂ ਤਾਂ ਕਹਿੰਦੇ ਹੋ ਜਿਸ ਘਰ ਸੂਤਕ ਜਾਂ ਮ੍ਰਿਤਕ ਹੋਵੇ ਉੱਥੇ ਕਰਮ ਕੀਤੇ ਕੰਮ ਨਹੀਂ ਆਉਂਦੇ। ਸਾਡਾ ਅਗਿਆਨ ਪਿਤਾ ਮਰ ਗਿਆ ਹੈ ਅਤੇ ਗਿਆਨ ਪੁੱਤਰ ਜਨਮਿਆ ਹੈ, ਇਸ ਲਈ ਕਰਮ ਨਹੀਂ ਕਰਦੇ। ਭੱਟ ਵਹੀ ਮੁਲਤਾਨੀ ਸਿੰਧੀ ਵਿੱਚ ਭਾਈ ਮਤੀ ਦਾਸ ਜੀ ਦੀ ਬੰਸ ਬਾਰੇ ਇਸ ਤਰ੍ਹਾਂ ਲਿਖਿਆ ਹੈ। ਗੈਲੋ ਮਤੀ दास सती दास बेटे हीरा नंद के पोतरे लखी दास के पड़पोतरे पिरागा के वंश गौतम का सारसुती भागवत गोत्रे शिंबर ब्राह्मण मारे गए। ਭਾਈ ਮਤੀ ਦਾਸ ਦੇ ਕਰਾਮਾਤ ਦਿਖਲਾਉਣ ਦੇ ਬਚਨ ਅਲੰਕਾਰਾਂ ਸੁਣ ਲਏ ਸਨ ਅਤੇ ਉਹ ਸਖਤ ਤੋਂ ਸਖਤ ਤਸੀਹਾ ਦੇਣ ਲਈ ਤੁਲ ਪਏ। ਇੱਕ ਤਾਂ ਗੁਰੂ ਜੀ ਦੇ ਅਨੰਨ ਸਿੱਖ ਨੂੰ ਤਸੀਹੇ ਦੇ ਕੇ ਗੁਰੂ ਜੀ ਨੂੰ ਵੀ ਭੈਭੀਤ ਕਰਨਾ ਚਾਹੁੰਦੇ ਸਨ। ਦੂਜੇ ਪ੍ਰਗਟ ਕਰਨਾ ਚਾਹੁੰਦੇ ਸਨ ਕਿ ਜੇ ਸਿੱਖ ਨੂੰ ਇਹ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਗੁਰੂ ਨੂੰ ਹੋਰ ਕਰੜੀ ਸਜ਼ਾ ਲਈ ਤਿਆਰ ਰਹਿਣਾ ਚਾਹੀਦਾ ਹੈ। ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਨ ਦਾ ਹੁਕਮ ਸੁਣਾਇਆ ਗਿਆ। ਜਲਾਦਾਂ ਨੇ ਭਾਈ ਜੀ ਕੋਲੋਂ ਆਖਰੀ ਮੰਗ ਪੁੱਛੀ ਤਾਂ ਉਹਨਾਂ ਕੇਵਲ ਇਹ ਹੀ ਕਿਹਾ ਕਿ ਜਦ ਉਹਨਾਂ ਨੂੰ ਆਰੇ ਨਾਲ ਚੀਰਿਆ ਜਾਏ ਉਹਨਾਂ ਦਾ ਮੂੰਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲ ਹੋਵੇ। ਮਹਿਮਾ ਪ੍ਰਕਾਸ਼ ਦੇ ਕਥਨ ਅਨੁਸਾਰ 2 ਤਖਤ ਮੋਦੀਆ ਬੰਦਾਏ ਜਲਾਦਨ ਕੋ ਹੁਕਮ ਕਰਵਾਇਆ ਆਰੇ ਸੋ ਤਿਸ ਤਿਸ ਤਨ ਚਿਰਾਇਆ। ਜਿਉਂ-ਜਿਉਂ ਆਰਾ ਚੱਲ ਰਿਹਾ ਸੀ ਭਾਈ ਸਾਹਿਬ ਆਰਾ ਪਿਆਰਾ ਲੱਗਦਾ ਹੈ ਹੀ ਕਹਿ ਰਹੇ ਸਨ ਅਤੇ ਦਰਸਾ ਗਏ ਸਨ ਕਿ ਜੋ ਸਿਦਕ ਦੀਆਂ ਸਤਿਗੁਰ ਨੇ ਸੋ ਨਾ ਹਾਰਾ ਜਾਏ। ਜਦ ਤਨ ਦੇ 2 ਟੁਕੜੇ ਹੋ ਕੇ ਜ਼ਮੀਨ ਤੇ ਡਿੱਗੇ ਤਾਂ ਦੋਵਾਂ ਵਿੱਚੋਂ ਜਪਜੀ ਦੀ ਆਵਾਜ਼ ਆ ਰਹੀ ਸੀ। ਇਹ ਦ੍ਰਿਸ਼ ਦੇਖ ਲੋਕੀ ਮੂੰਹ ਵਿੱਚ ਉਂਗਲਾਂ ਪਾ ਧੰਨ ਗੁਰੂ ਅਤੇ ਧੰਨ ਸਿੱਖੀ ਆਖ ਰਹੇ ਸਨ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ ਅਰਧੋ ਅਰਧ ਚਿਰਾਏ ਸੁਡਾਰਾ ਪਰਿਓ ਪ੍ਰਿਥੀ ਪਰ ਹੋਏ ਦੁਫਾਰਾ।
दोनों तांते जपजी पढ़े, हेरत सब के आश्चर्य बड़े। भाई दयाला जी भाई मनी सिंह जी ਦੇ ਸਕੇ ਭਰਾ ਸਨ। ਗੁਰੂ ਗੋਬਿੰਦ ਸਿੰਘ ਜੀ ਦੇ ਇਤਨੇ ਪਿਆਰੇ ਸਨ ਕਿ ਗੁਰੂ ਜੀ ਸਦਾ ਉਹਨਾਂ ਨੂੰ ਭਾਈ ਜੀ ਕਹਿ ਕੇ ਬੁਲਾਉਂਦੇ ਸਨ। ਇੱਕ ਹੁਕਮਨਾਮੇ ਵਿੱਚ ਤਾਂ ਇੱਥੋਂ ਤੱਕ ਹੁਕਮ ਕੀਤਾ ਸੀ ਕਿ ਭਾਈ ਦਇਆਲਾ ਜੀ ਦਾ ਆਖਿਆ ਉਹਨਾਂ ਦਾ ਆਖਿਆ ਹੈ। ਉਹਨਾਂ ਵੀ ਸਿਦਕ ਦੀ ਹੱਦ ਛੂਹ ਕੇ ਦਿਖਾਈ। ਭੱਟ ਵਹੀ ਮੁਲਤਾਨੀ ਸਿੰਧੀ ਮੁਤਾਬਕ ਆਪ ਜੀ ਨੂੰ ਸ਼ਾਹੀ ਹੁਕਮ ਦੁਆਰਾ ਚਾਂਦਨੀ ਚੌਂਕ ਸ਼ਹੀਦ ਕੀਤਾ ਗਿਆ। ਭਾਈ ਦਇਆਲਾ ਜੀ ਨੇ ਸ਼ਹੀਦ ਹੋਣ ਵੇਲੇ ਜੋ ਅਰਦਾਸ ਕੀਤੀ ਉਹ ਇਹ ਹੀ ਪ੍ਰਗਟ ਕਰਦੀ ਹੈ ਕਿ ਸਿੱਖਾਂ ਵਿੱਚ ਗੁਰੂ ਦੀ ਜੋਤ ਕੰਮ ਕਰ ਰਹੀ ਸੀ। ਭਾਈ ਜੀ ਨੇ ਅਰਦਾਸ ਕਰਦੇ ਕਿਹਾ ਕਿ ਹੇ ਗੁਰੂ ਅਰਜਨ ਜੀ, ਅੱਗੇ ਤੁਸੀਂ ਇੱਕ ਵਾਰੀ ਚੰਦੂ ਦੀ ਦੇਗ ਵਿੱਚ ਉਬਲੇ ਸੀ, ਹੁਣ ਔਰੰਗਜ਼ੇਬ ਦੀ ਦੇਗ ਵਿੱਚ ਆ ਕੇ ਉਬਲਦੇ ਸਿੱਖ ਦੀ ਲਾਜ ਰੱਖੋ। ਲੋਕੀ ਕਹਿੰਦੇ ਹਨ ਕਿ ਭਾਈ ਦਇਆਲਾ ਜੀ ਉਬਲੇ, ਪਰ ਸੱਚੀ ਗੱਲ ਇਹ ਹੈ ਕਿ ਸਿੱਖਾਂ ਵਿੱਚ ਸਤਿਗੁਰੂ ਵਰਤਦਾ ਹੈ ਅਤੇ ਭਾਈ ਦਇਆਲਾ ਜੀ ਦੇ ਰੂਪ ਵਿੱਚ ਫਿਰ ਪੰਜਵੇਂ ਪਾਤਸ਼ਾਹ ਹੀ ਉਬਲੇ ਸਨ। ਖਿੜੇ ਮੱਥੇ ਸ਼ਹੀਦੀਆਂ ਪਾ ਗਏ। ਪੰਥ ਪ੍ਰਕਾਸ਼ ਦੇ ਲਿਖੇ ਮੁਤਾਬਿਕ ਆਗਿਣ ਦੇਖ ਕੇ ਨੀਚੇ ਜਗਨ ਕਰਾ ਦਈ, ਹੋ ਸਿੱਖ ਨੇ ਨੱਕ ਨਾ ਵੱਟਿਓ, ਹਾਈ ਨਾ ਸੀ ਪਈ। ਸ਼ਹਾਦਤ ਦੀ ਇਤਨੀ ਲੰਮੇਰੀ ਸੂਚੀ ਹੈ ਕਿ ਇਸ ਵਿੱਚ ਕਈ ਸ਼ਹੀਦ ਸਾਡੀ ਨਜ਼ਰੋਂ ਛੁਪੇ ਹੀ ਰਹੇ। ਉਹਨਾਂ ਵਿੱਚੋਂ ਇੱਕ ਮਹਾਨ ਸ਼ਹੀਦ ਭਾਈ ਸਤੀ ਦਾਸ ਜੀ ਹਨ, ਜਿਨ੍ਹਾਂ ਨੇ ਆਪਣੇ ਭਰਾ ਮਤੀ ਦਾਸ ਨਾਲ ਚਾਂਦਨੀ ਚੌਂਕ ਸ਼ਹੀਦੀ ਪਾਈ। ਭਾਈ ਮਤੀ ਦਾਸ ਦੀਵਾਨ ਸਨ ਅਤੇ ਸਤੀ ਦਾਸ ਲਿਖਾਰੀ। ਜੋ ਗੁਰੂ ਜੀ ਬਚਨ ਕਰਦੇ ਆਪ ਜੀ ਫਾਰਸੀ ਅੱਖਰਾਂ ਵਿੱਚ ਉਤਾਰ ਲੈਂਦੇ ਅਤੇ ਪਿੱਛੋਂ ਗੁਰੂ ਜੀ ਗੁਰਮੁਖੀ ਅੱਖਰਾਂ ਵਿੱਚ ਪੋਥੀਆਂ ਵਿੱਚ ਭਾਈ ਮਣੀ ਸਿੰਘ ਜੀ ਕੋਲੋਂ ਲਿਖਵਾ ਲੈਂਦੇ। ਬੰਸਾਵਾਲੀ ਨਾਮੇ ਨੇ ਲਿਖਿਆ ਹੈ ਕਿ ਬਾਣੀ ਜੋ ਸਾਹਿਬ ਕਰਨ ਉਚਾਰ, ਸੋ ਸਤੀ ਦਾਸ ਨਿਤ ਕਰੇ ਫਾਰਸੀ ਅੱਖਰਾਂ ਵਿੱਚ ਉਤਾਰ। ਇਹ ਵੀ ਲਿਖਿਆ ਹੈ ਕਿ ਜੋ ਬਚਨ ਆਪ ਜੀ ਨੇ ਦਿੱਲੀ ਬੰਦੀਖਾਨੇ ਵਿੱਚ ਕੀਤੇ ਉਹ ਭਾਈ ਮਤੀ ਦਾਸ ਜੀ ਨੇ ਲਿਖ ਲਏ ਸਨ, ਪਰ ਅਲੰਕਾਰਾਂ ਨੇ ਖੋਹ ਲਏ। ਨਿਤ ਸਾਹਿਬ ਬਾਣੀ ਉਚਾਰਦੇ ਸਨ ਅਤੇ ਸਤੀ ਦਾਸ ਲਿਖ ਕੇ ਰੱਖਣ ਅਮਾਨ। ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਆਪ ਜੀ ਬਾਕੀ ਦੋਹਾਂ ਸਿੱਖਾਂ ਵਾਂਗ ਹੱਸ-ਹੱਸ ਸ਼ਹੀਦੀ ਪਾ ਕੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾ ਗਏ। ਸੀਸ ਦਿਆ ਪਰ ਸਿਰ ਨਾ ਦਿਆ। ਤਿੰਨ ਸੰਗੀ ਸਿੱਖਾਂ ਨੂੰ ਸ਼ਹੀਦ ਹੁੰਦਾ ਆਪਣੇ ਸਾਹਮਣੇ ਵੇਖ ਕੇ ਵੀ ਗੁਰੂ ਜੀ ਅਡੋਲ ਰਹੇ। ਇਹ ਹੀ ਕਹਿਣਾ ਬਣਦਾ ਹੈ, ਧੰਨ ਗੁਰੂ ਤੇਰੀ ਵਡਿਆਈ, ਇੱਕ ਰਸ ਸੁੱਖ ਦੁੱਖ ਬਿਰਤ ਟਿਕਾਈ। ਔਰੰਗਜ਼ੇਬ ਦੇ ਹੁਕਮ ਆ ਚੁੱਕੇ ਸਨ ਕਿ ਕਿਸੇ ਵੀ ਤਰਕੀਬ, ਛਲ ਜਾਂ ਲਾਲਚ ਨਾਲ ਉਹਨਾਂ ਨੂੰ ਦੀਨ ਵਿੱਚ ਲਿਆਂਦਾ ਜਾਏ। ਵੱਡੇ ਕਾਜੀ ਅਬਦੁਲ ਵਹਾਬ ਬੋਹਰਾ ਨੇ ਗੁਰੂ ਜੀ ਨੂੰ ਇਹ ਦਲੀਲ ਵੀ ਦਿੱਤੀ ਕਿ ਸਿਆਣੇ ਲੋਕ ਹਕੂਮਤ ਦਾ ਹੀ ਪੱਖ ਲੈਂਦੇ ਹਨ ਅਤੇ ਹਕੂਮਤ ਵਿਰੁੱਧ ਨਹੀਂ ਲੜਦੇ। ਤੁਸੀਂ ਵੀ ਔਰੰਗਜ਼ੇਬ ਦੀ ਟੇਕ ਲੈ ਕਿਉਂ ਸੁੱਖ ਨਹੀਂ ਭੋਗਦੇ। ਫਿਰ ਔਰੰਗਜ਼ੇਬ ਦੀ ਦੋਹੀ ਸਾਰੇ ਦੇਸ਼ ਵਿੱਚ ਫਿਰ ਰਹੀ ਹੈ ਅਤੇ ਕੋਈ ਬਲ ਵਾਲਾ ਨਹੀਂ ਹੈ ਜੋ ਇਸ ਦੇ ਮੁਕਾਬਲੇ ਤੇ ਆ ਸਕੇ। ਮਹਾਰਾਜ ਨੇ ਕਿਹਾ, ਵਾਹਿਗੁਰੂ ਨੂੰ ਵਿਸਾਰ ਕੇ ਤੁਸਾਂ ਬੁਰਾਈ ਵੱਲ ਲੱਕ ਬੱਧਾ ਹੈ। ਇਸ ਵਿੱਚ ਤੁਹਾਨੂੰ ਕਾਮਯਾਬੀ ਨਹੀਂ ਹੋਣ ਲੱਗੀ। ਲਾਲਚ ਵੀ ਦਿੱਤੇ ਗਏ, ਪਰ ਆਪ ਜੀ ਦਾ ਇਹ ਹੀ ਬਚਨ ਸੀ ਕਿ ਲਾਲਚ ਦੀਆਂ ਗੱਲਾਂ ਕਰਦੇ ਹੋ। ਸਾਨੂੰ ਦੁਨੀਆ ਨਾਲ ਪਿਆਰ ਨਹੀਂ, ਦੀਨ ਨਾਲ ਹੈ। ਰਾਖੇਂਗੇ ਨਿਜ ਧਰਮ ਨਾ ਹਾਰੇ। ਜਦ ਸਾਰੇ ਹਥਿਆਰ ਖੁੰਡੇ ਹੋ ਗਏ ਤਾਂ ਨਿਰਣਾ ਲੈਣ ਲਈ ਤਿੰਨ ਮੱਤ ਗੁਰੂ ਜੀ ਸਾਹਮਣੇ ਰੱਖੇ ਗਏ। ਪਹਿਲਾ ਇਹ ਹੈ ਕਿ ਕਲਮਾ ਪੜ੍ਹ ਕੇ ਸ਼ਰਅ ਦੇ ਧਾਰਨੀ ਹੋਵੋ ਅਤੇ ਬਾਦਸ਼ਾਹ ਦੇ ਦਿੱਤੇ ਸੁੱਖਾਂ ਨੂੰ ਭੋਗੋ। ਜੇ ਹੱਠ ਕਰਕੇ ਤੁਸੀਂ ਇਹ ਨਹੀਂ ਮੰਨਦੇ ਤਾਂ ਦੂਜਾ ਇਹ ਹੈ ਕਿ ਤੁਹਾਡੇ ਬਾਰੇ ਪ੍ਰਸਿੱਧ ਹੈ ਕਿ ਤੁਸੀਂ ਕਰਾਮਾਤ ਕਾਮਿਲ ਹੋ ਅਤੇ ਬਾਦਸ਼ਾਹ ਦੇ ਕਹਿਣ ਮੁਤਾਬਕ ਕਰਕੇ ਦਿਖਾ ਦੇਵੋ ਅਤੇ ਉਸ ਦੀਆਂ ਖੁਸ਼ੀਆਂ ਲਵੋ। ਤੁਹਾਡਾ ਹੀ ਪੋਤਰਾ ਰਾਮ ਰਾਏ ਕਈ ਵਾਰੀ ਦਿਖਾ ਚੁੱਕਾ ਹੈ। ਜੇ ਇਹ ਤੁਹਾਨੂੰ ਦੋਵੇਂ ਮਨਜ਼ੂਰ ਨਹੀਂ ਤਾਂ ਤੁਸੀਂ ਆਪਣੇ ਹੱਥੀਂ ਆਪਣਾ ਨਾਸ ਕਰਨ ਲਈ ਤਿਆਰ ਹੋ ਜਾਵੋ। ਗੱਲ ਨੂੰ ਮੁਕਾਉਂਦੇ ਹੋਏ ਕਾਜੀ ਨੇ ਕਿਹਾ, ਤਿੰਨੇ ਸੁਝਾਅ ਆਪ ਜੀ ਦੇ ਸਾਹਮਣੇ ਹਨ। ਭਾਵੇਂ ਕਲਮਾ ਪੜ੍ਹੋ, ਭਾਵੇਂ ਕਰਾਮਾਤ ਦਿਖਾਓ ਜਾਂ ਆਪਣੇ ਮਰਨ ਨੂੰ ਪ੍ਰਵਾਨ ਕਰੋ। ਗੁਰੂ ਤੇਗ ਬਹਾਦਰ ਜੋ ਧਰਮ ਨਿਭਾਣੇ ਵਿਖੇ ਬਹਾਦਰ ਜਗਤ ਵਿੱਚ ਪ੍ਰਸਿੱਧ ਹਨ ਨੇ ਕੇਵਲ ਇਤਨਾ ਹੀ ਉੱਤਰ ਦਿੱਤਾ ਕਿ ਧਰਮ ਤਿਆਗਣ ਦਾ ਸਵਾਲ ਹੀ ਨਹੀਂ ਅਤੇ ਕਰਾਮਾਤ ਕਹਿਰ ਦਾ ਦੂਜਾ ਨਾਂ ਹੈ। ਵਾਹਿਗੁਰੂ ਦੇ ਪਿਆਰੇ ਇਹ ਕਹਿਰ ਨਹੀਂ ਕਰਦੇ। ਬਾਜੀਗਰ ਕੁਝ ਹੱਥ ਦੇ ਤਮਾਸ਼ੇ ਦਿਖਾ ਕੇ ਲੋਕਾਂ ਕੋਲੋਂ ਪਦਾਰਥ ਦੀ ਇੱਛਾ ਕਰਦਾ ਹੈ। ਸਾਨੂੰ ਕਿਸੇ ਪਦਾਰਥ ਦੀ ਲੋੜ ਨਹੀਂ। ਕਰਾਮਾਤ ਕਰਨ ਵਾਲੇ ਜਿੱਥੇ ਵਾਹਿਗੁਰੂ ਦੇ ਪਿਆਰੇ ਇਕੱਠੇ ਹੋਣਗੇ ਉਹਨਾਂ ਵਿੱਚ ਬੈਠਿਆਂ ਸ਼ਰਮਿੰਦਗੀ ਮਹਿਸੂਸ ਕਰਨਗੇ। ਸਾਨੂੰ ਦੋਵੇਂ ਗੱਲਾਂ ਨਹੀਂ ਪ੍ਰਵਾਨ। ਭਾਵੇਂ ਤੁਸੀਂ ਇੱਕ ਵਾਰ ਕਹੋ ਜਾਂ ਕਰੋੜ ਵਾਰ, ਤੀਜੀ ਗੱਲ ਸ਼ਹੀਦੀ ਹੀ ਸਾਨੂੰ ਪ੍ਰਵਾਨ ਹੈ। ਕਾਜੀ ਨੇ ਫਤਵਾ ਸੁਣਾ ਦਿੱਤਾ। ਖਾਲਿਸਾ ਨਾਮਾ ਵਿੱਚ ਰਤਨ ਚੰਦ ਨੇ ਸੋਹਣਾ ਲਿਖਿਆ ਹੈ ਕਿ ਉਹਨਾਂ ਦੇ ਆਖੇ ਲੱਗ ਜਿਨ੍ਹਾਂ ਨੂੰ ਰੱਬੀ ਰਾਹ ਦੀ ਰਤਾ ਭਰ ਸੋਝੀ ਨਹੀਂ ਸੀ। ਔਰੰਗਜ਼ੇਬ ਨੇ ਸ਼ਹੀਦ ਕਰਨ ਦਾ ਹੁਕਮ ਸੁਣਾਇਆ। ਸ਼ਹਿਰ ਵਿੱਚ ਢੰਡੋਰਾ ਪਟਵਾ ਦਿੱਤਾ ਗਿਆ। ਜਲਾਦ ਜਲਾਲੁੱਦੀਨ ਨੇ ਤਲਵਾਰ ਤਿੱਖੀ ਕਰ ਲਈ। ਇੱਕ ਨਵਾਂ
ਚਬੂਤਰਾ ਬਣਾ ਕੇ ਤਿਆਰ ਕਰ ਲਿਆ ਗਿਆ। ਪਹਿਰੇ ਲੱਗ ਗਏ। ਮਹਾਰਾਜ ਨੂੰ ਪਿੰਜਰੇ ਵਿੱਚੋਂ ਕੱਢਿਆ ਗਿਆ। ਆਪ ਜੀ ਨੇ ਖੂਹ ਤੋਂ ਇਸ਼ਨਾਨ ਕੀਤਾ, ਜਪਜੀ ਦਾ ਪਾਠ ਕੀਤਾ। ਦੁਪਹਿਰ ਢਲੇ ਗੁਰੂ ਜੀ ਨੂੰ ਕੋਤਵਾਲੀ ਤੋਂ ਬਾਹਰ ਲਿਆਂਦਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇਕੱਠੇ ਸਨ। ਕਾਜੀ ਨੇ ਫਿਰ ਸ਼ਰਤਾਂ ਰੱਖੀਆਂ, ਪਰ ਆਪ ਜੀ ਨੇ ਫਿਰ ਉਹ ਗੱਲ ਕਹੀ ਕਿ ਰਾਖੇਂਗੇ ਨਿਜ ਧਰਮ ਨਾ ਹਾਰੇ। ਜਲਾਦ ਨੇ ਤਲਵਾਰ ਚਲਾਈ ਅਤੇ ਆਪ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਸਾਕਾ ਹੁੰਦਿਆਂ ਹੀ ਉਹ ਗਰਦ ਗੁਬਾਰ ਤੂਫਾਨ ਉੱਠਿਆ ਕਿ ਕਿਸੇ ਨੂੰ ਕੁਝ ਸੁਝਾਈ ਨਾ ਦੇਵੇ। ਸਭੋ ਪਾਸੇ ਹਾਹਾਕਾਰ ਮੱਚ ਗਈ। ਇੱਕ ਦੂਜੇ ਤੇ ਢਹਿਣ ਲੱਗੇ। ਪਹਿਰੇਦਾਰ, ਫੌਜੀ ਤੇ ਸਿਪਾਹੀ ਅੰਦਰ ਜਾ ਲੁਕੇ। ਇਤਨਾ ਤੂਫਾਨ ਸੀ ਕਿ ਦਿੱਲੀ ਹਿਲਦੀ ਨਜ਼ਰ ਆਉਂਦੀ ਪਈ ਸੀ। ਸਭ ਦੀਆਂ ਛਾਤੀਆਂ ਧੜਕ ਰਹੀਆਂ ਸਨ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿੱਚ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰਲੋਕ। ਸ਼੍ਰੀਨਗਰ ਨੂੰ ਭਿਆਨਕ ਅੱਗ ਨੇ ਲਪੇਟ ਲਿਆ ਸੀ। ਭਾਈ ਜੈਤਾ ਜੀ ਦਿਲਵਾਲੀ ਗਲੀ ਦਿੱਲੀ ਦੇ ਰਹਿਣ ਵਾਲੇ ਸਨ। ਦਿਲਵਾਲੀ ਗਲੀ ਹੀ ਭਾਈ ਨਾਨੂ ਜੀ ਦਾ ਘਰ ਸੀ। ਭਾਈ ਊਦਾ ਜੀ ਅਤੇ ਭਾਈ ਗੁਰਦਿੱਤਾ ਜੀ ਵੀ ਉੱਥੇ ਆ ਟਿਕੇ ਸਨ। ਭਾਈ ਜੈਤਾ ਨੇ ਵਿਉਂਤ ਬਣਾ ਲਈ ਸੀ ਕਿ ਗੁਰੂ ਤੇਗ ਬਹਾਦਰ ਦੇ ਸ਼ਹੀਦ ਹੁੰਦੇ ਸਾਰ ਹੀ ਸੀਸ ਉਠਾ ਲਿਆ ਜਾਏ। ਧੜ ਨੂੰ ਉਠਾਉਣ ਤੇ ਆਦਰ ਨਾਲ ਸੰਸਕਾਰ ਕਰਨ ਲਈ ਭਾਈ ਲੱਖੀ ਸ਼ਾਹ ਨੇ ਪੂਰੀ ਤਿਆਰੀ ਕਰ ਲਈ। ਰਾਏ ਬਹਾਦਰ ਕਨ੍ਹਈਆ ਲਾਲ ਨੇ ਤਰੀਖੇ ਪੰਜਾਬ ਦੇ ਪੰਨਾ 32 ਤੇ ਲਿਖਿਆ ਹੈ ਕਿ ਭਾਈ ਜੈਤਾ ਜੀ ਨੇ ਆਪਣੇ ਪਿਤਾ ਭਾਈ ਆਗਿਆ ਰਾਮ ਨੂੰ ਕਿਹਾ ਕਿ ਮਹਾਰਾਜ ਦੇ ਸੀਸ ਦੀ ਬੇਅਦਬੀ ਨਹੀਂ ਹੋਣੀ ਦੇਣੀ ਅਤੇ ਧੜ ਹਰ ਸੂਰਤ ਉਠਾਉਣੀ ਹੈ। ਇਸ ਲਈ ਇੱਕ ਵਿਉਂਤ ਇਹ ਹੈ ਕਿ ਸੀਸ ਦੀ ਥਾਂ ਸੀਸ ਜ਼ਰੂਰ ਟਿਕਾਇਆ ਜਾਵੇ ਤਾਂ ਕਿ ਕੁਝ ਦੇਰ ਭੁਲੇਖਾ ਪਿਆ ਰਹੇ ਅਤੇ ਰਾਜ ਖੁੱਲ੍ਹਣ ਤੱਕ ਪੈਂਡਾ ਕਾਫੀ ਮਾਰ ਲਿਆ ਜਾਏ। ਬਾਪ ਨੇ ਕਿਹਾ, ਜੇ ਭੁਲੇਖਾ ਹੀ ਪਾਉਣਾ ਹੈ ਤਾਂ ਮੁਨਾਸਿਬ ਇਹ ਹੈ ਕਿ ਉਸ ਦਾ ਸੀਸ ਕੱਟ ਕੇ ਗੁਰੂ ਦੀ ਥਾਂ ਰੱਖਿਆ ਜਾਏ। ਬੇਟੇ ਨੇ ਬਖੁਸ਼ੀ ਖਾਤਰ ਬਾਪ ਦਾ ਕਹਿਣਾ ਮਨਜ਼ੂਰ ਕੀਤਾ ਅਤੇ ਪਿਤਾ ਦਾ ਸੀਸ ਕੱਟ ਉੱਥੇ ਚਾਂਦਨੀ ਚੌਂਕ ਵਿੱਚ ਸੁੱਟ ਅਤੇ ਚੱਲਦੀ ਹਨੇਰੀ ਤੂਫਾਨ ਵਿੱਚ ਆਪਣੇ ਦੋ ਸਾਥੀ ਭਾਈ ਨਨੂਆ ਅਤੇ ਭਾਈ ਅੱਡਾ ਜੀ ਨਾਲ ਸੀਸ ਲੈ ਕੇ ਅਨੰਦਪੁਰ ਵੱਲ ਚੱਲ ਪਿਆ। 5 ਪੜਾਅ ਰਾਹ ਵਿੱਚ ਕੀਤੇ। ਪਹਿਲਾ ਬਾਗਪੱਟ, ਦੂਜਾ ਤਰੌੜੀ, ਤੀਜਾ ਅਨਾਜ ਮੰਡੀ, ਚੌਥਾ ਨਾਭਾ ਸਾਹਿਬ ਅਤੇ ਪੰਜਵਾਂ ਬਿਬਾਨਸਰ ਕਿਰਤਪੁਰ ਪਤਾਲਪੁਰੀ। ਆਦਰ ਨਾਲ ਸੀਸ ਟਿਕਾ ਕੇ ਭਾਈ ਅੱਡਾ ਜੀ ਖਬਰ ਦੇਣ ਗਏ ਅਤੇ ਉੱਥੋਂ ਸੰਗਤਾਂ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਦਸ਼ਮੇਸ਼ ਗੁਰੂ ਕਿਰਤਪੁਰ ਪੁੱਜੇ। ਕਿਰਤਪੁਰ ਇਸ ਲਈ ਸਿਰ ਟਿਕਾਇਆ ਸੀ ਕਿਉਂਕਿ ਪਤਾਲਪੁਰੀ ਹੀ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਹਰ ਰਾਏ ਜੀ ਦੇ ਅੰਗੀਠੇ ਸਨ ਅਤੇ ਇਹ ਪੁੱਛਣਾ ਜ਼ਰੂਰੀ ਸੀ ਕਿ ਸੰਸਕਾਰ ਕਿਰਤਪੁਰ ਤਾਂ ਨਹੀਂ ਕਰਨਾ। ਦਸ਼ਮੇਸ਼ ਗੁਰੂ ਨੇ ਅਨੰਦਪੁਰ ਹੀ ਸੰਸਕਾਰ ਕਰਨ ਦਾ ਫੈਸਲਾ ਕੀਤਾ। ਸੰਗਤਾਂ ਕੀਰਤਨ ਕਰਦੀਆਂ ਸੀਸ ਨੂੰ ਅਨੰਦਪੁਰ ਲੈ ਆਈਆਂ। ਮਾਤਾ ਗੁਜਰੀ ਜੀ ਨੇ ਜਦ ਪਤੀ ਗੁਰੂ ਦਾ ਸੀਸ ਦੇਖਿਆ ਤਾਂ ਅਡੋਲ ਰਹੇ ਅਤੇ ਮੱਥਾ ਟੇਕ ਕੇ ਫਰਮਾਇਆ, ਤੁਹਾਡੀ ਨਿਭ ਗਈ, ਮੇਰੀ ਵੀ ਨਿਭ ਆਈ। ਸੀਸ ਨੂੰ ਗੁਲਾਬ ਦੇ ਜਲ ਨਾਲ ਧੋਤਾ ਅਤੇ ਚੰਦਨ ਦੀ ਚਿਖਾ ਤੇ ਰੱਖ ਸੰਸਕਾਰ ਕੀਤਾ। ਜੁੜੀਆਂ ਸੰਗਤਾਂ ਨੂੰ ਕਲਗੀ ਵਾਲੇ ਨੇ ਸੰਬੋਧਨ ਕਰਦੇ ਕਿਹਾ ਕਿ ਮਨ ਡਲਾਉਣ ਦੀ ਲੋੜ ਨਹੀਂ। ਗੁਰੂ ਅਰਜਨ ਜੀ ਫਰਮਾ ਗਏ ਹਨ ਕਿ ਪਰਉਪਕਾਰੀ ਜਨ ਇਸੇ ਲਈ ਆਉਂਦੇ ਹਨ ਕਿ ਲੋਕਾਂ ਨੂੰ ਜੀ ਦਾਨ ਦੇ ਭਗਤੀ ਲਾਉਣ ਅਤੇ ਵਾਹਿਗੁਰੂ ਨਾਲ ਇੱਕਮਿਕ ਹੋਣ ਦੀ ਜਾਂਚ ਸਿਖਾਉਣ। ਗੁਰੂ ਤੇਗ ਬਹਾਦਰ ਸੀਸ ਦੇ ਕੇ ਸਾਰੇ ਸੰਸਾਰ ਨੂੰ ਜੀਵਨ ਦਾਨ ਦੇ ਗਏ ਹਨ।